कुट की इस हिसाब की पई मैं तुम दिखाना, मेरे दोने तो गिट्टे कढ़ते पुलिस ने, मैं तुम दिखाना पटाके पैणगे देखियो। क्या ये भाई फिर ये टुटे हुए ने हुण न कढ़ते ही दोने गिट्टे। हुण जे मैं जोर ना भज ला एकदम ਜਾਂ टोए च पैर पै जे निकल जाता, तो डिस्क हिल गई सी मेरी, आ मोढा कढ़ता सीगा पुलिस ने, आ उंगल जी फ्रैक्चर हो गई सी मेरी। वो तो बिना चड्डे पाड़े का तो कोई अंत ही नहीं, शरीर नकारा करता सी है ना। बाथरूम वाली जगह ते करंट लाने, छाती ते करंट लाना, कन्नां नूं करंट लाना, बड़े गंदे तरीके मतलब गंदे तरीके नाल टॉर्चर किया। उत्थे मैनूं ये महसूस होया भी सिखां लई कानून हो रहा है ते होरां लई इत्थे कानून हो रहा है। उन्होंने की करिया, उन्होंने कहते चाक कुट दे, ਜਿਹੜੇ बोर्ड ते लिखण वाले हुंदे ने ਉਹ ਤੋਂ ਕਟਾ ਲੇ वर्तमान जी च। ਉਹਨੂੰ ਕਹਿੰਦੇ ਲੈ ਐਲਪ੍ਰੈਕਸਾਂ ਵੀ ਕੁੱਟ ਦੇ, ਉਹਨੇ 10-15 ਐਲਪ੍ਰੈਕਸਾਂ ਕੁੱਟਤੀਆਂ। ਪਾਊਡਰ ਦੇ ਵਿੱਚ ਐਲਪ੍ਰੈਕਸਾਂ ਮਿਲਾ ਕੇ ਉਹ ਤੇ 260 ਗ੍ਰਾਮ ਪਾਤਾ ਨਸ਼ੀਲਾ ਪਾਊਡਰ ਫੜਿਆ ਗਿਆ ਜੀ। ਅੱਛਾ ਇਹ ਤੁਹਾਡੇ ਅੱਖੀ ਦੇਖੀ ਗੱਲ? ਇਹ ਦੇਖੀ ਗੱਲ ਹੈ ਮੇਰੇ। ਅੱਛਾ ਹੁਣ ਨਸ਼ੀਲੇ ਪਾਊਡਰ ਦੀ ਜਦੋਂ ਸੈਂਪਲਿੰਗ ਹੋਊਗੀ, ਜਦੋਂ ਚੈੱਕ ਹੋਊ, ਉਹਦੇ ਵਿੱਚ ਐਲਪੈਕਸ ਦਾ ਸਾਲਟ ਨਿਕਲੂਗਾ। ਜੋ ਐਲਪੈਕਸ ਦਾ ਸਾਲਟ ਨਿਕਲੂ ਤਾਂ ਸਜ਼ਾ ਵੀ ਪੱਕੀ ਹੋਊ। ਤੇ ਜ਼ਿਆਦਾਤਰ ਕੇਸਾਂ ਦੇ ਵਿੱਚ ਜਿਹੜੀ ਸਜ਼ਾ ਹੋਈ ਵੀ ਹੈ ਉਹ ਨਸ਼ੀਲੇ ਪਾਊਡਰ 'ਚ ਹੋਈ ਵੀ ਹੈ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਨਸ਼ੀਲਾ ਪਾਊਡਰ ਨਾਂ ਦਾ ਨਸ਼ਾ ਹੀ ਨਹੀਂ ਹੈਗਾ। ਪਿੰਡ ਦੇ ਵਿੱਚ ਪਹਿਲਾ ਕੰਪਿਊਟਰ ਮੇਰੇ ਕੋਲੇ ਸੀ, ਸਾਰੇ ਪਿੰਡ ਦੇ ਵਿੱਚੋਂ ਪਹਿਲਾ ਕੰਪਿਊਟਰ ਮੇਰੇ ਬਾਪੂ ਨੇ ਮੈਨੂੰ ਲੈ ਕੇ ਦਿੱਤਾ ਜੀ। ਤੇ ਸਾਡੇ ਪਿੰਡ ਦੇ ਵਿੱਚੋਂ ਮੈਂ ਪਹਿਲਾ ਬੱਚਾ ਸੀ ਜਿਹੜਾ ਭਾਈ ਗੁਰਦਾਸ ਕਾਲਜ ਦੇ ਵਿੱਚ ਲੱਗਿਆ ਸੀ। ਕਾਲਜ ਦੇ ਵਿੱਚੋਂ ਮੈਨੂੰ ਸਸਪੈਂਡ ਕਰਤਾ, ਮੈਂ ਘਰੇ ਦੱਸਿਆ ਨਹੀਂ, ਲੜਾਈ ਝਗੜਾ ਹੋ ਗਿਆ, ਨਿਕਲ ਗਏ ਕਾਲਜ ਚੋਂ, ਘਰੇ ਦੱਸਿਆ ਨਹੀਂ। ਹੁਣ ਘਰੋਂ ਮਾੜਾ ਮੋਟਾ ਖਰਚਾ ਖੁਰਚਾ, ਟਿਊਸ਼ਨ ਦੀ ਫੀਸ ਦਾ ਬਹਾਨਾ ਲਾਤਾ ਵੀ ਟਿਊਸ਼ਨ ਦੀ ਫੀਸ ਲੈਣੀ ਹੈ ਜੀ, ਆਹ ਕਰਨਾ ਬਾਹ ਕਰਨਾ। ਮੇਰੇ ਬਾਪੂ ਨੇ ਬੜੀ ਰੀਝ ਨਾਲ ਮੈਨੂੰ ਕੰਪਿਊਟਰ ਲੈ ਕੇ ਦਿੱਤਾ ਸੀ, ਜਿਹਦਾ ਇੱਕ ਪੁਰਜਾ ਵੇਚਿਆ ਮੈਂ ਨਸ਼ੇ ਵਾਸਤੇ। ਪਹਿਲਾਂ ਮੋਨੀਟਰ ਵੇਚਤਾ, ਫਿਰ ਹਾਰਡ ਡਿਸਕ ਵੇਚਤੀ, ਫਿਰ ਕਹਿ ਉਹ ਵਿਚਲਾ ਬੋਰਡ ਵੇਚਤਾ, ਉਹ CD ਰਾਈਟਰ ਵੇਚਤਾ, DVD ਰਾਈਟਰ ਵੇਚਤਾ, ਕੈਬਨਿਟ ਵੇਚਤੀ। ਐਂ ਥੋੜ੍ਹਾ ਥੋੜ੍ਹਾ ਕਰਕੇ ਰੋਜ਼ ਥੋੜ੍ਹਾ ਥੋੜ੍ਹਾ ਕਰਕੇ ਉਹ ਚੀਜ਼ਾਂ ਵਿਕਦੀਆਂ ਗਈਆਂ। ਫਿਰ ਹੌਲੀ ਹੌਲੀ ਘਰੇ ਦੱਸਤਾ ਵੀ ਨਿਕਲ ਗਏ ਕਾਲਜ ਤੋਂ। ਫਿਰ ਹੁਣ ਘਰੇ ਸਾਹਮਣਾ ਕਰਨਾ ਔਖਾ ਸੀ, ਕਿਉਂਕਿ ਵੱਡੇ ਭਰਾ ਨੇ ਪੜ੍ਹਾਈ ਛੱਡ ਕੇ ਮੈਨੂੰ ਤੋਰਿਆ ਸੀ। ਉੱਥੇ ਬੜੇ ਸੁਪਨੇ ਸੀ ਬਾਪੂ ਦੇ, ਬੇਬੇ ਦੇ, ਆਲੇ ਦੁਆਲੇ ਲੋਕਾਂ ਦੇ ਮਿਹਣੇ ਵੀ ਬੜੇ ਹੋਣੇ ਸੀ। ਮੈਂ ਡਰਦਾ ਮਾਰਾ ਮੈਂ ਘਰੋਂ ਭੱਜ ਹੀ ਗਿਆ। ਸਮੈਕ 500 ਰੁਪਏ ਦੀ ਪੁੜੀ ਆਉਂਦੀ ਹੁੰਦੀ ਸੀ, ਇੱਕ ਪੁੜੀ। ਜਾਂ ਤੁਹਾਨੂੰ ਨੱਕ ਨੱਕ ਚੱਲਣਾ, ਜਾਂ ਪੰਨੀਆਂ, ਗੂਠੇ ਦੀ ਹੱਡੀ ਆ ਮੇਰੀ ਦਿਸਣ ਲੱਗ ਗਈ ਸੀ ਵਿੱਚੋਂ, ਕਿਉਂਕਿ ਗੂਠੇ ਮੱਚ ਜਾਂਦੇ ਆ ਜਦੋਂ ਸਮੈਕ ਤੁਰਦੀ ਹੈ ਆ ਕੇ ਗਰਮ ਗਰਮ। ਇਹ 'ਤੇ ਲੱਗ ਗਈ, ਜਿਹੜੇ ਪੀਂਦੇ ਉਹਨਾਂ ਨੂੰ ਤਾਂ ਪਤਾ ਹੀ ਆ, ਆ ਗੂਠੇ ਮੱਚ ਵਿੱਚੋਂ ਹੱਡੀ ਦਿਸਣ ਲੱਗ ਜਾਂਦੇ ਸੀ ਗੂਠੇ ਦੇ। ਮੈਂ ਤਾਂ ਹੁਣ ਤੱਕ ਵੀ ਐਵੇਂ ਲੱਗੀ ਜਾਂਦਾ ਮੈਨੂੰ ਵੀ ਹੁਣ ਵੀ ਨਾ ਮੇਥੋਂ ਖੋ ਜੇ, ਹੁਣ ਵੀ ਨਾ ਮੇਥੋਂ ਖੋ ਜੇ, ਹੁਣ ਵੀ ਮੈਂ ਇਹਨੂੰ ਐਵੇਂ ਦੇਖਦੀ ਰਹਿੰਦੀ ਆਥਣ ਤੜਕੇ। ਹੁਣ ਤਾਂ ਵੈਸੇ ਠੀਕ ਆ, ਪਰ ਫਿਰ ਵੀ ਮੈਂ ਇਹਨੂੰ ਦੇਖੇ ਬਿਨਾਂ ਨਹੀਂ ਸੌਂ ਸਕਦੀ ਨਾ। ਇਹਨੂੰ ਮੈਂ ਦਿਨੇ 10-10 ਫੋਨ ਕਰਕੇ ਹੁਣ ਵੀ ਮੈਂ ਹੀ ਪੁੱਛਦੀ ਰਹਿੰਦੀ ਹਾਂ, ਕਿੱਥੇ ਆ, ਕੀ ਕਰਦਾ, ਰੋਟੀ ਖਾ ਲਈ, ਆ ਜਾ। ਬਸ ਹੁਣ ਵੀ ਮੈਂ ਐਵੇਂ ਕਰਦੀ ਰਹਿੰਦੀ, ਮੇਰੇ ਢਿੱਡ 'ਚੋਂ ਚੋਰ ਹਜੇ ਵੀ ਨਹੀਂ ਜਾਂਦਾ ਹੈਗਾ ਵੀ ਕਿਤੇ ਮੇਥੋਂ ਖੋ ਨਾ ਜਾਵੇ। ਫਿਰ ਇਹ ਜਦੋਂ ਘਰੇ ਆਉਣ ਲੱਗ ਗਿਆ ਸੀ, ਫਿਰ ਇੱਕ ਦਿਨ ਇਹਨੇ ਪੂਰਾ ਪੱਤਾ ਗੋਲੀਆਂ ਦਾ ਖਾਧਾ, ਪੂਰਾ ਪੱਤਾ ਗੋਲੀਆਂ ਦਾ ਖਾ ਕੇ ਉੱਪਰ ਜਾ ਕੇ ਪੈ ਗਿਆ। ਮੈਨੂੰ ਤਾਂ ਇਹ ਜਾਣ ਨਾ ਦਿੰਦੇ, ਪਰ ਫਿਰ ਵੀ ਮੈਂ ਸਾਰਿਆਂ ਦੇ ਸੁੱਤਿਆਂ ਤੋਂ ਚੋਰੀ ਗਈ। ਮੈਨੂੰ ਲੱਗਿਆ ਵੀ ਅੱਜ ਬਾਹਲਾ ਜ਼ਿਆਦਾ ਤੰਗ ਆ ਇਹ। ਮੈਂ ਜਦੋਂ ਹੌਲੀ ਹੌਲੀ ਦੇਖਣ ਗਈ, ਇਹਨੂੰ ਪੁੱਛ ਕੇ ਉੱਪਰ ਪੈਂਦਾ ਹੁੰਦਾ ਸੀ। ਇਹ ਉੱਠ ਕੇ ਮੈਨੂੰ ਚੁੰਬੜ ਕੇ ਰੋਣ ਲੱਗ ਗਿਆ। ਮੈਂ ਕਿਹਾ ਤੂੰ ਰੋਂਦਾ ਕਾਹਤੋਂ, ਮੈਂ ਤਾਂ ਤੈਨੂੰ ਹੌਲੀ ਚੋਰੀ ਦੇਖਣ ਆਈ ਸੀਗੀ। ਮੈਨੂੰ ਕਹਿੰਦਾ ਮੰਮੀ ਮੈਂ ਅੱਜ ਵੀ ਕਿਉਂ ਨਾ ਮਰਿਆ, ਕਹਿੰਦਾ ਅੱਜ ਮੈਂ ਸਾਬਤਾ ਪੱਤਾ ਗੋਲੀਆਂ ਦਾ ਖਾ ਗਿਆ, ਵੀ ਅੱਜ ਮੈਂ ਚਾਹਿਆ ਸੀ ਵੀ ਅੱਜ ਮੈਂ ਕਿਸੇ ਨੂੰ ਦੁੱਖ ਨਹੀਂ ਦੇਣਾ, ਵੀ ਮੈਂ ਮਰ ਜਾਣਾ ਅੱਜ। ਪਰ ਇਹ ਸਾਬਤਾ ਪੱਤਾ ਗੋਲੀਆਂ ਦਾ ਖਾ ਕੇ ਵੀ ਬਚ ਗਿਆ। ਮਿਲਣ ਬਾਗੇ ਬਾਈ ਨੂੰ ਅਸੀਂ ਮਿਲਣ ਗਏ ਵੇ, ਉੱਥੇ ਬੈਠੇ ਬਾਈ ਨੇ ਦੇਖਿਆ ਵੀ 5-4 ਮੁੰਡੇ ਨੇ ਵਧੀਆ ਨੇ, ਸਾਨੂੰ ਕਹਿੰਦਾ ਕੀ ਖਾਓ ਪੀਓਗੇ। ਉਹ ਨਾਲ ਦੇ ਮੁੰਡੇ ਨੇ ਸਿਹਰਾ ਜਾ ਮਾਰਿਆ ਵੀ ਲਿਆਓ ਸ਼ੀਸ਼ੀਆਂ। ਉਹਨਾਂ ਨੇ ਤੁਹਾਨੂੰ ਇੱਕ ਇੱਕ ਸ਼ੀਸ਼ੀ ਦੇਤੀ, ਇੱਕ ਇੱਕ ਪੱਤਾ ਕੈਰੀਸੋਮਾ ਦਾ ਦੇਤਾ। ਅਸੀਂ ਖਾ ਲੀਆਂ, ਚਾਹ ਪੀ ਲਈ, ਖਿੜ ਗਈ। ਬਾਈ ਨੇ ਕੱਢਿਆ ਫੋਨ ਲਾਇਆ, ਹਾਂ ਕਿੱਥੇ ਬੈਠਾ? ਅੱਛਾ ਆਪਣੇ ਜਗਜੀਤ ਬਾਈ ਹੁਣੀ ਆਏ ਹੋਏ ਨੇ, ਆਉਨੇ ਅਸੀਂ। ਐਡੀ ਜ਼ਰੂਰਤ ਇਹਦੀ, ਹੁਣ ਸਾਨੂੰ ਪਤਾ ਨਹੀਂ ਸੀ ਕਿਸ ਚੀਜ਼ ਦਾ, ਸੁਰਤ ਹੀ ਨਹੀਂ ਸੀ ਸਾਨੂੰ। ਐਵੇਂ ਹੁਣ ਬਾਈ ਨੇ ਕਿਹਾ ਕੰਮ ਤੇ ਕੰਮ ਕਰਨਾ ਪੈਣਾ, ਤੇ ਜਾਣ ਸਾਰ ਪੜਕ ਦੇਣੇ ਲੱਤਾਂ ਤੋੜਤੀਆਂ। ਇੰਨੇ ਸਾਲਾਂ ਦੇ ਵਿੱਚ, ਜਿਵੇਂ 8 ਤੋਂ ਲੈ ਕੇ 14 ਤੱਕ, ਇੰਨੇ ਸਾਲਾਂ ਦੇ ਵਿੱਚ ਕਿੰਨੇ ਕੁ ਪੈਸਿਆਂ ਦਾ ਚਿੱਟਾ ਪੀਤਾ ਤੁਸੀਂ ਨੇ? ਤੁਸੀਂ ਹਿਸਾਬ ਲਾ ਲਓ ਬਾਈ ਵੀ ਬਾਹਲਾ ਨਹੀਂ ਤਾਂ 25-30 ਲੱਖ ਦੇ ਨੇੜੇ ਤੇਰੇ ਤਾਂ ਲੱਗ ਗਿਆ ਹੋਊਗਾ ਕੰਮ, ਵੱਧ ਗਿਆ ਹੋਊਗਾ, ਘਟਿਆ ਨਹੀਂ। ਉਦੋਂ ਦਾਰੂ ਪੀਣ ਲੱਗੇ ਸਾਰੇ ਬੈਠੇ, ਮੈਨੂੰ ਐ ਦਾਰੂ ਪੀਂਦੇ ਕਹਿੰਦੇ ਪੈ ਕੇ। ਮੈਂ ਤਾਂ ਦਾਰੂ ਪੀਂਦਾ ਨਹੀਂ। ਕਹਿੰਦੇ ਚੱਲ ਦਾਰੂ ਨਹੀਂ ਪੀਂਦਾ ਤੂੰ ਬੀਅਰ ਪੀ ਲਿਆ ਤਾਂ ਬੱਤਾ ਹੀ ਹੈ। ਉਹ ਬੱਤਾ ਪੀ ਲਿਆ, ਉਹ ਬੱਤੇ ਨੇ ਸਿਰ ਘਮਾਤਾ, ਔਰ ਕੋਲੇ ਬੈਠੇ ਨੇ ਇੱਕ ਨੇ ਸਿਗਰਟ ਫਿਰ ਫੜਾਤੀ ਵੀ ਖਿੱਚ ਲੈ ਧੂੰਆਂ। ਉਹ ਵੀ ਖਿੱਚ ਕੇ ਧੂੰਆਂ ਉਵੇਂ ਹੀ ਕੱਢਤਾ, ਅੰਦਰ ਨਹੀਂ ਲੰਘਾਇਆ। ਫਿਰ ਉਹ ਬੰਦੇ ਨੇ ਬਹਿ ਕੇ ਮੈਨੂੰ ਟ੍ਰੇਨ ਕਰਿਆ ਵੀ ਹਾਂ ਵੀ ਐਂ ਇਹਨੂੰ ਅੰਦਰ ਲੰਘਾ, ਥੋੜ੍ਹਾ ਥੋੜ੍ਹਾ ਕਰਕੇ। ਫਿਰ ਖੰਘ ਛਿੜ ਗਈ, ਫਿਰ ਸਿਰ ਘੁੰਮਿਆ, ਫਿਰ ਲੱਗਿਆ ਵੀ ਯਾਰ ਇਹ ਤਾਂ ਸੁਰਗ 'ਚ ਹੀ ਆ ਗਏ ਆਪਾਂ, ਇਹ ਤਾਂ ਬਹੁਤ ਵਧੀਆ ਚੀਜ਼ ਆ। ਫਿਰ ਫਿਲਮਾਂ ਉਦੋਂ ਇਸ ਤਰੀਕੇ ਦੀਆਂ ਹੁੰਦੀਆਂ ਸੀਗੀਆਂ, ਫਿਲਮਾਂ 'ਚ ਵਿਲਨ ਧੂੰਆਂ ਛੱਡਦਾ ਹੁੰਦਾ ਸੀ, ਫਿਰ ਉਹ ਫੀਲਿੰਗਾਂ
ਵੀ ਫਿਰ ਤੁਹਾਡੇ ਵੀ ਦਿਲ 'ਚ ਆਇਆ ਹੋਣਾ ਵੀ ਆਪਾਂ ਵੀ ਉਹ ਵਿਲਨ ਵਾਲੀ ਫੀਲਿੰਗ ਲੈ ਕੇ ਦੇਖੀਏ ਫਿਲਮ ਵਾਂਗੂ। ਫਿਲਮਾਂ ਨੇ ਉਹ ਸਿਸਟਮ ਨੇ ਇੱਕ ਪਾਸੇ ਨੂੰ ਧੱਕਤਾ ਸਾਰਾ ਕੁਝ ਹੀ। ਨਮਸਕਾਰ, ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਦੇ ਦੌਰ ਦੇ ਵਿੱਚ ਜੇਕਰ ਆਪਾਂ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ, ਨੌਜਵਾਨ ਪੀੜ੍ਹੀ ਅੱਜ ਕੱਲ੍ਹ ਆਪਦੇ ਨਾ ਟੈਲੈਂਟ ਨੂੰ ਪਹਿਚਾਣ ਨਹੀਂ ਰਹੀ। ਨੌਜਵਾਨ ਪੀੜ੍ਹੀ ਦੇ ਵਿੱਚ ਟੈਲੈਂਟ ਬੜਾ ਖੂਬ ਹੈ, ਟੈਲੈਂਟ ਬਹੁਤ ਜ਼ਿਆਦਾ ਹੁੰਦਾ, ਪਰ ਕਿਤੇ ਨਾ ਕਿਤੇ ਅੱਜ ਕੱਲ੍ਹ ਨੌਜਵਾਨ ਉਹ ਟੈਲੈਂਟ ਨੂੰ ਪਹਿਚਾਣਨ ਦੇ ਵਿੱਚ ਬੜੀ ਦੇਰੀ ਕਰ ਦਿੰਦੇ ਨੇਗੇ। ਕੁਝ ਨੌਜਵਾਨ ਅਜਿਹੇ ਵੀ ਹੁੰਦੇ ਨੇ ਨਸ਼ਿਆਂ ਦੇ ਵਿੱਚ ਲੱਗ ਕੇ ਪਤਾ ਹੀ ਨਹੀਂ ਕਿਹੜੇ ਕਿਹੜੇ ਰਾਹ ਤੁਰ ਪੈਂਦੇ ਨੇ ਤੇ ਘਰਾਂ ਦੇ ਵਿੱਚ ਮਾਵਾਂ ਜਿਹੜੀਆਂ ਨੇ ਦੁੱਖ ਸੰਤਾਪ ਹੰਢਾਉਂਦੀਆਂ ਰਹਿੰਦੀਆਂ ਨੇਗੀਆਂ। ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੇ ਨੌਜਵਾਨ ਨਾਲ ਕਰਾਵਾਂਗੇ। ਜੇਕਰ ਆਪਾਂ ਉਸ ਦੀ ਜਵਾਨੀ ਦੀ ਗੱਲ ਕਰੀਏ, ਜਿਵੇਂ ਹੁੰਦਾ ਗਾ ਨੌਜਵਾਨ ਜਦੋਂ ਕਾਲਜ ਵਿੱਚ ਪੜ੍ਹਨ ਲੱਗਦਾ ਹੈ, +2 ਦੇ ਵਿੱਚ ਕਰਨ ਲੱਗਦਾ ਹੈ, ਉਦੋਂ ਪਤਾ ਨਹੀਂ ਮਾੜੀ ਸੰਗਤ ਦੇ ਕਰਕੇ ਨਸ਼ੇ ਕਰਨ ਲੱਗ ਜਾਂਦਾ। ਪਰ ਕਿਤੇ ਨਾ ਕਿਤੇ ਜਿਹੜੀ ਉਹ ਸੰਗਤ ਹੈ ਇੰਨਾ ਕੁ ਮਾੜਾ ਇਲਜ਼ਾਮ ਦੇ ਦਿੰਦੀ ਹੈ, ਇੰਨੇ ਕੁ ਮਾੜੇ ਦਿਨ ਦਿਖਾ ਦਿੰਦੀ ਹੈ ਕਿ ਜਿਹੜੀਆਂ ਮਾਵਾਂ ਨੂੰ ਉਹਨਾਂ ਦੇ ਦੁੱਖ ਜਿਹੜੇ ਹੁੰਦੇ ਨੇ, ਹਰਜ਼ਾਨੇ ਹੁੰਦੇ ਹੈਗੇ, ਭਰਨੇ ਪੈਂਦੇ ਨੇਗੇ। ਅੱਜ ਸਾਡੇ ਨਾਲ ਜਗਜੀਤ ਸਿੰਘ ਜੀ ਮੌਜੂਦ ਹੋਣਗੇ। ਵੈਸੇ ਅੱਜ ਕੱਲ੍ਹ ਉਹਨਾਂ ਨੂੰ ਬਾਬਾ ਜਗਜੀਤ ਸਿੰਘ ਹੇੜੀ ਕੇ ਕਿਹਾ ਜਾਂਦਾ ਹੈ, ਪਰ ਕਿਸੇ ਇੱਕ ਸਮਾਂ ਇਹ ਵੀ ਹੁੰਦਾ ਸੀ ਉਹਨਾਂ 'ਤੇ ਕਿ ਘਰ ਦੇ ਵਿੱਚ 2.5 ਸਾਲ ਘਰੇ ਨਾ ਵੜਨਾ। ਇੰਨੇ ਕੁ ਦਿਨ ਮਾੜੇ ਦੇਖੇ ਹੋਏ ਨੇ। ਚਿੱਟਾ, ਸਮੈਕ, ਪਤਾ ਹੀ ਨਹੀਂ ਕਿਹੜੇ ਕਿਹੜੇ ਨਸ਼ਿਆਂ ਦੀ ਮੈਂ ਗੱਲ ਕਰਾਂ ਜੋ ਉਹ ਕਰਦੇ ਰਹੇ ਨੇਗੇ। ਪਰ ਅੱਜ ਦੇ ਸਮੇਂ ਦੀ ਗੱਲ ਕਰੀਏ, ਅੱਜ ਦੇ ਦੌਰ ਦੀ ਗੱਲ ਕਰੀਏ, ਜਾਂ ਫਿਰ 21ਵੀਂ ਸਦੀ ਦੀ ਗੱਲ ਕਰੀਏ, 21ਵੀਂ ਸਦੀ ਦੇ ਵਿੱਚ ਇੰਨਾ ਕੁ ਬਦਲਾਅ ਆ ਗਿਆ, ਇੰਨੇ ਕੁ ਤਬਦੀਲ ਹੋ ਚੁੱਕੇ ਨੇ ਕਿ ਅੱਜ ਗੁਰਸਿੱਖੀ ਨਾਲ ਜੁੜੇ ਹੋਏ ਨੇ, ਗੁਰਸਿੱਖੀ ਦਾ ਵਧੀਆ ਜੀਵਨ ਬਤੀਤ ਕਰ ਰਹੇ ਨੇਗੇ। ਸਾਡੇ ਨਾਲ ਜਗਜੀਤ ਸਿੰਘ ਹੇੜੀ ਕੇ ਜੀ ਮੌਜੂਦ ਵੀ ਹੋਣਗੇ। ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਜਿਹੜਾ ਇੰਨੀ ਤਬਦੀਲੀ ਆਈ ਉਸ ਚਿੱਟੇ ਵਾਲੇ ਜਗਜੀਤ ਤੋਂ ਬਾਬਾ ਜਗਜੀਤ ਸਿੰਘ ਹੇੜੀ ਕੇ ਬਣਨ ਦਾ ਕੀ ਮੁੱਖ ਕਾਰਨ ਰਹੇ, ਜਾਂ ਫਿਰ ਤਬਦੀਲ ਹੋਣਾ, ਚਿੱਟੇ ਤੋਂ ਲੈ ਕੇ ਸਮਗਲਰ ਤੋਂ ਲੈ ਕੇ ਸਿੱਖੀ ਦੇ ਵਿੱਚ ਤਬਦੀਲ ਹੋਣਾ ਕਿੰਨਾ ਕੁ ਮੁਸ਼ਕਿਲ ਰਿਹਾ। ਇਹ ਚੀਜ਼ਾਂ ਦੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਸਾਡੇ ਨਾਲ ਬਾਬਾ ਜਗਜੀਤ ਸਿੰਘ ਹੇੜੀ ਕੇ ਜੀ ਮੌਜੂਦ ਨੇ, ਆਪਾਂ ਗੱਲਬਾਤ ਵੀ ਕਰਾਂਗੇ। ਬਾਬਾ ਜੀ, ਸਭ ਤੋਂ ਪਹਿਲਾਂ ਨਮਸਕਾਰ। ਹੋ ਠੀਕ ਹੋ ਜੀ? ਸਿਹਤਾਂ ਕਾਇਮ ਨੇ ਜੀ? ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਰਦੀਪ ਬਾਈ ਜੀ ਤੁਹਾਡਾ, ਤੁਸੀਂ ਸਾਡੇ ਕੋਲੇ ਪਹੁੰਚੇ ਹੋ ਜੀ, ਬਹੁਤ ਬਹੁਤ ਧੰਨਵਾਦ। ਜਗਜੀਤ ਵੀਰੇ, ਜਿਵੇਂ ਕਿ ਮੈਂ ਜ਼ਿਕਰ ਕੀਤਾ ਹੈ ਨਾ ਵੀ ਇੱਕ ਸਮਾਂ ਅਜਿਹਾ ਹੁੰਦਾ ਸੀਗਾ ਵੀ ਜਦੋਂ ਨੌਜਵਾਨ ਕਾਲਜ ਦੇ ਵਿੱਚ ਜਾਂਦਾ ਹੈ ਜਾਂ ਫਿਰ ਕਾਲਜ ਦੇ ਵਿੱਚ ਪੈਰ ਪਾਉਂਦਾ ਹੈ ਤਾਂ ਕਈ ਸੰਗਤਾਂ ਅਜਿਹੀਆਂ ਮਿਲ ਜਾਂਦੀਆਂ ਨੇ, ਕਈ ਸਾਥੀ ਅਜਿਹੇ ਮਿਲ ਜਾਂਦੇ ਨੇ ਵੀ ਇੱਕ ਬੀਅਰ ਦੇ ਸਿਰ ਤੇ ਜਾਂ ਫਿਰ ਇੱਕ ਪੈਗ ਦੇ ਸਿਰ ਤੇ ਪਤਾ ਹੀ ਨਹੀਂ ਨੌਜਵਾਨ ਨੂੰ ਕਿਹੜੇ ਕਿਹੜੇ ਰਾਹ ਦੇ ਉੱਤੇ ਤੋਰ ਲੈਂਦੇ ਨੇਗੇ। ਤੁਸੀਂ ਵੀ ਪਹਿਲਾਂ ਤੁਸੀਂ ਜਿਵੇਂ ਆਪਾਂ ਆਫ ਰੈਕਡ ਗੱਲ ਕਰੀ ਹੈਗੀ, ਇਸੇ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਹੋਏ ਹੋਗੇ। ਪਤਾ ਹੀ ਨਹੀਂ ਕਿਹੜੇ ਕਿਹੜੇ ਨਸ਼ੇ, ਜਿਵੇਂ ਕਿ ਚਿੱਟਾ, ਸਮੈਕ, ਪਤਾ ਹੀ ਨਹੀਂ ਮੈਂ ਕਿਹੜੇ ਕਿਹੜੇ ਨਸ਼ਿਆਂ ਦਾ ਜ਼ਿਕਰ ਕਰਾਂ ਜਿਹੜੇ ਤੁਸੀਂ ਸਹਿਣ ਕਰਦੇ ਰਹੇ ਹੋਗੇ, ਲਾਉਂਦੇ ਰਹੇ ਹੋਗੇ। ਪਰ ਅੱਜ ਕੱਲ੍ਹ ਇੰਨੇ ਹਾਲਾਤ ਤਬਦੀਲ ਹੋਏ ਨੇਗੇ। ਫਿਰ ਉਹ ਹਾਲਾਤਾਂ ਤੋਂ ਇੱਕ ਸਮਗਲਰ ਤੋਂ ਉਸ ਤੋਂ ਬਾਅਦ ਸਿੱਖੀ ਬਾਣੇ ਦੇ ਵਿੱਚ ਆਉਣਾ ਕਿੰਨਾ ਕੁ ਮੁਸ਼ਕਿਲ ਲੱਗਿਆ? ਮੁਸ਼ਕਿਲ ਤਾਂ ਦੇਖੋ ਜੀ, ਕੋਈ ਹੱਲ ਹੈ ਇਹਦਾ। ਇੱਕ ਤਾਂ ਹੁੰਦੀ ਹੈ ਅਰਦਾਸ, ਗੁਰਬਾਣੀ ਦੇ ਵਿੱਚ ਵੀ ਆਉਂਦਾ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਮਾਂ ਦੀਆਂ ਜਿਹੜੀਆਂ ਅਰਦਾਸਾਂ ਨੇ ਉਹ ਬਹੁਤ ਕੁਝ ਬਦਲ ਦਿੰਦੀਆਂ ਨੇ। ਮੇਰੇ ਜੀਵਨ 'ਚ ਤਬਦੀਲੀ ਆਉਣ ਦਾ ਕਾਰਨ ਮੇਰੀ ਮਾਂ ਦੀਆਂ ਅਰਦਾਸਾਂ ਨੇ। ਕੋਈ ਉਹਨਾਂ ਨੇ ਮੱਸਿਆ ਨਹੀਂ ਛੱਡੀ ਹੋਣੀ, ਗੁਰਦੁਆਰਾ ਸਾਹਿਬ ਕਿਤੇ ਕਿਤੇ ਮੱਥਾ ਟੇਕ ਵੀ ਮੇਰਾ ਪੁੱਤ ਠੀਕ ਹੋ ਜੇ, ਮੇਰਾ ਪੁੱਤ ਠੀਕ ਹੋ ਜੇ। ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਐਸੀ ਸੁਣੀ ਵੀ ਅੱਜ ਤੁਹਾਡੇ ਸਾਹਮਣੇ ਮੈਂ ਗੁਰਸਿੱਖੀ ਜੀਵਨ ਦੇ ਵਿੱਚ ਬੈਠਾ। ਮਾਂ ਦੀਆਂ ਅਰਦਾਸਾਂ ਨੇ ਜੀਵਨ ਬਦਲਿਆ ਜੀ ਮੇਰਾ। ਜਗਜੀਤ ਵੀਰੇ, ਫਿਰ ਜਦੋਂ ਸ਼ੁਰੂਆਤ ਹੋਈ ਸੀਗੀ, ਕਿਹੜੇ ਸੰਨ ਦੇ ਵਿੱਚ ਸ਼ੁਰੂਆਤ ਹੋਈ ਸੀ ਜਦੋਂ ਤੁਸੀਂ ਇਹ ਚਿੱਟੇ ਦੀ ਦਲਦਲ ਦੀ ਭੇਟ ਦੇ ਵਿੱਚ ਪੈ ਗਏ ਸੀ? ਅਸਲ 'ਚ ਮੈਂ ਪਹਿਲਾਂ ਪਿੰਡ ਪੜ੍ਹਦੇ ਰਹੇ, ਫਿਰ ਧੂਰੀ ਪੜ੍ਹਨ ਲੱਗ ਗਏ, ਫਿਰ ਸ਼ੇਰਪੁਰ ਪੜ੍ਹਨ ਲੱਗ ਗਏ। +2 ਤੱਕ ਤਾਂ ਇਹ ਸਮਝ ਲਓ ਵੀ ਕਦੇ ਕਿਸੇ ਨਸ਼ੇ ਨੂੰ ਜਾਂ ਕਿਸੇ ਮਾੜੀ ਸੰਗਤ ਨੂੰ ਕੋਈ ਮਸਲਾ ਹੀ ਨਹੀਂ ਸੀ ਇਸ ਤਰੀਕੇ ਦਾ। +2 ਤੱਕ ਤਾਂ ਬਿਲਕੁਲ ਵੀ। ਈਵਨ ਕਿ ਮੈਂ +2 ਕਰਦੇ ਨੇ ਨਾਲ ਕੰਪਿਊਟਰ ਦਾ ਡਿਪਲੋਮਾ ਕਰ ਲਿਆ 10ਵੀਂ ਤੋਂ ਬਾਅਦ, ਨਾਲ ਪਾਰਟ ਟਾਈਮ 'ਚ 2-2.5 ਘੰਟੇ ਲੱਗ ਜਾਂਦਾ ਸੀ। ਅਤੇ ਪਿੰਡ ਦੇ ਵਿੱਚ ਪਹਿਲਾ ਕੰਪਿਊਟਰ ਮੇਰੇ ਕੋਲੇ ਸੀ। ਸਾਰੇ ਪਿੰਡ ਦੇ ਵਿੱਚੋਂ ਪਹਿਲਾ ਕੰਪਿਊਟਰ ਮੇਰੇ ਬਾਪੂ ਨੇ ਮੈਨੂੰ ਲੈ ਕੇ ਦਿੱਤਾ ਸੀ। ਅਤੇ ਸਾਡੇ ਪਿੰਡ ਦੇ ਵਿੱਚੋਂ ਮੈਂ ਪਹਿਲਾ ਬੱਚਾ ਸੀ ਜਿਹੜਾ ਭਾਈ ਗੁਰਦਾਸ ਕਾਲਜ ਦੇ ਵਿੱਚ ਲੱਗਿਆ ਸੀ, ਸੰਗਰੂਰ ਤੋਂ ਪਟਿਆਲਾ ਰੋਡ 'ਤੇ ਪਹਿਲਾ ਬੱਚਾ ਸੀ ਮੈਂ। ਅਤੇ ਪੜ੍ਹਾਈ ਪੱਖੋਂ ਬਾਬੇ ਦੀ ਬੜੀ ਮਿਹਰ ਸੀ, ਪੜ੍ਹਾਈ ਪੱਖੋਂ ਵਧੀਆ ਸੀਗਾ ਸਿਸਟਮ ਸਾਰਾ ਕੁਛ। +2 ਤੋਂ ਬਾਅਦ ਅਸਲ 'ਚ ਜਦੋਂ ਸਾਡੇ ਨੌਜਵਾਨ, ਹੁਣ ਵੀ ਮੈਂ ਬੇਨਤੀ ਕਰਦਾ ਜਿਹੜੇ ਸਾਡੇ ਯੰਗ ਏਜ ਦੇ ਬੱਚੇ ਆ, ਮੇਰੇ ਛੋਟੇ ਭਰਾ ਨੇ ਜਿਹੜੇ, ਜਦੋਂ +2 ਤੋਂ ਬਾਅਦ ਕਾਲਜਾਂ ਦੇ ਵਿੱਚ ਜਾਂਦੇ ਨੇ ਨਾ, ਫਿਰ ਇੱਕ ਅਜੀਬ ਜੀ ਖੁੱਲ੍ਹ ਮਿਲ ਜਾਂਦੀ ਹੈ। ਜਿਵੇਂ ਹੁਣ +2 ਤੋਂ ਬਾਅਦ ਹੁਣ ਕਾਲਜਾਂ 'ਚ ਤਾਂ ਘੱਟ ਜਾਂਦੇ ਨੇ, ਆਈਲੈਟ ਕਰਕੇ ਬਾਹਰ ਜ਼ਿਆਦਾ ਚਲੇ ਜਾਂਦੇ ਆ ਸਾਡੇ ਬੱਚੇ। ਉੱਥੇ ਵੀ ਅਸੀਂ ਕਈ ਵਾਰ ਦੇਖਿਆ ਕਿਸ ਤਰੀਕੇ ਦੀਆਂ ਵੀਡੀਓਜ਼ ਆ ਜਾਂਦੀਆਂ, ਚੰਗੇ ਵੀ ਆ ਮਾੜੇ ਵੀ ਆ, ਦੋਨੇ ਪੱਖ ਹੀ।
ਤੇ ਬਸ ਉਹ ਜਦੋਂ ਉੱਥੇ ਗਏ ਕਾਲਜ ਭਾਈ ਗੁਰਦਾਸ ਕਾਲਜ ਦੇ ਵਿੱਚ ਮੈਂ BCA ਕਰਨ ਲੱਗਿਆ, +2 'ਚੋਂ ਚੰਗੇ ਨੰਬਰ ਸੀਗੇ, ਕੰਪਿਊਟਰ ਲਾਈਨ ਦੇ ਵਿੱਚ ਚਲਿਆ ਗਿਆ ਮੈਂ। ਤਾਂ ਉਦੋਂ ਆਸਾਂ ਸੀ ਘਰਦਿਆਂ ਨੂੰ ਵੀ ਸਾਡੇ ਮੇਰੇ ਵੱਡੇ ਭਰਾ ਨੇ ਆਪਦੀ ਪੜ੍ਹਾਈ ਛੱਡ ਕੇ ਮੈਨੂੰ ਪੜ੍ਹਨ ਲਾਇਆ ਸੀ। ਉਦੋਂ ਹਾਲਾਤ ਇਹ ਸੀਗੇ ਵੀ ਸਾਡੇ ਦੋਨਾਂ ਦੇ ਵਿੱਚੋਂ ਇੱਕ ਹੀ ਪੜ੍ਹ ਸਕਦਾ। ਇੱਕ ਸਮੈਸਟਰ ਦੀ ਫੀਸ ਹੁੰਦੀ ਸੀ 35,000 ਰੁਪਈਆ, ਇੱਕ ਸਮੈਸਟਰ ਦੀ। ਇੱਕ ਸਾਲ ਦੀ 70,000 ਰੁਪਈਆ ਕਾਲਜ ਦੀ ਫੀਸ। ਉਹ ਤੋਂ ਬਿਨਾਂ ਜਿਹੜੀ ਉੱਥੇ ਰਹਿਣ ਦੀ PG ਦਾ ਖਰਚਾ ਮੇਰਾ ਅਲੱਗ, ਜਿਹੜਾ ਉੱਥੇ ਖਾਣ ਪੀਣ ਦਾ ਹੋਰ, ਜਾਣੀ ਕਿ ਮੰਨ ਕੇ ਚੱਲੋ ਵੀ ਇੱਕ ਸਾਲ ਦਾ 1.25 ਲੱਖ ਰੁਪਈਆ 1.5 ਲੱਖ ਰੁਪਈਆ ਮੇਰਾ ਲੱਗਦਾ ਸੀ ਉਸ ਸਮੇਂ ਦੇ ਵਿੱਚ। ਸਨ 2008 ਦੀ ਗੱਲ ਕਰਦਾ ਮੈਂ। ਤੇ ਉੱਥੇ ਬਸ ਮਿੱਤਰ ਯਾਰ ਦੋਸਤ ਬਣ ਗਏ, ਐਂ ਗੱਲਬਾਤ ਹੋਈ। ਉਦੋਂ ਪਹਿਲੀ ਵਾਰ ਬੱਬੂ ਮਾਂਦੜ ਵੀ ਆਇਆ ਸੀ, ਪਹਿਲੀ ਵਾਰ। ਹਾਂ, ਉਦੋਂ ਮੇਰੇ ਕੇਸ ਦਾੜੀ ਕੱਟੇ ਹੁੰਦੇ ਸੀ ਤੇ ਪਹਿਲੀ ਵਾਰ ਉਹ ਜਦੋਂ ਇਕੱਠ ਦੀਆਂ ਤੁਸੀਂ ਦੇਖਿਆ ਹੋਣਾ ਵੀਡੀਓ ਵੀ, ਬੰਦਾ ਹੀ ਨਹੀਂ ਥਿਆ ਆਉਂਦਾ ਲੋਕ। ਉਹ ਦਿਨ ਪਹਿਲੀ ਵਾਰ ਨਸ਼ਾ ਕਰਿਆ ਸੀ ਮੈਂ ਜ਼ਿੰਦਗੀ 'ਚ, 2008-9 ਦੀ ਗੱਲ। ਉਸ ਦਿਨ ਫਿਰ ਜਦੋਂ ਤੁਹਾਡੇ ਯਾਰਾਂ ਦੋਸਤਾਂ ਨੇ ਕਿਹਾ ਵੀ ਆ ਯਾਰ ਜਗਜੀਤ ਆਪਾਂ ਹੁਣ ਅੱਜ ਨਾ ਕੁਛ ਮਤਲਬ ਇੰਜੋਇਮੈਂਟ ਕਰਦੇ ਆ ਜਾਂ ਫਿਰ ਨਾ ਪੈਗ ਲਾਉਣੇ ਹੈਗਾ, ਜੋ ਵੀ ਤੁਸੀਂ ਉਸ ਦਿਨ ਨਸ਼ਾ ਕੀਤਾ, ਫਿਰ ਤੁਸੀਂ ਮਨ ਦੇ ਵਿੱਚ ਖਿਆਲ ਨਹੀਂ ਆਇਆ ਯਾਰ ਵੀ ਮੈਂ ਤਾਂ ਅੱਜ ਤੱਕ ਪਹਿਲਾਂ ਕਦੇ ਕਰਿਆ ਹੀ ਨਹੀਂ ਹੈਗਾ, ਮੈਂ ਜਵਾਬ ਦੇ ਦਾਂ, ਮੈਂ ਉਹਨਾਂ ਨੂੰ ਕਹਿਦਾ ਯਾਰ ਵੀ ਮੈਂ ਇਹ ਚੀਜ਼ ਕਰਦਾ ਨਹੀਂ ਹੈਗਾ, ਨਾ ਮੈਂ ਪਹਿਲਾਂ ਕਦੇ ਕਰੀ ਹੈ। ਅਸਲ 'ਚ ਉਹ ਦਾਰੂ ਪੀਂਦੇ ਸੀ ਬੈਠੇ। ਦਾਰੂ ਅਸਲ 'ਚ ਹੁਣ ਆਮ ਆਪਾਂ, ਮੈਂ ਜੱਟ ਜ਼ਿਮੀਂਦਾਰ ਫੈਮਿਲੀ ਨੂੰ ਬਿਲੋਂਗ ਕਰਦਾ, ਆਪਣੇ ਘਰਾਂ 'ਚ ਆਮ ਦਾਰੂ ਨਿਕਲਦੀ, ਆਮ ਪੀਂਦੇ ਨੇ। ਮੈਂ ਬਾਬੇ ਦੀ ਮਿਹਰ ਨਾਲ ਕਦੇ ਦਾਰੂ ਨਹੀਂ ਪੀਤੀ, ਕਿਉਂਕਿ ਜੋ ਛੋਟੇ ਹੁੰਦਿਆਂ ਤੁਸੀਂ ਬਾਪੂ ਦੇ ਮੂੰਹ 'ਚੋਂ ਸਮੈਲ ਲਈ ਦਾਰੂ ਦੀ, ਉਹ ਇੱਕ ਅਜੀਬ ਜੀ ਕਿਸਮ ਦੀ ਅੰਦਰ ਬਣ ਗਿਆ ਸਿਸਟਮ ਵੀ ਇਹ ਗਲਤ ਹੈ। ਹੁਣ ਵੀ ਉਨੀ ਉਲਟੀ ਆ ਜਾਂਦੀ ਹੈ ਦੇਖ ਕੇ, ਹੈ ਨਾ, ਵੋਮਿਟਿੰਗ ਹੋ ਜਾਂਦੀ ਹੈ। ਉਦੋਂ ਉਹ ਦਾਰੂ ਪੀਣ ਲੱਗੇ ਸਾਰੇ ਬੈਠੇ, ਮੈਨੂੰ ਇਹ ਦਾਰੂ ਪੀਂਦੇ ਕਹਿੰਦੇ ਪੈ ਕੇ, ਮੈਂ ਤਾਂ ਦਾਰੂ ਪੀਂਦਾ ਨਹੀਂ। ਕਹਿੰਦੇ ਚੱਲ ਦਾਰੂ ਨਹੀਂ ਪੀਂਦਾ ਤੂੰ ਬੀਅਰ ਪੀ ਲਿਆ ਤਾਂ ਬੱਤਾ ਹੀ ਹੈ। ਉਹ ਬੱਤਾ ਪੀ ਲਿਆ, ਉਹ ਬੱਤੇ ਨੇ ਸਿਰ ਘਮਾਤਾ, ਔਰ ਕੋਲੇ ਬੈਠੇ ਨੇ ਇੱਕ ਨੇ ਸਿਗਰਟ ਫੜਾਤੀ ਵੀ ਖਿੱਚ ਲੈ ਧੂੰਆਂ, ਉਹ ਵੀ ਖਿੱਚ ਕੇ ਧੂੰਆਂ ਉਵੇਂ ਹੀ ਕੱਢਤਾ, ਅੰਦਰ ਨਹੀਂ ਲੰਘਾਇਆ। ਫਿਰ ਉਹ ਬੰਦੇ ਨੇ ਬਹਿ ਕੇ ਮੈਨੂੰ ਟ੍ਰੇਨ ਕਰਿਆ ਵੀ ਹਾਂ ਵੀ ਐਂ ਇਹਨੂੰ ਅੰਦਰ ਲੰਘਾ, ਥੋੜ੍ਹਾ ਥੋੜ੍ਹਾ ਕਰਕੇ। ਫਿਰ ਖੰਘ ਛਿੜ ਗਈ, ਫਿਰ ਸਿਰ ਘੁੰਮਿਆ, ਫਿਰ ਲੱਗਿਆ ਵੀ ਯਾਰ ਇਹ ਤਾਂ ਸੁਰਗ 'ਚ ਹੀ ਆ ਗਏ ਆਪਾਂ, ਇਹ ਤਾਂ ਬਹੁਤ ਵਧੀਆ ਚੀਜ਼ ਆ। ਫਿਰ ਫਿਲਮਾਂ ਉਦੋਂ ਇਸ ਤਰੀਕੇ ਦੀਆਂ ਹੁੰਦੀਆਂ ਸੀਗੀਆਂ, ਫਿਲਮਾਂ 'ਚ ਵਿਲਨ ਧੂੰਆਂ ਛੱਡਦਾ ਹੁੰਦਾ ਸੀ, ਫਿਰ ਉਹ ਫੀਲਿੰਗਾਂ ਫਿਰ ਤੁਹਾਡੇ ਵੀ ਦਿਲ 'ਚ ਆਇਆ ਹੋਣਾ ਵੀ ਆਪਾਂ ਵੀ ਉਹ ਵਿਲਨ ਵਾਲੀ ਫੀਲਿੰਗ ਲੈ ਕੇ ਦੇਖੀਏ ਫਿਲਮ ਵਾਂਗੂ। ਫਿਲਮਾਂ ਨੇ, ਉਹ ਸਿਸਟਮ ਨੇ ਇੱਕ ਪਾਸੇ ਨੂੰ ਧੱਕਤਾ ਸਾਰਾ ਕੁਛ ਹੀ। ਤੇ ਉੱਥੋਂ ਜਾਣੀ ਕਿ ਇੱਕ ਮੈਂ ਜਿਹਨੇ ਕਦੇ ਨਸ਼ੇ ਨੂੰ ਹੱਥ ਹੀ ਨਹੀਂ ਸੀ ਲਾਇਆ, ਤੇ ਪਹਿਲੀ ਝੱਟੀ ਮੈਂ ਬੀਅਰ ਦੇ ਉੱਤੋਂ ਸਿਗਰਟ ਪੀਤੀ, ਇੱਕੋ ਹੀ ਵਾਰੀ ਉਹ ਸਿਸਟਮ ਹੋਇਆ। ਤੋਂ ਬਾਅਦ ਕਦੇ ਉਹ ਹੋਇਆ ਨਹੀਂ ਬੀਅਰ ਬੂਰ ਵਾਲਾ ਸਿਸਟਮ। ਪਰ ਉਹ ਤੋਂ ਬਾਅਦ ਇੱਕ ਜਿਵੇਂ ਇੱਕ ਰਾਹ ਤੁਰ ਪਿਆ, ਜਿਵੇਂ ਕਹਿੰਦੇ ਨੇ ਵੀ ਨਸ਼ਿਆਂ ਦਾ ਰਾਹ ਖੁੱਲ੍ਹ ਗਿਆ ਉੱਥੋਂ। ਪਹਿਲੀ ਸ਼ੁਰੂਆਤ ਜ਼ਿਆਦਾਤਰ ਤੁਸੀਂ ਦੇਖੋਗੇ ਸਿਗਰਟ ਜਾਂ ਦਾਰੂ ਤੋਂ ਹੀ ਹੁੰਦੀ ਹੈ। ਜਿਹੜੇ ਮਰਜ਼ੀ ਤੁਸੀਂ ਨਸ਼ੇੜੀ ਨੂੰ ਮਿਲ ਲਿਓ, ਸ਼ੁਰੂਆਤ ਇਸੇ ਚੀਜ਼ ਤੋਂ ਹੁੰਦੀ ਹੈ। ਤੇ ਬਸ ਉੱਥੋਂ ਸ਼ੁਰੂਆਤ ਹੁੰਦੀ, ਇਹੋ ਜਿਹੀ ਸ਼ੁਰੂਆਤ ਹੋਈ ਵੀ ਜਿਹਦਾ ਮੈਂ ਕਿਹਾ, ਜਿਵੇਂ ਕਹਿੰਦੇ ਨੇ ਪੱਥਰ ਚੱਟ ਕੇ ਮੱਛੀ ਮੁੜਦੀ ਹੈ, ਅਸੀਂ ਤਾਂ ਪੱਥਰ ਖਾ ਕੇ ਮੁੜੇ ਹਾਂ। ਬਾਈ ਜਗਜੀਤ ਵੀਰੇ, ਸ਼ੁਰੂਆਤ 2008 ਦੇ ਵਿੱਚ ਹੋਈ ਨਸ਼ੇ ਦੀ, ਉਸ ਤੋਂ ਬਾਅਦ ਕਿੰਨਾ ਸਮਾਂ ਇਸ ਚੀਜ਼ ਦੇ ਵਿੱਚ ਪੈਂਦੇ ਰਹੇ? ਕਿਉਂਕਿ ਨਾ ਮੈਨੂੰ ਤੁਸੀਂ ਵੈਸੇ ਘਰ ਆਉਂਦੇ ਸੀ, ਕਿਉਂਕਿ ਅਕਸਰ ਨਾ ਕੀ ਹੁੰਦਾ ਗਾ, ਜਿਹੜੇ ਨਸ਼ੇੜੀ ਹੁੰਦੇ ਨੇ ਨਾ, ਨਸ਼ੇੜੀ ਜਿਵੇਂ ਅਕਸਰ ਆਪਾਂ ਜਿਵੇਂ ਨੌਜਵਾਨ ਜਿਹੜੇ ਨਸ਼ੇੜੀ, ਮੈਂ ਆਪਾਂ ਤਾਂ ਨਸ਼ੇੜੀ ਹੀ ਕਹਾਂਗੇ ਜੀ ਉਸ ਚੀਜ਼ ਨੂੰ, ਜਿਹੜੇ ਨਸ਼ੇੜੀ ਹੁੰਦੇ ਨੇ ਘਰ ਤੋਂ ਬੜਾ ਗੁਰੇਜ਼ ਕਰਦੇ ਹੁੰਦੇ ਆ ਘਰੇ ਆਉਂਦੇ, ਕਿਉਂਕਿ ਘਰੇ ਹੁੰਦੀਆਂ ਨੇਗੀਆਂ ਮਾਵਾਂ ਹੁੰਦੀਆਂ ਨੇਗੀਆਂ, ਹੈ ਨਾ, ਮਾਂ ਬਾਪ ਹੁੰਦੇ ਨੇ, ਭਰਾ ਭਾਬੀਆਂ ਹੁੰਦੀਆਂ ਨੇਗੀਆਂ, ਵੀ ਯਾਰ ਕਿਤੇ ਉਹਨਾਂ ਨੂੰ ਪਤਾ ਨਾ ਲੱਗ ਜੇ ਯਾਰ ਵੀ ਮੈਂ ਇਹ ਚੀਜ਼ ਬਾਹਰ ਪਿਆ ਹੋਇਆਗਾ ਜਾਂ ਫਿਰ ਮੈਂ ਇਹ ਚੀਜ਼ ਦਾ ਨਸ਼ਾ ਕਰਦਾ ਹਾਂ। ਘਰੇ ਫਿਰ ਆਉਂਦੇ ਹੁੰਦੇ ਸੀਗੇ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ, ਮੇਰੇ ਬਾਪੂ ਨੇ ਮੈਨੂੰ ਪਿੰਡ 'ਚੋਂ ਪਹਿਲਾ ਕੰਪਿਊਟਰ ਲੈ ਕੇ ਦਿੱਤਾ ਸੀ। ਉਦੋਂ ਕਾਲਜ ਦੇ ਵਿੱਚੋਂ ਮੈਨੂੰ ਸਸਪੈਂਡ ਕਰਤਾ, ਮੈਂ ਘਰੇ ਦੱਸਿਆ ਨਹੀਂ, ਲੜਾਈ ਝਗੜਾ ਹੋ ਗਿਆ, ਨਿਕਲ ਗਏ ਕਾਲਜ 'ਚੋਂ, ਘਰੇ ਦੱਸਿਆ ਨਹੀਂ। ਹੁਣ ਘਰੋਂ ਮਾੜਾ ਮੋਟਾ ਖਰਚਾ ਟਿਊਸ਼ਨ ਦੀ ਫੀਸ ਦਾ ਬਹਾਨਾ ਲਾਤਾ ਵੀ ਟਿਊਸ਼ਨ ਦੀ ਫੀਸ ਲੈਣੀ ਹੈ ਜੀ, ਆਹ ਕਰਨਾ ਬਾਹ ਕਰਨਾ। ਮੇਰੇ ਬਾਪੂ ਨੇ ਬੜੀ ਰੀਝ ਨਾਲ ਮੈਨੂੰ ਕੰਪਿਊਟਰ ਲੈ ਕੇ ਦਿੱਤਾ ਸੀ, ਜਿਹਦਾ ਇੱਕ ਪੁਰਜਾ ਵੇਚਿਆ ਮੈਂ ਨਸ਼ੇ ਵਾਸਤੇ। ਹਾਰਡ ਡਿਸਕ ਕਿੰਨੀਆਂ ਰੀਝਾਂ ਨਾਲ ਜਿਹੜਾ ਕੰਪਿਊਟਰ ਲੈ ਕੇ ਤੇ ਪਿੰਡ ਦੇ ਵਿੱਚ, ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਵੀ ਪਹਿਲਾ ਕੰਪਿਊਟਰ ਸੀਗਾ ਜਿਹੜਾ ਤੁਹਾਡੇ ਕੋਲ ਆਇਆ ਸੀ ਤੇ ਉਹੀ ਤੁਸੀਂ ਸੇਲ ਕਰਤਾ ਨਸ਼ੇ ਵਾਸਤੇ। ਇੱਕ ਥੋੜਾ ਕਰਕੇ ਪਹਿਲਾਂ ਮੋਨੀਟਰ ਵੇਚਤਾ, ਫਿਰ ਹਾਰਡ ਡਿਸਕ ਵੇਚਤੀ, ਫਿਰ ਉਹ ਵਿਚਲਾ ਬੋਰਡ ਵੇਚਤਾ, ਉਹ CD ਰਾਈਟਰ ਵੇਚਤਾ, DVD ਰਾਈਟਰ ਵੇਚਤਾ, ਕੈਬਨਿਟ ਵੇਚਤੀ। ਐਂ ਥੋੜਾ ਕਰਕੇ ਰੋਜ਼ ਥੋੜਾ ਕਰਕੇ ਉਹ ਚੀਜ਼ਾਂ ਵਿਕਦੀਆਂ ਗਈਆਂ। ਫਿਰ ਹੌਲੀ ਹੌਲੀ ਘਰੇ ਦੱਸਤਾ ਵੀ ਨਿਕਲ ਗਏ ਕਾਲਜ ਤੋਂ। ਫਿਰ ਹੁਣ ਘਰੇ ਸਾਹਮਣਾ ਕਰਨਾ ਔਖਾ ਸੀ, ਕਿਉਂਕਿ ਵੱਡੇ ਭਰਾ ਨੇ ਪੜ੍ਹਾਈ ਛੱਡ ਕੇ ਮੈਨੂੰ ਤੋਰਿਆ ਸੀ। ਉੱਥੇ ਬੜੇ ਸੁਪਨੇ ਸੀ ਬਾਪੂ ਦੇ, ਬੇਬੇ ਦੇ, ਆਲੇ ਦੁਆਲੇ ਲੋਕਾਂ ਦੇ ਮਿਹਣੇ ਵੀ ਬੜੇ ਹੋਣੇ ਸੀ। ਮੈਂ ਡਰਦਾ ਮਾਰਾ ਮੈਂ ਘਰੋਂ ਭੱਜ ਹੀ ਗਿਆ। ਫਿਰ ਫਿਰ ਨਹੀਂ ਮੈਂ 2-2.5 ਸਾਲ ਘਰੇ ਮੁੜਿਆ। ਤੇ ਉਹ 2-2.5 ਸਾਲ ਫਿਰ ਮੇਰਾ ਨਾਮੀ ਬੰਦਿਆਂ ਨਾਲ ਲੰਘਿਆ, ਨੇੜੇ ਤੇੜੇ ਦੇ ਨਾਮੀ ਗੈਂਗਸਟਰ ਕਹਿ ਲਓ ਤੁਸੀਂ, ਜਾਂ ਨਾਮੀ ਗੁੰਡੇ ਕਹਿ ਲਓ, ਬਦਮਾਸ਼ ਕਹਿ ਲਓ, ਚਲੋ ਲੋਕਾਂ ਭਾਣੇ ਹੋਣਗੇ ਜੋ ਵੀ ਸਿਸਟਮ ਹੈ ਨਾ। ਯਾਰ ਦੋਸਤਾਂ ਦਾ ਪਿਆਰ ਵੀ ਹੁੰਦਾ, ਚੰਗੇ ਵੀ ਮਾੜੇ ਵੀ, ਹਰ ਇੱਕ 'ਚ ਹੀ ਗੁਣ ਹੁੰਦੇ ਆ ਨਾ। ਤੇ ਫਿਰ ਉਹਨਾਂ ਨਾਲ ਹੀ ਲੰਘਿਆ। ਤੇ ਉਹ ਸਮਾਂ ਫਿਰ ਮੈਂ 2-2.5 ਸਾਲ ਘਰੇ ਨਹੀਂ ਵੜਿਆ ਤੇ ਬਹੁਤ ਅੱਤ ਚੱਕ ਕੇ ਰੱਖੀ।
ਜਦੋਂ ਵੀਰੇ ਤੁਸੀਂ 2-2.5 ਸਾਲ ਘਰ ਤੋਂ ਦੂਰ ਰਹੇ ਹਨਾ, ਮਾਂ ਤੋਂ ਦੂਰ ਰਹੇ, ਜਦੋਂ ਮਾਂ ਹੁੰਦਾ ਨਾ, ਜਦੋਂ ਮਾਂ ਜੇ ਮਤਲਬ ਛੋਟੀ ਜਿਹੀ ਬੱਚੇ ਤੋਂ ਇੱਕ ਵਾਰ ਅੱਖਾਂ ਤੋਂ ਦੂਰ ਵੀ ਹੁੰਦੀ ਹੈ ਕਿ ਬੱਚਾ ਰੋਣ ਲੱਗ ਜਾਂਦਾ ਹੈਗਾ। 2.5 ਸਾਲ ਤੁਸੀਂ ਮਾਂ ਤੋਂ ਦੂਰ ਰਹੇ, ਤੁਹਾਡੇ ਦਿਲ ਦੇ ਵਿੱਚ ਖਿਆਲ ਨਹੀਂ ਆਇਆ ਯਾਰ ਵੀ ਮੈਂ ਉਹਦੀ ਮਾਂ ਨੂੰ ਤਾਂ ਮਿਲਿਆ ਵਾਂ, ਮੇਰੀ ਮਾਂ ਰੋਈ ਜਾਂਦੀ ਹੋਊਗੀ, ਮੇਰੀ ਯਾਦ ਦੇ ਵਿੱਚ ਮੈਨੂੰ ਯਾਦ ਕਰਕੇ ਕਿਤੇ ਵਿਚਾਰੀ ਐਂ ਨਾ ਸੋਚੀ ਜਾਂਦੀ ਹੋਵੇ ਮੈਂ ਕਿਹੜੇ ਹਾਲਾਤਾਂ ਦੇ ਵਿੱਚ ਪਿਆਂਗਾ, ਜਾਂ ਫਿਰ ਵੇਖੋ ਤੁਹਾਡੇ ਦਿਲ 'ਚ ਖਿਆਲ ਹੀ ਆਇਆ ਹੋਵੇ ਯਾਰ ਵੀ ਚੱਲ ਮਾਂ ਨਾਲ ਫੋਨ 'ਤੇ ਹੀ ਗੱਲ ਕਰ ਲਾਂ, ਇਹ ਚੀਜ਼ਾਂ ਨਹੀਂ ਖਿਆਲ ਆਇਆ? ਸਮੈਕ ਇਹ ਚੀਜ਼ਾਂ ਆਉਣ ਨਹੀਂ ਦਿੰਦੀ ਦਿਮਾਗ 'ਚ। ਸਮੈਕ ਜੇ ਤੁਸੀਂ ਅੱਜ ਪੀ ਲਓਗੇ, ਅੱਜ ਆਪਾਂ ਪੀ ਲਈ ਸਮੈਕ, ਜਿੱਦਾਂ ਦਾ 2 ਦਿਨਾਂ ਬਾਅਦ 3 ਦਿਨਾਂ ਬਾਅਦ ਨਸ਼ਾ ਉਤਰਨਾ ਉਹਦਾ। ਜਦੋਂ ਨਸ਼ਾ ਉਤਰੂਗਾ ਤੁਸੀਂ ਇੱਥੋਂ ਹੀ ਉੱਠੋਗੇ। ਜਿਹੜਾ ਕੁਛ ਉਸ ਦੇ ਦੌਰਾਨ ਹੋਇਆ ਤੁਹਾਨੂੰ ਕੁਛ ਯਾਦ ਨਹੀਂ। ਅਸੀਂ ਤਾਂ ਨਸ਼ਾ ਉਤਰਨ ਹੀ ਨਹੀਂ ਸੀ ਦਿੰਦੇ, ਰੈਗੂਲਰ ਹੀ ਚੱਲਦਾ ਰੈਗੂਲਰ ਹੀ ਚੱਲਦਾ ਸੀ। ਕੋਈ ਸੁਰਤ ਹੀ ਨਹੀਂ ਸੀ ਇਸ ਚੀਜ਼ ਦੀ ਵੀ ਕੌਣ ਕੀ ਕਿੱਥੇ, ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਸੀ। ਪੈਸੇ ਲੈ ਲਏ, ਲੱਤ ਤੋੜਤੀ, ਕੋਈ ਸਿਸਟਮ ਇਸ ਤਰੀਕੇ ਦੇ ਲੈ ਲੈਣੇ ਬਸ ਵੀ ਰਹੇ ਰੱਬ ਦਾ ਨਾਂ, ਗੰਦੇ ਤੋਂ ਗੰਦਾ ਕੰਮ ਕਰਿਆ। ਫਿਰ ਬਈ ਜਦੋਂ ਇਸੇ ਹਾਲਾਤਾਂ ਦੇ ਵਿੱਚ ਗੁਜ਼ਰਦੇ ਹੁੰਦੇ ਸੀ ਕਿ ਤੁਸੀਂ ਵੀ ਰੈਗੂਲਰ ਸਮੈਕ ਵਗੈਰਾ ਮਿਲਦੀ ਹੈ, ਤਾਂ ਫਿਰ ਅੱਜ ਕੱਲ੍ਹ ਤਾਂ ਜਿਵੇਂ ਨਾ ਬੜੀ ਮੁਸ਼ਕਿਲ ਨਾਲ ਮਿਲਦੀ ਹੋਣੀ ਆ ਫਿਰ ਉਹ ਤਾਂ, ਕਿਉਂਕਿ ਪੰਜਾਬ ਦੇ ਵਿੱਚ ਤਾਂ ਜਿਵੇਂ ਸਰਕਾਰਾਂ ਕਹਿੰਦੀਆਂ ਨੇਗੀਆਂ ਵੀ ਅਸੀਂ ਚਿੱਟਾ ਬੰਦ ਕਰਤਾ ਜਾਂ ਫਿਰ ਬੰਦ ਕਰ ਦਾਂਗੇ। ਕਿੰਨੇ ਕੁ ਇਹ ਜਿਵੇਂ ਅੱਜ ਕੱਲ੍ਹ ਜਿਵੇਂ ਸਰਕਾਰਾਂ ਦਾ, ਚਲੋ ਮੈਂ ਸਰਕਾਰਾਂ ਦੀ ਤਾਂ ਗੱਲੋਂ ਤੇ ਵੈਸੇ ਯਕੀਨ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦੇ ਕਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਵੈਸੇ ਹੀ ਕਹਿ ਦਿੰਦੇ ਨੇਗੇ। ਤੁਹਾਡੇ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ, ਤੁਸੀਂ ਇਹ ਚੀਜ਼ਾਂ ਦਾ ਸੇਵਨ ਕਰਦੇ ਰਹੇ ਹੋਗੇ, ਨਸ਼ਾ ਹੋ ਗਿਆ, ਸਮੈਕ ਹੋ ਗਈ, ਚਿੱਟਾ ਹੋ ਗਿਆ, ਕੀ ਆਸਾਨੀ ਨਾਲ ਮਿਲ ਜਾਂਦੇ ਆ ਇਹ? ਹਰਦੀਪ ਭਾਈ ਮੈਂ ਤੁਹਾਨੂੰ ਗੱਲ ਦੱਸਦਾ ਇੱਕ, ਜਿਹੜੀ ਅੱਜ ਕੱਲ੍ਹ ਦੀ ਮੰਡੀਰ ਪੀਂਦੀ ਹੈ ਇਹ ਚਿੱਟਾ ਨਹੀਂ ਹੈਗਾ। ਅੱਛਾ ਜੀ। ਇਹ ਤਾਂ ਕੈਮੀਕਲ ਨੇ। ਚਿੱਟਾ ਤਾਂ 2013-14 ਤੋਂ ਬਾਅਦ ਬੰਦ ਹੋ ਗਿਆ, 13 ਤੱਕ ਹੀ ਚਿੱਟਾ ਆਇਆ। ਉਸ ਤੋਂ ਬਾਅਦ ਇਹ ਤਾਂ ਦਿੱਲੀ ਦੀ ਪੈਦਾਵਾਰ ਹੈ। ਹੁਣ ਉਹੀ ਕਹੀ ਜਾਂਦੇ ਨੇ ਬਾਰਡਰਾਂ ਤੋਂ ਆ ਗਿਆ, ਬਾਰਡਰ ਤੋਂ ਚਿੱਟਾ ਆ ਗਿਆ, ਆਹ ਹੋ ਗਿਆ। ਬਾਰਡਰ ਤੋਂ ਚਿੱਟਾ ਨਹੀਂ ਆਉਂਦਾ, ਹੁਣ ਤਾਂ ਚਿੱਟਾ ਦਿੱਲੀੋਂ ਆਉਂਦਾ ਹੈ। ਅੱਛਾ। ਜਿਹੜਾ ਉਹ ਚਿੱਟਾ ਸੀ ਜਿਹੜਾ ਮੈਂ ਪੀਤਾ ਸੀ, ਲਵਲੀ ਯੂਨੀਵਰਸਿਟੀ 'ਚ ਪੀਤਾ ਸੀ ਜਲੰਧਰ। ਉਦੋਂ ਸਾਡਾ ਮਿੱਤਰ ਪ੍ਰਧਾਨ ਸੀਗਾ ਕਾਲਜ ਦਾ, ਉਦੋਂ ਹੁੰਦਾ ਸੀ ਵੀ ਪ੍ਰਧਾਨ ਬਣਾਉਣੇ, ਜੇ ਉਹ ਕਰਨਾ, ਬੜਾ ਕੁਛ ਹੁੰਦਾ ਸੀਗਾ। ਉੱਥੇ ਅਸੀਂ ਪਹਿਲੀ ਵਾਰੀ ਚਿੱਟਾ ਪੀਤਾ ਸੀ ਤੇ ਉਹ ਚਿੱਟਾ ਹੋਰ ਕਿਸਮ ਦਾ ਸੀ ਤੇ ਇਹ ਚਿੱਟਾ ਹੋਰ ਕਿਸਮ ਦਾ। ਹੁਣ ਤਾਂ ਉਹੀ ਕੈਮੀਕਲ ਹੀ ਪਿਆਈ ਜਾਂਦੇ ਆ ਲੋਕਾਂ ਨੂੰ। ਤੇ ਦੂਜੀ ਗੱਲ, ਸਮੈਕ 500 ਰੁਪਏ ਦੀ ਪੁੜੀ ਆਉਂਦੀ ਹੁੰਦੀ ਸੀ, ਇੱਕ ਪੁੜੀ। ਜਾਂ ਤੁਹਾਨੂੰ ਨੱਕ ਨਾ ਖਿੱਚ ਲੈਣਾ, ਜਾਂ ਪੰਨੀਆਂ, ਗੂਠੇ ਦੀ ਹੱਡੀ ਆ ਮੇਰੀ ਦਿਸਣ ਲੱਗ ਗਈ ਸੀ ਵਿੱਚੋਂ, ਕਿਉਂਕਿ ਗੂਠੇ ਮੱਚ ਜਾਂਦੇ ਆ ਜਦੋਂ ਸਮੈਕ ਤੁਰਦੀ ਐ ਆ ਕੇ ਗਰਮ ਗਰਮ ਇਹ 'ਤੇ ਲੱਗ ਗਈ। ਜਿਹੜੇ ਪੀਂਦੇ ਉਹਨਾਂ ਨੂੰ ਤਾਂ ਪਤਾ ਹੀ ਆ ਗੂਠੇ ਮੱਚ, ਵਿੱਚੋਂ ਹੱਡੀ ਦਿਸਣ ਲੱਗ ਜਾਂਦੀ ਸੀ ਗੂਠੇ ਦੇ। ਇੰਨਾ ਜ਼ਿਆਦਾ ਕੰਮ ਲਾ ਲਓ ਤੁਸੀਂ ਵੀ ਓਵਰ ਹੋ ਗਿਆ ਸੀ, ਸਰੀਰ ਦੇ ਵਿੱਚ ਜਾਨ ਨਹੀਂ ਸੀ। ਬਸ ਇੱਕ ਐਂ ਸੀ ਵੀ ਲੋਕ ਬਾਈ ਕਹਿੰਦੇ ਸੀ, ਬਾਈ ਕਹਿੰਦੇ ਵੀ ਡੱਕ ਕੇ ਜਦੋਂ ਪਤਾ ਹੀ ਨਹੀਂ ਲੱਗਣਾ ਵੀ ਮਾਰਨਾ ਕੀ ਆ, ਕਿਸੇ ਦੇ ਹੋਣਾ ਕੀ ਹੈ। 10 ਜਾਣੇ ਚਿੰਬੜ ਗਏ, ਆ ਕਰਤਾ ਬਾਹ ਕਰਤਾ, ਬਾਈ ਕਹਾਉਂਦੇ ਪਤਾ ਹੀ ਨਹੀਂ ਲੱਗਿਆ ਕਦੋਂ ਕਿੱਧਰ ਨੂੰ ਜਾ ਵੜੀ। ਚਲੋ ਬਾਈ, ਨਸ਼ੇ ਤੱਕ ਸੀਮਤ ਰਿਹਾ ਸਰੀਰ, ਨਸ਼ੇ ਤੱਕ ਰਿਹਾ ਸੀਮਤ, ਚਿੱਟਾ ਵੀ ਲਾਉਂਦੇ ਰਹੇ, ਸਮੈਕਾਂ ਵੀ ਕੀਤੀਆਂ ਹਨਾ। ਚਲੋ ਜ਼ਿੰਦਗੀ ਦੇ ਰੰਗ ਹੁੰਦੇ ਨੇਗੇ, ਮਾਣੇ ਤੁਸੀਂ ਨੇ। ਉਸ ਤੋਂ ਬਾਅਦ ਜਦੋਂ ਲੜਾਈ ਝਗੜਿਆਂ ਦੇ ਵਿੱਚ ਪੈ ਗਏ, ਲੜਾਈ ਝਗੜਿਆਂ ਦੇ ਵਿੱਚ ਤਾਂ ਫਿਰ ਮਨ ਨੂੰ ਡਰ ਤਾਂ ਰਹਿੰਦਾ ਹੋਊਗਾ ਯਾਰ ਵੀ ਜੇ ਮੈਂ ਕਿਸੇ ਦੇ ਅੱਜ ਮਾਰ ਰਿਹਾ ਹੈਗਾ, ਕਿਸੇ ਦੀ ਅੱਜ ਮੈਂ ਲੱਤ ਤੋੜ ਰਿਹਾ ਹੈਗਾ, ਕੱਲ੍ਹ ਨੂੰ ਕੋਈ ਮੇਰੀ ਵੀ ਤੋੜੂਗਾ। ਬਾਈ ਅਸਲ 'ਚ ਹਰਦੀਪ ਗੱਲ ਇਹ ਹੁੰਦੀ ਹੈ, ਆਪਣੇ 7ਵੀਂ 8ਵੀਂ ਕਲਾਸ 'ਚ ਕਿਸੇ ਨੇ ਥੱਪੜ ਮਾਰਿਆ ਹੋਵੇ, ਆਪਾਂ ਨੂੰ ਅੱਜ ਤੱਕ ਯਾਦ ਹੈ ਵੀ ਫਲਾਣੇ ਟਾਈਮ ਬੰਦੇ ਨੇ ਥੱਪੜ ਮਾਰਿਆ ਸੀ ਮੇਰੇ, ਤੇ ਜਿਹਦੀਆਂ ਅਸੀਂ ਲੱਤਾਂ ਤੋੜੀਆਂ ਨੇ ਅਗਲਾ ਕਿਵੇਂ ਭੁੱਲ ਜੂਗਾ ਬਾਈ? ਇਹ ਤਾਂ ਨਹੀਂ ਨਾ ਹੈਗਾ। ਤੁਸੀਂ ਸੁਧਰ ਗਏ, ਲੋਕ ਥੋੜ੍ਹੀ ਸੁਧਰੇ ਨੇ। ਜਿਹਦੀ ਤੁਸੀਂ ਲੱਤ ਤੋੜੀ ਅਗਲਾ ਥੋੜ੍ਹੀ ਛੱਡੂਗਾ। ਦੂਜੀ ਗੱਲ ਮੈਂ ਤੁਹਾਨੂੰ ਦੱਸਦਾ, ਮੰਡੀਰ ਚੜ੍ਹਦੀ ਕਿਵੇਂ ਆ ਧੱਕੇ। ਆਪਣੇ ਇੱਥੇ ਏਰੀਆ ਦਾ ਇੱਕ ਨਾਮੀ ਬਾਈ ਹੈ, ਮੁੰਡਾ, ਅੱਜ ਕੱਲ੍ਹ ਉਹ ਸੁਧਰ ਰਿਹਾ ਅਤੇ ਮੈਨੂੰ ਚੰਗਾ ਲੱਗਦਾ ਵੀ ਜਦੋਂ ਕੋਈ ਇਸ ਲਾਈਨ 'ਚੋਂ ਇਸ ਪਾਸੇ ਨੂੰ ਹੁੰਦਾ। ਨਾਮੀ ਬਾਈ ਹੈ, ਪੂਰਾ ਬਦਮਾਸ਼ ਹੈ ਬਾਈ। ਕੋਈ ਬੰਦਾ ਮੈਨੂੰ ਉਹਨਾਂ ਕੋਲ ਲੈ ਗਿਆ ਵੀ ਆ ਜਾਓ ਆਪਾਂ ਬਾਈ ਨੂੰ ਮਿਲ ਕੇ ਆਉਂਦੇ। ਉਦੋਂ ਬੜਾ ਚਾਅ ਹੁੰਦਾ ਵੀ ਯਾਰ ਬਾਈ ਨੂੰ ਮਿਲਣ ਜਾਣਾ, ਬਾਈ ਹੁੰਦੀ ਸੀ ਉਦੋਂ। ਮਿਲਣ ਭਾਗੇ ਬਾਈ ਨੂੰ, ਅਸੀਂ ਮਿਲਣ ਗਏ ਵੇ, ਉੱਥੇ ਬੈਠੇ। ਬਾਈ ਨੇ ਦੇਖਿਆ ਵੀ 5-4 ਮੁੰਡੇ ਨੇ ਵਧੀਆ ਨੇ, ਸਾਨੂੰ ਕਹਿੰਦਾ ਕੀ ਖਾਓ ਪੀਓਗੇ? ਉਹ ਨਾਲ ਦੇ ਮੁੰਡੇ ਨੇ ਸਿਆਰਾ ਜਾ ਮਾਰਿਆ ਵੀ ਲਿਆਓ ਸ਼ੀਸ਼ੀਆਂ। ਉਹਨਾਂ ਨੇ ਸਾਨੂੰ ਇੱਕ ਸ਼ੀਸ਼ੀ ਦੇਤੀ, ਇੱਕ ਪੱਤਾ ਕੈਰੀ ਸੋਮਾ ਦਾ ਦੇਤਾ। ਅਸੀਂ ਖਾ ਲੀਆਂ, ਚਾਹ ਪੀ ਲਈ, ਖਿੜ ਗਈ। ਬਾਈ ਨੇ ਕੱਢਿਆ ਫੋਨ ਲਾਇਆ, ਹਾਂ ਕਿੱਥੇ ਬੈਠਾ? ਅੱਛਾ ਆਪਣੇ ਜਗਜੀਤ ਬਾਈ ਹੁਣੀ ਆਏ ਹੋਏ ਨੇ, ਆਉਨੇ ਅਸੀਂ। ਐਡੀ ਜ਼ਰੂਰਤ ਇਹਦੀ? ਹੁਣ ਸਾਨੂੰ ਪਤਾ ਨਹੀਂ ਸੀ ਕਿਸੇ ਚੀਜ਼ ਦਾ, ਸੁਰਤ ਹੀ ਨਹੀਂ ਸੀ ਸਾਨੂੰ। ਐਵੇਂ ਹੁਣ ਬਾਈ ਨੇ ਕਿਹਾ ਕੰਮ ਤੇ ਕੰਮ ਕਰਨਾ ਪੈਣਾ, ਤੇ ਜਾਣ ਸਾਰ ਪੜਕ ਦੇਣੇ, ਲੱਤਾਂ ਤੋੜਤੀਆਂ ਜੀ ਲੱਤਾਂ। ਚਲੋ ਸਮਾਂ ਲੰਘ ਗਿਆ। ਸਮੇਂ ਤੋਂ ਬਾਅਦ ਜਦੋਂ ਅਸੀਂ ਉਹ ਬੰਦਾ ਦੇਖਿਆ, ਉਹਦੀ ਲੱਤ ਡਾਕਟਰ ਨੇ ਵੱਢਤੀ। ਉਹ ਲੱਤ ਕਿਸੇ ਇਸ ਤਰੀਕੇ ਨਾਲ ਟੁੱਟ ਗਈ ਸਾਤੋਂ ਵੀ ਉਹ ਲੱਤ ਉਹਦੀ ਡਾਕਟਰ ਨੇ ਵੱਢਤੀ ਇੱਥੋਂ, ਅਤੇ ਉਹਦੇ ਬੱਚੇ 2 ਕੁੜੀਆਂ। ਅਸੀਂ ਤਾਂ ਉਹ ਬੰਦੇ ਨੂੰ ਜਾਣਦੇ ਨਹੀਂ ਸੀ। ਬਾਈ ਨੇ ਆਪਦਾ ਕੰਮ ਕਢਾਇਆ। ਨਵੀਂ ਮੰਡੀਰ ਜਦੋਂ ਕਿਸੇ ਦੇ ਬਦਮਾਸ਼ ਨੂੰ ਮਿਲਣ ਜਾਂਦੀ ਆ, ਫਿਰ ਉਹ ਇੱਕ ਤਰੀਕੇ ਨਾਲ ਉਹਨਾਂ ਤੋਂ ਕੰਮ ਕਰਾ ਲੈਂਦੇ ਨੇ। ਅਤੇ ਫਿਰ ਜਦੋਂ ਇਸ ਤਰੀਕੇ ਦੇ ਕੰਮਾਂ 'ਚ ਬੰਦਾ ਪੈ ਜਾਂਦਾ, ਫਿਰ ਉਹ ਤੋਂ ਬਾਅਦ ਪਿੱਛੇ ਮੁੜਨਾ ਤਾਂ ਚਾਹੁੰਦਾ, ਪਰ ਹਾਲਾਤ ਨਹੀਂ ਮੁੜਨ ਦਿੰਦੇ।
ਬਾਈ ਫਿਰ ਜਿਵੇਂ ਤੁਸੀਂ 8 ਤੋਂ ਲੈ ਕੇ 14 ਤੱਕ ਪੂਰਾ ਨਸ਼ਾ ਕੀਤਾ ਹੈਗਾ, ਮੈਂ ਕਹਿਣਾ ਕੋਈ ਛੱਡਿਆ ਹੀ ਨਹੀਂ ਕਿਸੇ ਕਿਸਮ ਦਾ ਨਸ਼ਾ ਹੋਵੇ ਜਿਹੜਾ ਨਾ ਕਰਿਆ ਹੋਵੇ ਜੀ। ਸ਼ੀਸ਼ੀ, ਪਹਿਲਾਂ ਸਿਗਰਟ ਹੋ ਗਈ, ਸੁਲਫਾ ਹੋ ਗਿਆ, ਸ਼ੀਸ਼ੀ ਹੋ ਗਈ, ਕੈਰੀਸੋਮਾ ਦੀਆਂ ਗੋਲੀਆਂ ਹੋ ਗਈਆਂ, ਪਾਰਬਨ ਸਪਾਸ ਹੋ ਗਏ, ਲੋਮੋਟੈਲ ਹੋ ਗਏ, ਤੇ ਇੱਕ ਉਦੋਂ 69 ਆਏ ਸੀ ਕੈਪਸੂਲ ਆਏ ਸੀਗੇ, ਉਹ ਨਾਲ ਸਮੈਕ ਹੋ ਗਈ, ਚਿੱਟਾ ਹੋ ਗਿਆ, ਯਾਨੀ ਕਿ 9-10 ਨਸ਼ੇ ਹੋ ਗਏ। ਇਹ ਚਿੱਟੇ ਨੂੰ ਪੰਨੀ ਤੇ ਪੀਂਦੇ ਸੀ, ਫਿਰ ਟੀਕੇ ਵੀ ਲਾਏ ਚਿੱਟੇ ਦੇ, ਸਾਰਾ ਕੁਝ ਹੀ ਚੱਲਦਾ ਰਿਹਾ। ਅੱਜ ਕੱਲ੍ਹ ਤਾਂ ਨਾ ਇੱਕ ਬੜੀਆਂ ਗੱਲਾਂ ਵਾਇਰਲ ਹੁੰਦੀਆਂ ਨੇਗੀਆਂ ਅਖਬਾਰਾਂ ਦੇ ਉੱਤੇ, ਮੈਂ ਕਹਿੰਦਾ ਜੇ ਆਪਾਂ ਅਖਬਾਰ ਡੇਲੀ ਦਾ ਪੜ੍ਹਨ ਲੱਗ ਜਿੰਨਾ ਤਾਂ 1-2 ਖਬਰਾਂ ਇੱਦਾਂ ਦੀਆਂ ਪੱਕੀਆਂ ਹੁੰਦੀਆਂ ਨੇ ਕਿ ਬੰਦਾ ਵੀ ਇੱਕ ਨੌਜਵਾਨ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਤੇ ਜਿਹੜੀ ਸਰਿੰਜ ਹੈਗੀ ਉਹ ਲੱਗੀ ਲਗਾਈ ਰਹਿ ਗਈ, ਉਹ ਬਾਹਰ ਵੀ ਨਹੀਂ ਕੱਢ ਸਕਿਆ, ਉੱਥੇ ਹੀ ਪੂਰਾ ਹੋ ਗਿਆ। ਇਹ ਬੜੀ ਵਧੀਆ ਗੱਲ ਹੈ ਬਾਈ ਹਰਦੀਪ ਤੁਹਾਡੀ, ਮੈਂ ਇਹਦਾ ਵੀ ਤੁਹਾਨੂੰ ਰਾਜ ਦੱਸਦਾ। ਜਿੰਨੇ ਬੰਦੇ ਮਰੇ ਹੋਣਗੇ ਤੁਹਾਨੂੰ ਮਿਲੇ ਹੋਣਗੇ, ਕਿਸੇ ਦੀ ਸਰਿੰਜ ਨਿਕਲੀ ਨਹੀਂ ਹੋਊ, ਸਰਿੰਜ ਹਰ ਇੱਕ ਦੀ ਵਿੱਚ ਹੋਊ, ਜਿਹਦੀ ਸਰਿੰਜ ਨਿਕਲ ਗਈ ਉਹ ਮਰਦਾ ਨਹੀਂ। ਇਹ ਵੀ ਇਫੈਕਟ ਹੈ। ਇਹਦਾ ਬਾਈ ਕੀ ਰੀਜ਼ਨ ਹੈ? ਇਹਦਾ ਰੀਜ਼ਨ ਇਹ ਆ ਵੀ ਜਦੋਂ ਜਨਤਾ ਲਾਉਂਦੀ ਹੈ ਨਾ ਸਾਡੀ ਟੀਕਾ ਲਾ ਕੇ ਉਹ ਫਿਰ ਦੁਬਾਰੇ ਬਲੱਡ ਖਿੱਚਦੀ ਆ, ਫਿਰ ਵਿੱਚ ਮਾਰਦੀ ਆ, ਖਿੱਚਦੀ ਆ, ਬਾਰ-ਬਾਰ ਐਂ ਕਰੀ ਜਾਂਦੇ ਨੇ। ਤੁਸੀਂ ਦੇਖਣ ਜੋ ਡਾਕਟਰ ਟੀਕਾ ਲਾਉਣ ਲੱਗਿਆ ਥੋੜ੍ਹਾ ਜਿਹਾ ਖੂਨ ਖਿੱਚਦਾ, ਫਿਰ ਟੀਕਾ ਲਾ ਦਿੰਦਾ, ਸੂਈ ਕੱਢ ਲੈਂਦਾ, ਪਰ ਆਪਣੇ ਵਾਲੇ ਹਟਦੇ ਨਹੀਂ। ਆਪਣੇ ਵਾਲੇ ਫਿਰ ਵਿੱਚੋਂ ਬਲੱਡ ਟੀਕਾ ਲਾ ਕੇ ਫਿਰ ਉਵੇਂ ਵਿੱਚ ਹੀ ਰੱਖ ਕੇ ਉਹ ਬਾਰ-ਬਾਰ ਕਰਦੇ ਨੇ, ਜਿਹਦੇ ਕਰਕੇ ਉਹ ਅਟੈਕ ਹੋ ਜਾਂਦਾ, ਹਾਰਟ ਅਟੈਕ ਹੋ ਜਾਂਦਾ, ਤੇ ਮੌਕੇ 'ਤੇ ਬੰਦੇ ਦੀ ਡੈਥ ਹੋ ਜਾਂਦੀ ਹੈ। ਕਿਉਂਕਿ ਇਹ ਜਿਹੜਾ ਸਿੰਥੈਟਿਕ ਹੈ ਡਰੱਗ ਹੈ ਜਿਹੜੀ, ਹੁਣ ਇਹ ਚਿੱਟਾ ਤਾਂ ਹੈ ਨਹੀਂਗਾ, ਨਾ ਚਿੱਟੇ ਦਾ ਟੀਕਾ ਲੱਗਦਾ। ਬਈ ਫਿਰ ਇੰਨੇ ਸਾਲਾਂ ਦੇ ਵਿੱਚ ਜਿਵੇਂ 8 ਤੋਂ ਲੈ ਕੇ 14 ਤੱਕ ਇੰਨੇ ਸਾਲਾਂ ਦੇ ਵਿੱਚ ਕਿੰਨੇ ਕੁ ਪੈਸਿਆਂ ਦਾ ਚਿੱਟਾ ਪੀਤਾ ਤੁਸੀਂ ਨੇ? ਤੁਸੀਂ ਹਿਸਾਬ ਲਾ ਲਓ ਬਾਈ ਵੀ ਬਾਹਲਾ ਨਹੀਂ ਤਾਂ 25-30 ਲੱਖ ਦੇ ਨੇੜੇ ਤੇਰੇ ਤਾਂ ਲੱਗ ਗਿਆ ਹੋਊਗਾ ਕੰਮ, ਵੱਧ ਗਿਆ ਹੋਊਗਾ, ਘਟਿਆ ਨਹੀਂ ਹੋਣਾ ਇਹ ਤੋਂ। ਬਈ ਜਦੋਂ 30 ਲੱਖ ਰੁਪਇਆ 3-4 ਹਜ਼ਾਰ ਦਾ ਤੁਸੀਂ ਲਾ ਲਓ ਡੇਲੀ ਦਾ 3-4 ਹਜ਼ਾਰ ਰੁਪਏ, ਉਦੋਂ ਬਾਈ ਫਿਰ ਉਹ ਪੈਸੇ ਕਿੱਥੋਂ ਆਉਂਦੇ ਸੀ? ਉਦੋਂ ਬਸ ਐਂ ਜਿਵੇਂ ਮੰਨ ਲਓ ਕੋਈ ਮਿੱਤਰ ਯਾਰ ਕੋਈ ਮੁਰਗੀ ਪੱਟ ਲੈਣੀ, ਜਿਵੇਂ ਕੋਈ ਨਵੇਂ ਇੱਕ ਤਕੜੇ ਘਰ ਦਾ ਮੁੰਡਾ ਆ ਗਿਆ, ਉਹਦੇ ਮੋਢੇ 'ਤੇ ਥਾਪੀ ਦੇ ਦੇਣੀ ਵੀ ਬਾਈ ਹੁਣੀ ਬੈਠੇ ਨੇ ਹੈਗੇ ਆ, ਸਾਂਭ ਲਾਂਗੇ, ਚੱਕ ਦਿਆਂਗੇ ਪੱਟੇ। ਹਾਂ, ਉਹਨਾਂ ਨੂੰ ਬਾਈ ਨਾਲ ਰਹਿਣ ਦਾ ਚਾਅ ਹੁੰਦਾ ਵੀ ਲਿਆ 4,000-5,000 ਘਰੋਂ, ਉਹ ਫਿਰ ਐਂ ਸਿਸਟਮ ਸਾਰਾ ਚੱਲੀ ਜਾਂਦਾ ਹੁੰਦਾ। ਕਦੇ ਆਪ ਬਾਪੂ ਤੋਂ ਲੜ ਕੇ ਲੈ ਲਏ, ਜਾਂ ਕਦੇ ਘਰੇ ਰਲ ਕੇ ਧਮਕੀਆਂ ਦੇਤੀਆਂ ਵੀ ਮੈਂ ਅੱਗ ਲਾ ਦੂੰ, ਆਹ ਕਰ ਦਾਂਗੇ, ਬਾਹ ਕਰ, ਬੜਾ ਕੁਝ ਹੁੰਦਾ ਬਈ, ਸਾਰਾ ਕੁਝ ਇਸ ਜੀਵਨ ਦੇ ਵਿੱਚ ਚੱਲਦਾ, ਤੁਹਾਨੂੰ ਪਤਾ ਹੀ ਆ। ਤੇ ਫਿਰ ਐਂ ਚੱਲੀ ਜਾਂਦਾ ਸਿਸਟਮ ਸਾਰਾ ਕੁਝ। ਸਾਡੇ ਨਾਲ ਜਗਜੀਤ ਜੀ ਦੇ ਮਾਤਾ ਜੀ ਵੀ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਪੁੱਛਾਂਗੇ ਕਿ ਜਦੋਂ ਜਗਜੀਤ ਇਸ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਸੀ, ਇਸ ਹਾਲਾਤ ਦੇ ਵਿੱਚੋਂ ਬਤੀਤ ਕਰ ਰਿਹਾ ਸੀ ਜ਼ਿੰਦਗੀ, ਉਦੋਂ ਉਹਨਾਂ ਦੇ ਦਿਲ ਤੇ ਕੀ ਬੀਤਦੀ ਸੀ। ਸਾਡੇ ਨਾਲ ਜਗਜੀਤ ਸਿੰਘ ਜੀ ਦੇ ਮਾਤਾ ਜੀ ਵੀ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਜੀ ਮਾਤਾ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਹੋ ਠੀਕ ਹੋ ਜੀ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਫਿਰ ਇੱਕ ਜਿਵੇਂ ਜਗਜੀਤ ਸਿੰਘ ਜੀ ਨੇ ਦੱਸਿਆ ਕਿ ਇੱਕ ਸਮਾਂ ਹੁੰਦਾ ਸੀਗਾ ਵੀ ਇੰਨੇ ਕੁ ਨਸ਼ਿਆਂ ਦੇ ਦਲਦਲ ਦੇ ਵਿੱਚ ਖੁੱਭ ਗਏ, ਇੰਨੇ ਕੁ ਨਸ਼ੇ ਦੇ ਵਿੱਚ ਡੁੱਬ ਗਏ ਕਿ 2.5 ਸਾਲ ਘਰੇ ਨਾ ਆਉਣਾ, ਘਰੇ ਵਿੱਚ ਜਦੋਂ ਵੀ ਆਉਣਾ ਤਾਂ ਕੋਈ ਸਮਾਨ ਚੱਕ ਕੇ ਵੇਚ ਦੇਣਾ। ਕੰਪਿਊਟਰ ਹਾਲਾਂਕਿ ਬੜੇ ਚਾਅ ਨਾਲ ਬਾਈ ਨੂੰ ਲੈ ਕੇ ਦਿੱਤਾ ਸੀ, ਕੰਪਿਊਟਰ ਦਾ ਵੀ ਇੱਕ ਪਾਰਟ ਕਰਕੇ ਵੇਚ ਦੇਣਾ। ਉਦੋਂ ਫਿਰ ਇੱਕ ਮਾਂ ਦੇ ਦਿਲ ਤੇ ਕੀ ਬਤੀਤ ਕਰਦੀ ਹੁੰਦੀ ਸੀ? ਮਾਂ ਦੇ ਦਿਲ ਤੇ ਤਾਂ ਕੀ ਬੀਤਣੀ, ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਮਾਂ ਦਾ ਦਰਦ ਕਿੰਨਾ ਭੈੜਾ ਹੁੰਦਾ। ਫਿਰ ਮੈਂ ਤਾਂ ਖੜੀ ਡਿੱਗਣ ਹੀ ਲੱਗੀ ਸੀ, ਤੁਰਿਆ ਨਹੀਂ ਸੀ ਜਾਂਦਾ ਮੈਥੋਂ ਤਾਂ, ਫਿਰ ਉਦੋਂ ਸੁਣਿਆ ਨਹੀਂ ਸੀ ਜਾਂਦਾ, ਜਦੋਂ ਕੋਈ ਬੋਲਦਾ ਹੁੰਦਾ ਸੀ ਅੰਨੀ ਹੋ ਜਾਂਦੀ ਸੀ ਅੱਖਾਂ ਤੋਂ। ਫਿਰ ਮੈਂ ਤਾਂ ਹੁਣ ਤੱਕ ਵੀ ਐਵੇਂ ਲੱਗੀ ਜਾਂਦਾ ਮੈਨੂੰ ਵੀ ਹੁਣ ਵੀ ਨਾ ਮੈਥੋਂ ਖੋ ਜੇ, ਹੁਣ ਵੀ ਨਾ ਮੈਥੋਂ ਖੋ ਜੇ, ਹੁਣ ਵੀ ਮੈਂ ਇਹਨੂੰ ਐਵੇਂ ਦੇਖਦੀ ਰਹਿੰਦੀ ਆਥਣ ਤੜਕੇ। ਹੁਣ ਤਾਂ ਵੈਸੇ ਠੀਕ ਆ, ਪਰ ਫਿਰ ਵੀ ਮੈਂ ਇਹਨੂੰ ਦੇਖੇ ਬਿਨਾਂ ਨਹੀਂ ਸੌਂ ਸਕਦੀ, ਨਾ ਇਹਨੂੰ ਮੈਂ ਦਿਨੇ 10-10 ਫੋਨ ਕਰਕੇ ਹੁਣ ਵੀ ਮੈਂ ਹੀ ਪੁੱਛਦੀ ਰਹਿੰਦੀ ਹਾਂ ਕਿੱਥੇ ਆ, ਕੀ ਕਰਦਾ, ਰੋਟੀ ਖਾ ਲਈ, ਆ ਜਾ, ਬਸ ਹੁਣ ਵੀ ਮੈਂ ਐਵੇਂ ਕਰਦੀ ਰਹਿੰਦੀ। ਮੇਰੇ ਢਿੱਡ 'ਚੋਂ ਚੋਰ ਹਜੇ ਵੀ ਨਹੀਂ ਜਾਂਦਾ ਹੈਗਾ ਵੀ ਕਿਤੇ ਮੈਥੋਂ ਖੋ ਨਾ ਜਾਵੇ। ਮਾਂ, ਫਿਰ ਜਦੋਂ ਉਹ ਸਮਾਂ ਸੀਗਾ ਹਨਾ, ਜੋ 2.5 ਸਾਲ ਘਰੇ ਨਹੀਂ ਸੀ ਆਇਆ ਪੁੱਤ, ਤੁਸੀਂ ਫੋਨ ਤਾਂ ਕਰੇ ਹੋਣਗੇ, ਤੁਹਾਡਾ ਫੋਨ ਚੱਕਦੇ ਹੁੰਦੇ ਸੀ? ਫੋਨ ਹੀ ਨਹੀਂ ਸੀ ਇਹਦੇ ਕੋਲੇ ਹੁੰਦਾ, ਕਦੇ ਕਿਸੇ ਦੇ ਫੋਨ ਤੋਂ ਫੋਨ ਕਰ ਲੈਂਦਾ ਜੇ ਮੈਨੂੰ ਕਿਤੇ ਕਰਦਾ, ਜਾਂ ਮੈਂ ਕਿਤੇ ਮਾਹੀ ਪਾਲੀ ਗੱਲ ਹੁੰਦੀ ਬਸ। ਫਿਰ ਤਾਂ ਮੈਂ ਦਵਾਈ ਖਾਣ ਲਾਤੀ ਸੀ, ਇਹਨਾਂ ਨੇ ਗੋਲੀ ਖਾ ਕੇ ਬਸ ਪਈ ਰਹਿੰਦੀ ਨਸ਼ੇ 'ਚ, ਪਤਾ ਨਹੀਂ ਸੀ ਲੱਗਦਾ ਵੀ ਕਿੱਥੇ ਆ, ਕੀ ਕਰਨਾ ਕੀ ਨਾ। ਮਨ ਦੇ ਵਿੱਚ ਡਰ ਤਾਂ ਹੁੰਦਾ ਹੋਊਗਾ, ਕਿਉਂਕਿ ਅਕਸਰ ਨਾ ਆਪਾਂ ਚਲੋ ਖਬਰਾਂ ਸੁਣਦੇ ਹੁੰਦੇ ਆਂਗੇ ਯਾਰ ਵੀ ਇੱਕ ਨਸ਼ੇੜੀ ਨੇ ਨਸ਼ਾ ਕਰਦਾ ਸੀਗਾ, ਪਤਾ ਨਹੀਂ ਕਿੱਥੇ ਪੂਰਾ ਹੋ ਗਿਆ, ਜਾਂ ਫਿਰ ਕਿਹੜੀ ਰੋਡ ਦੇ ਉੱਤੋਂ ਮਿਲਿਆਗਾ, ਜਾਂ ਕਿਹੜੇ ਖੱਲ ਖੁੰਡੇ ਦੇ ਵਿੱਚੋਂ ਮਿਲਿਆਗਾ। ਤੁਹਾਨੂੰ ਤਾਂ ਤੁਹਾਡੇ ਮਨ ਦੇ ਵਿੱਚ ਵੀ ਡਰ ਰਹਿੰਦਾ ਹੋਊ ਕਿਤੇ ਮੇਰੇ ਪੁੱਤ ਦੀ ਨਾ ਕੋਈ ਇਦਾਂ ਦੀ ਖਬਰ ਆ ਜੇ, ਮੇਰਾ ਪੁੱਤ ਮੇਰੀ ਅੱਖਾਂ ਤੋਂ ਦੂਰ ਨਾ ਹੋ ਜੇ। ਜਦੋਂ ਫੋਨ ਤੇ ਘਰ ਵਾਲੇ ਤੇ ਵੀ ਰਿੰਗ ਵੱਜਦੀ, ਜਾਂ ਕਿਸੇ ਫੋਨ ਤੇ ਵੀ ਵੇਲੇ ਰਿੰਗ ਵੱਜਦੀ, ਫਿਰ ਮੈਨੂੰ ਆਈ ਹੁੰਦਾ ਸੀ ਵੀ ਬਸ ਉਸੇ ਦਾ ਹੀ ਫੋਨ ਆ ਗਿਆ, ਵੀ ਹੁਣ ਵੀ ਐਂ ਕਹਿ ਦੂਗਾ ਕੋਈ ਵੀ ਜਾਗੀ ਤਾਂ ਹੈ ਨਹੀਂ, ਹੁਣ ਵੀ ਕੋਈ ਐਂ ਕਹਿ ਦੂਗਾ ਵੀ ਜਾਗੀ ਤਾਂ ਹੈ ਨਹੀਂ, ਬਸ ਇਹੀ ਚੋਰ ਢਿੱਡ 'ਚ ਚੱਤੋ ਪਹਿਰ ਹੀ ਰਹਿੰਦਾ ਸੀ। ਉਦੋਂ ਤਾਂ ਇਹਨੇ ਮੇਰੀ ਵੀ ਜੂਨ ਖਰਾਬ ਕਰਤੀ ਸੀ, ਆਪਦੀ ਵੀ ਕਰ ਲਈ। ਪਾਪਾ ਤਾਂ ਇਹਦੇ ਗੋਲੀ ਖਾਣ ਲੱਗ ਗਏ, ਉਹਨਾਂ ਦੀ ਤਾਂ ਮੁੜ ਕੇ ਗੋਲੀ ਸੁੱਟੀ ਹੋਈ ਨਹੀਂ, ਉਹ ਤਾਂ ਹੁਣ ਤੱਕ ਵੀ ਉਹੀ ਗੋਲੀ ਖਾਂਦੇ ਨੇ, 7-8 ਸਾਲ ਹੋ ਗਏ।
ਫਿਰ ਘਰਾਂ ਦੇ ਵਿੱਚ ਤਾਂ ਨਹੀਂ ਅਕਸਰ ਜਦੋਂ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਆ ਕਿ ਇੱਕ ਨੌਜਵਾਨ ਪੁੱਤ ਇਹਨੇ ਲਾਡਾਂ ਪਿਆਰਾਂ ਨਾਲ ਪਾਲਿਆ ਹੋਵੇ, ਇੰਨੀਆਂ ਰੀਝਾਂ ਨਾਲ ਲਿਆ ਹੋਵੇ ਮਾਲਕ ਤੋਂ, ਉਹਦੇ ਫਿਰ ਜਦੋਂ ਅਜਿਹੀਆਂ ਖਬਰਾਂ ਆਉਣ ਲੱਗ ਜਾਣ ਵੀ ਤੁਹਾਡਾ ਪੁੱਤ ਤਾਂ ਨਸ਼ਿਆਂ 'ਚ ਪੈ ਗਿਆ, ਘਰੇ ਨਹੀਂ ਆਉਂਦਾ ਹੈਗਾ, ਜਾਂ ਫਿਰ ਸਮਾਨ ਵੇਚ ਕੇ ਜਿਵੇਂ ਦੱਸਿਆ ਬਾਈ ਜੀ ਨੇ ਵੀ 30-40 ਲੱਖ ਰੁਪਇਆ ਖਰਾਬ ਵੀ ਕਰਤਾ, ਫਿਰ ਉਦੋਂ ਜਦੋਂ ਇਹ ਹਾਲਾਤ ਜਦੋਂ ਲੋਕਾਂ ਦੇ ਮੂੰਹ ਸੁਣਦੇ, ਕਿਉਂਕਿ ਕਈ ਲੋਕ ਹੁੰਦੇ ਆ ਸ਼ਰੀਕ ਹੁੰਦੇ ਆ, ਤਾਨੇ ਵੀ ਮਾਰਦੇ ਹੁੰਦੇ ਨੇਗੇ ਇਹ ਚੀਜ਼ਾਂ 'ਤੇ ਵੀ ਯਾਰ ਵੀ ਇਹ ਕਿਹੋ ਜਿਹਾ ਪੁੱਤ ਕਰਿਆਗਾ ਸਾਡਾ, ਤੁਸੀਂ ਨਾਮ ਖਰਾਬ ਕਰਤਾ, ਪਿੰਡ 'ਚ ਬਦਨਾਮੀ ਕਰਾਤੀ, ਇਹ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹੋਣਗੀਆਂ ਜੀ। ਵੈਸੇ ਸਾਡਾ ਤਾਂ ਪਰਿਵਾਰ ਦਾ ਇਕੱਠ ਸੋਥਾ ਥੋੜਾ ਜਿਹਾ ਵੱਧ ਵੱਡਾ, ਉਹਦੇ ਕਰਕੇ ਹਰੇਕ ਬੰਦਾ ਸਾਤੋਂ ਝਿਪਦਾ ਹੀ ਸੀਗਾ, ਛੇਤੀ ਤਾਂ ਨਹੀਂ ਸੀ ਕੋਈ ਐਂ ਬੋਲਦਾ ਜਾਣੀ, ਹਰੇਕ ਬੰਦੇ ਨੂੰ ਪਤਾ ਸੀ ਪਰਿਵਾਰ ਦਾ ਸੋਥਾ ਕਰਕੇ ਵੀ ਅਗਲਾ ਵੀ ਮੂਹਰੋਂ ਜਵਾਬ ਦੇਣਗੇ, ਪਰ ਪਿੰਡ 'ਚੋਂ ਨਹੀਂ ਸੀ ਕਿਤੇ ਲਾਂਬਾ ਲਿਆ ਕੇ ਦਿੱਤਾ ਸਾਨੂੰ, ਲਾਂਬਾ ਸਾਨੂੰ ਬਾਹਰੋਂ ਵੀ ਨਹੀਂ ਸੀ ਕਦੇ ਇਹਦਾ ਆਇਆ ਹੈਗਾ, ਬਾਹਰ ਚਾਹੇ ਕੁਛ ਮਰਜ਼ੀ ਕਰੀ ਜਾਂਦਾ, ਪਰ ਸਾਨੂੰ ਨਹੀਂ ਸੀ ਕਦੇ ਕਿਸੇ ਨੇ ਆ ਕੇ ਲਾਂਬਾ ਦਿੱਤਾ ਹੈਗਾ ਵੀ ਜੀਤ ਨੇ ਆਹ ਕਰਤਾ ਜਾਂ ਉਹਦੇ ਨਾਲ ਵਗ ਗਿਆ, ਉਹਦੇ ਨਾਲ ਵਗ ਗਿਆ, ਪਰ ਲਾਂਬਾ ਨਹੀਂ ਸੀ, ਇਹਨੇ ਸਾਨੂੰ ਹੁਣ ਤੱਕ ਵੀ ਨਹੀਂ ਕਦੇ ਲਿਆ ਕੇ ਦਿੱਤਾ, ਚਾਹੇ ਬਾਹਰ ਇਹਨੇ ਆਪਦਾ ਕੁਛ ਮਰਜ਼ੀ ਕੀਤਾ। ਮਾਤਾ ਜੀ ਫਿਰ ਜਿਵੇਂ ਕਿ ਬਾਈ ਦੇ ਦੱਸਣ ਦੇ ਮੁਤਾਬਿਕ ਭਾਈ ਗੁਰਦਾਸ ਕਾਲਜ ਦੇ ਵਿੱਚ ਪਹਿਲਾ ਬਾਈ ਸੀਗਾ ਇਹ ਦੇਸ਼ ਭਗਤ ਕਾਲਜ ਦੇ ਵਿੱਚ ਭਾਈ ਗੁਰਦਾਸ ਕਾਲਜ ਵਿੱਚ ਪਹਿਲਾਂ ਇਹ ਬਾਈ ਨੌਜਵਾਨ ਸੀ ਪਿੰਡ ਦਾ ਜਿਹੜਾ ਕਿ ਉੱਥੇ ਪੜ੍ਹਨ ਲੱਗਿਆ ਸੀਗਾ। ਕਿੰਨੀ ਕੁ ਖੁਸ਼ੀ ਹੋਈ ਸੀ ਮਨ ਨੂੰ ਵੀ ਸਾਡੇ ਪਿੰਡ ਦੇ ਵਿੱਚੋਂ ਪਹਿਲਾ ਉਹ ਵੀ ਮੇਰਾ ਮੁੰਡਾ ਵੀ ਭਾਈ ਗੁਰਦਾਸ ਕਾਲਜ ਦੇ ਵਿੱਚ ਵੱਡੇ ਕਾਲਜ ਦੇ ਵਿੱਚ ਪੜ੍ਹਨ ਲੱਗਿਆ, ਕਿੰਨੀ ਕੁ ਮਨ ਨੂੰ ਖੁਸ਼ੀ ਹੋਈ ਸੀ? ਖੁਸ਼ੀ ਤਾਂ ਪਹਿਲਾਂ ਸ਼ੁਰੂ ਤੋਂ ਹੀ ਇਹਨੂੰ ਦੇਖ ਕੇ ਖੁਸ਼ੀ ਹੁੰਦੀ ਸੀ, ਜਦੋਂ ਇਹ ਪੜ੍ਹਦਾ ਹੁੰਦਾ ਸੀ, ਸ਼ੁਰੂ ਤੋਂ ਹੀ ਇਹ ਪੜ੍ਹਦਾ ਸੀਗਾ, ਇਹਨੇ 1 ਵਜੇ ਤੋਂ ਤਾਂ ਬਾਅਦ ਹੀ ਸੌਣਾ ਹੁੰਦਾ ਸੀ, ਪਹਿਲਾਂ ਤਾਂ ਇਹ ਕਦੇ ਸੁੱਤਾ ਹੀ ਨਹੀਂ ਸੀ, ਨਾ ਇਹ ਦਿਨੇ ਕਦੇ ਪੜ੍ਹਿਆ ਸੀ, ਰਾਤ ਨੂੰ ਹੀ ਇਹਨੇ ਪੜ੍ਹਨਾ, ਬਸ 800 ਪੰਨਾ ਇੱਕ ਕਿਤਾਬ ਦਾ ਪੜ੍ਹ ਕੇ ਪੈਂਦਾ ਸੀ ਰਾਤ ਨੂੰ। ਮੈਂ ਕਈ ਵਾਰੀ ਉੱਠ ਕੇ ਦੇਖਦੀ ਇਹਨੂੰ ਵੀ ਪੈ ਗਿਆ ਤੂੰ, ਇਹ ਪੜ੍ਹੀ ਜਾਂਦਾ ਹੁੰਦਾ ਸੀ, ਬਸ ਸਾਨੂੰ ਐਂ ਹੁੰਦਾ ਸੀ ਵੀ ਕੋਈ ਵਧੀਆ ਅਫਸਰ ਬਣ ਜਾਊਗਾ ਵੀ ਜਿਹੜਾ ਇੰਨਾ ਪੜ੍ਹਦਾ। ਫਿਰ ਵੱਡੇ ਮੁੰਡੇ ਨੇ ਮੇਰੇ ਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡਤੀ, 11ਵੀਂ ਤੋਂ ਬਾਅਦ ਕਹਿੰਦਾ ਵੀ ਚੱਲ ਇਹ 'ਤੇ ਆਪਾਂ ਸਾਰਾ ਜ਼ੋਰ ਲਾ ਦਾਂਗੇ ਵੀ ਮੈਂ ਖੇਤੀ ਕਰ ਲੂੰਗਾ, ਫਿਰ ਉਹ ਖੇਤੀ ਕਰਨ ਲੱਗ ਗਿਆ ਸੀ, ਫਿਰ ਅਸੀਂ ਤਾਂ ਸਾਰਾ ਜ਼ੋਰ ਇਸੇ 'ਤੇ ਹੀ ਲਾਤਾ ਸੀ, ਪਰ ਕਿਸਮਤ ਨੇ ਸਾਨੂੰ ਡਾਹ ਨਾ ਦਿੱਤੀ ਵੀ ਇੱਥੇ ਤੱਕ ਪਹੁੰਚਾ ਤੇ ਲਿਆ ਕੇ। ਫਿਰ ਇਹ ਜਦੋਂ ਘਰੇ ਆਉਣ ਲੱਗ ਗਿਆ ਸੀ, ਫਿਰ ਇੱਕ ਦਿਨ ਇਹਨੇ ਪੂਰਾ ਪੱਤਾ ਗੋਲੀਆਂ ਦਾ ਖਾਧਾ, ਪੂਰਾ ਪੱਤਾ ਗੋਲੀਆਂ ਦਾ ਖਾ ਕੇ ਉੱਪਰ ਜਾ ਕੇ ਪੈ ਗਿਆ। ਮੈਨੂੰ ਤਾਂ ਇਹ ਜਾਣ ਨਾ ਦਿੰਦੇ, ਪਰ ਫਿਰ ਵੀ ਮੈਂ ਸਾਰਿਆਂ ਦੇ ਸੁੱਤਿਆਂ ਤੋਂ ਚੋਰੀ ਗਈ, ਮੈਨੂੰ ਲੱਗਿਆ ਵੀ ਅੱਜ ਬਾਹਲਾ ਜ਼ਿਆਦਾ ਤੰਗ ਆ ਇਹ। ਮੈਂ ਜਦੋਂ ਹੌਲੀ ਦੇਖਣ ਗਈ ਇਹਨੂੰ ਉੱਚ ਕੇ ਉੱਪਰ ਪੈਂਦਾ ਹੁੰਦਾ ਸੀ, ਇਹ ਉੱਠ ਕੇ ਮੈਨੂੰ ਚੁੰਬੜ ਕੇ ਰੋਣ ਲੱਗ ਗਿਆ। ਮੈਂ ਕਿਹਾ ਤੂੰ ਰੋਂਦਾ ਕਾਹਤੋਂ, ਮੈਂ ਤਾਂ ਤੈਨੂੰ ਹੌਲੀ ਚੋਰੀ ਦੇਖਣ ਆਈ ਸੀਗੀ। ਮੈਨੂੰ ਕਹਿੰਦਾ ਮੰਮੀ ਮੈਂ ਅੱਜ ਵੀ ਕਿਉਂ ਨਾ ਮਰਿਆ, ਕਹਿੰਦਾ ਅੱਜ ਮੈਂ ਸਾਬਤਾ ਪੱਤਾ ਗੋਲੀਆਂ ਦਾ ਖਾ ਗਿਆ, ਵੀ ਅੱਜ ਮੈਂ ਚਾਹਿਆ ਸੀ ਵੀ ਅੱਜ ਮੈਂ ਕਿਸੇ ਨੂੰ ਦੁੱਖ ਨਹੀਂ ਦੇਣਾ, ਵੀ ਮੈਂ ਮਰ ਜਾਣਾ ਅੱਜ, ਪਰ ਇਹ ਸਾਬਤਾ ਪੱਤਾ ਗੋਲੀਆਂ ਦਾ ਖਾ ਕੇ ਵੀ ਬਚ ਗਿਆ। ਪਰ ਸਾਰੀ ਰਾਤ ਜਾਣੀ ਮੈਂ ਤਾਂ ਨਹੀਂ ਸੁੱਤੀ, ਬਿੰਦੇ ਦੇਖ ਕੇ ਆਉਂਦੀ ਰਹੀ ਇਹਨੂੰ, ਉੱਪਰ ਚੜ੍ਹ ਜਿਆ ਕਰਾਂ ਹੌਲੀ ਨਾਲੇ ਥੱਲੇ ਡਰਿਆ ਕਰਾਂ ਵੀ ਗਾਲਾਂ ਦੇਣਗੇ, ਪਰ ਇਹ ਉਹ ਗੋਲੀਆਂ ਖਾ ਕੇ ਵੀ ਬਚ ਗਿਆ। ਪਰ ਮੇਰੇ ਢਿੱਡ 'ਚੋਂ ਹੁਣ ਵੀ ਐਨ ਜਾਂਦਾ ਨਹੀਂ, ਮੈਂ ਇਹਨੂੰ ਅੱਖਾਂ ਤੋਂ ਪਰੇ ਨਹੀਂ ਕਰ ਸਕਦੀ। ਜਦੋਂ ਫਿਰ ਮਾਤਾ ਜੀ ਜਦੋਂ ਪਹਿਲਾਂ ਪਤਾ ਲੱਗਦਾ ਸੀਗਾ ਵੀ ਮੇਰਾ ਪੁੱਤ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਨਾ, ਚਲੋ ਬੱਚਾ ਅੱਖਾਂ ਦੇ ਸਾਹਮਣੇ ਹੋਵੇ ਹੈ ਨਾ, ਚਲੋ ਫਿਰ ਵੀ ਦਿਲ ਨੂੰ ਥੋੜ੍ਹਾ ਜਿਹਾ ਦਿਲਾਸਾ ਰਹਿੰਦਾ, ਹੌਸਲਾ ਰਹਿੰਦਾ, ਚੱਲ ਮੇਰਾ ਪੁੱਤ ਮੇਰੀ ਅੱਖਾਂ ਦੇ ਮੂਹਰੇ ਹੈ। ਜਦੋਂ ਤੁਹਾਨੂੰ ਬਾਹਰ ਦੀਆਂ ਖਬਰਾਂ ਪੈਂਦੀਆਂ ਸੀ, ਜਾਂ ਕਈ ਵਾਰ ਜਗਜੀਤ ਵੀਰੇ ਨੇ ਨਸ਼ਾ ਕਰਕੇ ਤੁਹਾਨੂੰ ਫੋਨ ਵੀ ਲਾਇਆ ਹੋਊਗਾ ਕਈ ਵਾਰ, ਕਿਉਂਕਿ ਨਸ਼ੇ ਦੇ ਵਿੱਚ ਬੰਦੇ ਦੀ ਹਾਲਤ ਅਜਿਹੀ ਹੁੰਦੀ ਹੈ ਕਿ ਸੁਰਤ ਨਹੀਂ ਰਹਿੰਦੀ ਹੈਗੀ, ਕਈ ਵਾਰ ਮਾਂ ਬਾਪ ਨੂੰ ਵੀ ਕਈ ਵਾਰ ਉਲਟ ਫੁਲਟ ਬੋਲਿਆ ਜਾਂਦਾ ਹੈਗਾ। ਜਦੋਂ ਫਿਰ ਅਜਿਹੇ ਬਾਈ ਨੂੰ ਤੁਸੀਂ ਸੁਣਦੇ ਸੀ ਫੋਨ ਦੇ ਉੱਤੇ, ਅਜਿਹੀਆਂ ਗੱਲਾਂ ਸੁਣਦੇ ਸੀ ਇਹਦੀਆਂ, ਫਿਰ ਕਿੰਨਾ ਕੁ ਉਦੋਂ ਦੁੱਖ ਲੱਗਦਾ ਸੀਗਾ, ਕਿੰਨਾ ਕੁ ਦਰਦ ਹੁੰਦਾ ਸੀ? ਵੈਸੇ ਮੈਨੂੰ ਤਾਂ ਇਹ ਕਦੇ ਗਲਤ ਬੋਲਿਆ ਹੀ ਨਹੀਂ ਹੈਗਾ, ਮੈਨੂੰ ਤਾਂ ਇਹਨੇ ਕਦੇ ਨਹੀਂ ਕੁਛ ਕਿਹਾ, ਗਲਤ ਨਹੀਂ ਬੋਲਿਆ, ਪਰ ਅਸੀਂ ਉਹ ਪੁੱਛ ਲੈਂਦੇ ਹੁੰਦੇ ਸੀ ਜਿਵੇਂ ਕੋਈ ਮਿਲਦਾ ਇਹਦਾ ਆੜੀ ਮਿੱਤਰ ਪਿਆਰਾ ਵੀ ਕਿਸੇ ਨੇ ਦੇਖਿਆ ਹੋਵੇ, ਵੀ ਕਿਤੇ ਮਿਲਿਆ ਹੋਊ ਕਿਸੇ ਨੂੰ ਵੀ ਕਿੱਥੇ ਆ, ਬਸ ਇੱਕ ਕੁਛ ਹੋਰ ਦੱਸ ਦਿੰਦਾ, ਦੂਜਾ ਕੁਛ ਹੋਰ ਦੱਸਦਾ, ਐਂ ਦੱਸ ਦਿੰਦੇ ਵੀ ਫਲਾਣੇ ਨਾਲ ਸੀ ਅੱਜ, ਧਮਕੇ ਨਾਲ ਸੀ ਅੱਜ, ਫਲਾਣੇ ਥਾਵੇਂ ਸੀ, ਐਂ ਦੱਸ ਦਿੰਦੇ ਸਾਨੂੰ। 2.5 ਸਾਲ ਜਦੋਂ ਜਗਜੀਤ ਸਿੰਘ ਜੀ ਘਰੇ ਨਹੀਂ ਸੀ ਆਏ, ਜਦੋਂ ਘਰੇ ਤੁਹਾਨੂੰ ਦੇਖਣ ਨੂੰ ਨਹੀਂ ਮਿਲਿਆ ਵੀ ਮੇਰਾ ਪੁੱਤ ਕਿੱਥੇ ਆ ਗਈ, ਕੋਈ ਗੱਲ ਨਹੀਂ ਹੋਈ ਹੈਗੀ, ਉਦੋਂ ਫਿਰ ਤੁਹਾਡੇ ਦਿਲ ਦੇ ਵਿੱਚ ਕਦੇ ਖਿਆਲ ਤਾਂ ਨਹੀਂ ਆਇਆ, ਮਤਲਬ ਕਿਹੋ ਜਿਹੇ ਖਿਆਲ ਆਉਂਦੇ ਸੀਗੇ ਡਰਾਵਣੇ, ਕਿਉਂਕਿ ਅਕਸਰ ਹੁੰਦੇ ਹੀ ਆ ਗਏ ਜਦੋਂ ਇੰਨੇ ਸਾਲ ਇੰਨਾ ਲੰਮਾ ਸਮਾਂ ਜਿਹੜੇ ਪੁੱਤ ਨੂੰ ਆਪਾਂ ਦਿਨ ਦੇ ਵਿੱਚ ਜਿਵੇਂ ਹੁਣ ਤੁਸੀਂ ਦੱਸਦੇ ਹੋ ਵੀ 10 ਵਾਰ ਪੁੱਛਦੇ ਹੋ ਵੀ ਪੁੱਤ ਖਾਣਾ ਖਾ ਲਿਆ, ਕਿੱਥੇ ਹੈਗਾ, ਟਾਈਮ ਕਿਵੇਂ ਲੰਘ ਰਿਹਾ ਹੈਗਾ, ਜਦੋਂ ਫਿਰ ਪੁੱਤ ਉਹ 2.5 ਸਾਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਸੀ ਆਇਆ, ਉਦੋਂ ਫਿਰ ਦਿਲ ਤੇ ਕੀ ਬੀਤ ਰਹੀ ਸੀ? ਉਦੋਂ ਤਾਂ ਬਸ ਦਿਲ ਤੇ ਫਿਰ ਤੁਹਾਨੂੰ ਪਤਾ ਹੀ ਆ, ਜਦੋਂ ਕੁਛ ਖਾਣਾ ਆਪਣਾ ਕੁਛ ਪੀਣਾ ਨਾ, ਬਾਥਰੂਮ ਜਾਣਾ ਉੱਥੇ ਡਿੱਗ ਪੈਣਾ, ਕੰਮ ਕਰਦੀ ਰਹਿਣਾ, ਜਿੱਥੇ ਬੈਠ ਜਾਣਾ ਉੱਥੇ ਡਿੱਗ ਪੈਣਾ, ਬੇਸੁਰਤ ਹੋ ਜਾਣਾ, ਪਤਾ ਨਾ ਲੱਗਣਾ ਵੀ ਮੈਂ ਕਿੱਥੇ ਆ ਕਿੱਥੇ ਨਾ, ਬਸ ਇਹਨੂੰ ਵੀ ਹਾਕਾਂ ਮਾਰਨ ਲੱਗ ਜਾਂਦੀ ਸੀਗੀ ਵੀ ਕਿੱਥੇ ਆ ਕਿੱਥੇ ਨਾ, ਬਸ ਸੁਰਤ ਇਸੇ 'ਚ ਹੀ ਰਹਿੰਦੀ ਸੀ। ਪਰ ਆਏ ਸੀ ਵੀ ਹੁਣ ਆਉਂਦਾ ਨਹੀਂ ਘਰੇ, ਵੀ ਹੁਣ ਨਹੀਂ ਉਹ ਆਉਂਦਾ ਹੈਗਾ, ਫਿਰ ਤਾਂ ਇਹ ਹੋ ਜਾਂਦਾ ਸੀ। ਦੋਸਤੋ ਇਹ ਵੀ ਇੱਕ ਸਮਾਜ ਦਾ ਹਿੱਸਾ ਹੈ, ਜਿਵੇਂ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਮਾਵਾਂ ਜਿਹੜੀਆਂ ਹੁੰਦੀਆਂ ਨੇ, ਮਾਵਾਂ ਦੁੱਖ ਦਰਦ ਜ਼ਰੂਰ ਹੰਢਾਉਂਦੀਆਂ ਨੇ, ਪਰ ਆਪਦੇ ਪੁੱਤ ਨੂੰ ਤੱਤੀ ਬਾਂਹ ਨਹੀਂ ਲੱਗਣ ਦਿੰਦੀਆਂ।
ਪਰ ਇਹ ਵੀ ਸਮਾਜ ਦਾ ਇੱਕ ਹਿੱਸਾ ਨੇ ਜਿਨ੍ਹਾਂ ਦੇ ਨੌਜਵਾਨ ਪੁੱਤ ਨੇ ਮਾਂ ਨੂੰ ਇੰਨਾ ਕੁ ਦਰਦ ਦੇਤਾ, ਇੰਨਾ ਕੁ ਦੁੱਖ ਦੇਤਾ ਕਿ ਮਾਂ ਰੋ ਰੋ ਜ਼ਿੰਦਗੀ ਕੱਟ ਰਹੀ ਹੈਗੀ। ਪਰ ਅੱਜ ਅਸੀਂ ਸ਼ੁਕਰ ਕਰਦੇ ਹਾਂ ਉਸ ਪਰਮਾਤਮਾ ਦਾ, ਉਸ ਮਾਲਕ ਦਾ ਕਿ ਉਹ ਜਿਹੜਾ ਪੁੱਤ ਹੈ ਮਾਤਾ ਜੀ ਨੂੰ ਵਾਪਸ ਮਿਲ ਗਿਆ। ਮਾਤਾ ਜੀ ਹੁਣ ਫਿਰ ਇਸ ਸਮੇਂ ਜਗਜੀਤ ਸਿੰਘ ਜੀ ਸਿੱਖੀ ਨਾਲ ਜੁੜੇ ਹੋਏ ਨੇਗੇ, ਗੁਰਬਾਣੀ ਦੇ ਲੜ ਲੱਗੇ ਹੋਏ ਨੇਗੇ, ਚੰਗੇ ਕੰਮਾਂ ਵੱਲ ਲੱਗੇ ਹੋਏ ਨੇਗੇ, ਸਮਾਜ ਸੇਵਾ ਵੀ ਕਰਦੇ ਨੇਗੇ। ਹੁਣ ਫਿਰ ਦਿਲ ਨੂੰ ਕਿੰਨੀ ਕੁ ਖੁਸ਼ੀ ਹੁੰਦੀ ਹੈ ਵੀ ਕਿਤੇ ਜਿਹੜਾ ਇੱਕ ਸਮਾਂ ਸੀ ਵੀ ਪੁੱਤ ਦੀ ਮੈਂ ਤਰਸਦੀ ਰਹਿੰਦੀ ਸੀ ਪੁੱਤ ਨੂੰ ਦੇਖਣ ਨੂੰ, ਹੁਣ ਤੁਹਾਡੇ ਵਿੱਚ ਰਹਿ ਕੇ ਚੰਗੇ ਕੰਮ ਕਰਦੇ ਨੇਗੇ, ਗੁਰਸਿੱਖੀ ਨਾਲ ਜੁੜੇ ਹੋਏ ਨੇਗੇ, ਗੁਰਬਾਣੀ ਦੇ ਲੜ ਲੱਗੇ ਹੋਏ ਨੇ, ਹੁਣ ਦਿਲ ਨੂੰ ਖੁਸ਼ੀ ਮਿਲਦੀ ਹੈ? ਹੁਣ ਤਾਂ ਬਹੁਤ ਖੁਸ਼ੀ ਮਿਲਦੀ ਆ। ਮੈਨੂੰ ਵੀ ਸੇਧ ਦਿੰਦਾ ਗੱਲ ਦੀ ਵੀ ਇੱਥੋਂ ਮੰਮੀ ਐ ਨਹੀਂ ਕਰਨਾ, ਇੱਥੋਂ ਬਾਣੀ ਐ ਪੜ੍ਹਨੀ ਐ, ਇੱਥੋਂ ਐ ਕਰਨਾ। ਪਰ ਅਸੀਂ ਮਾਂ ਪੁੱਤਾਂ ਨੇ, ਮੇਰਾ ਅੰਮ੍ਰਿਤ ਛਕੇ ਨੂੰ ਤਾਂ ਬਹੁਤ ਚਿਰ ਹੋ ਗਿਆ, ਇਹਨੂੰ 8 ਸਾਲ ਹੋ ਗਏ ਜੀ, ਇਹਨੂੰ ਮੂਰੇ 8 ਸਾਲ ਹੋ ਜਾਣਗੇ ਅੰਮ੍ਰਿਤ ਛਕੇ ਨੂੰ। ਤੇ ਇਹਨੇ ਹੁਣ ਤਾਂ ਮੈਨੂੰ ਸੇਧ ਦੇਣੀ ਹੁੰਦੀ ਆ ਵੀ ਆਹ ਜਿਹੜੀ ਗੱਲ ਦਾ ਮੈਨੂੰ ਨਹੀਂ ਪਤਾ ਲੱਗਦਾ ਫਿਰ ਉਹ ਇਹ ਦੱਸੂਗਾ, ਜਿਹਦੇ ਇਹਨੂੰ ਨਹੀਂ ਪਤਾ ਫਿਰ ਅਸੀਂ ਮਾਂ ਪੁੱਤ ਰਾਏ ਨਾਲ ਗੱਲ ਕਰਾਂਗੇ। ਪਰ ਅਰਦਾਸ ਇਹਦੇ ਨਾਂ ਦੀ ਮੈਂ ਕਦੇ ਛੱਡੀ ਨਹੀਂ ਹੈਗੀ, ਚਾਹੇ ਮੀਂਹ ਜਾਵੇ ਬਾਹ ਜਾਵੇ, ਇਹਦੇ ਨਾਂ ਤੇ ਮੈਂ ਅਰਦਾਸ ਕਰਨੀ ਆ, ਨਿਤਨੇਮ ਕਰਕੇ ਮੈਂ ਕਦੇ ਨਹੀਂ, ਮੇਰੀ ਵਾਹਿਗੁਰੂ ਨੇ ਆਪੇ ਸੁਣ ਲਈ, ਬਸ ਆਪੇ ਉਹਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਲੋੜ ਹੈ ਇਹਦੀ, ਮਾਲਕ ਨੇ ਬਸ ਮੇਰੀ ਇੱਕੋ ਹੀ ਅਰਦਾਸ ਬੇਨਤੀ ਆ। ਮੈਂ ਹਰੇਕ ਮਾਂ ਦੀ ਹੀ ਕਰਨ ਲੱਗ ਗਈ ਬਸ ਵੀ ਕਿਸੇ ਮਾਂ ਦੀ ਆਤਮਾ ਦੁਖੀ ਨਾ ਹੋਵੇ, ਮੇਰੇ ਪੁੱਤ ਵਰਗਾ ਕਿਸੇ ਦੇ ਗਲਤ ਪੁੱਤ ਨਾ ਜੰਮੇ। ਬਸ ਮੈਂ ਇਹੀ ਅਰਦਾਸ ਕਰਦੀ ਹਾਂ ਸਵੇਰੇ ਉੱਠ ਕੇ ਵੀ ਜਿਵੇਂ ਮੈਂ ਦੁਖੀ ਸੀ ਕਿਸੇ ਦੀ ਮਾਂ ਦੁਖੀ ਨਾ ਹੋਵੇ। ਸਾਡੇ ਨਾਲ ਜਗਜੀਤ ਸਿੰਘ ਜੀ ਕੋਲ ਆਪਾਂ ਦੁਬਾਰਾ ਤੋਂ ਜਾਵਾਂਗੇ, ਆਪਾਂ ਗੱਲਾਂ ਬਾਤਾਂ ਕਰਾਂਗੇ ਕਿ ਜਦੋਂ ਨਸ਼ੇ ਦੇ ਵਿੱਚੋਂ ਨਸ਼ੇ ਦੇ ਦਲਦਲ ਦੇ ਵਿੱਚੋਂ ਨਿਕਲੇ ਤਾਂ ਸਿੱਖੀ ਜੀਵਨ ਦੇ ਨਾਲ ਕਿਵੇਂ ਜੁੜੇ, ਇਹ ਚੀਜ਼ਾਂ ਦੀ ਗੱਲਾਂ ਕਰ ਲਈ ਆਪਾਂ ਦੁਬਾਰੇ ਜਗਜੀਤ ਸਿੰਘ ਜੀ ਨਾਲ ਚੱਲਾਂਗੇ। ਆਓ ਤੁਹਾਨੂੰ ਲੈ ਚੱਲਦੇ ਜਗਜੀਤ ਸਿੰਘ ਜੀ ਕੋਲ। ਜਗਜੀਤ ਵੀਰੇ, ਫਿਰ ਜਦੋਂ ਇਹ ਚਿੱਟੇ ਦੇ ਦਲਦਲ ਚੋਂ ਨਿਕਲੇ, ਨਸ਼ਿਆਂ ਦੇ ਦਲਦਲ ਚੋਂ ਨਿਕਲੇ, ਫਿਰ ਸਿੱਖੀ ਜੀਵਨ ਨਾਲ ਕਿਵੇਂ ਜੁੜਨਾ ਹੋਇਆ? ਕਿਉਂਕਿ ਨਾ ਇਹ ਚੀਜ਼ਾਂ ਵੱਲੋਂ ਜੇ ਦੇਖਿਆ ਜਾਵੇ ਡਿਫਰੈਂਸ ਬਹੁਤ ਜ਼ਿਆਦਾ ਹੈਗਾ, ਸਿੱਖੀ ਜੀਵਨ ਦਾ ਤੇ ਇੱਕ ਨਸ਼ੇੜੀ ਬੰਦੇ ਦਾ ਡਿਫਰੈਂਸ ਬਹੁਤ ਜ਼ਿਆਦਾ ਹੁੰਦਾ ਗਾ, ਇਸ ਰਾਹਾਂ ਦਾ ਟੋਟਲੀ ਇੱਕ ਅਲੱਗ ਵੇ ਤੇ ਤੁਰਨਾ ਹੁੰਦਾ ਗਾ ਇਹ। ਫਿਰ ਇਹ ਚੀਜ਼ ਕਿਵੇਂ ਸੰਭਵ ਹੋਈ ਵੀ ਤੁਸੀਂ ਨਸ਼ਿਆਂ ਨੂੰ ਛੱਡ ਕੇ ਸਿੱਖੀ ਜੀਵਨ ਦੇ ਵਿੱਚ ਬਤੀਤ ਕੀਤਾ? ਹਰਦੀਪ ਵੀਰੇ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, 100 ਦੇ ਵਿੱਚੋਂ 95 ਨਸ਼ੇੜੀ ਤੁਹਾਨੂੰ ਇੱਜ਼ਤ ਦੇ ਸਾਂਝੀ ਮਿਲਣਗੇ। ਨਸ਼ੇੜੀ ਬੰਦਾ ਛੇਤੀ ਕਿਸੇ ਦੀ ਪਿੱਠ ਨਹੀਂ ਤਕਾਉਂਦਾ ਜੀ, ਸਪੈਸ਼ਲੀ ਜਿਹੜੇ ਅਣਖੀ ਬੰਦੇ ਹੁੰਦੇ ਨੇ, ਲੜਾਈ ਝਗੜੇ ਚਲੋ ਠੀਕ ਹੈ, ਗਲਤ ਰਾਹ ਵੀ ਪੈ ਜਾਂਦਾ, ਸਹੀ ਵੀ ਪੈ ਜਾਂਦਾ ਬੰਦੇ। ਇਹ ਕਣਕ ਗੈਰਤ ਜੀ ਸਾਨੂੰ ਸਾਡੇ ਬਾਪੂ ਨੇ ਸਿਖਾਈ ਸੀ, ਜਿਹੜੀ ਮੇਰੇ ਬਾਪੂ ਨੇ ਮੈਨੂੰ, ਵੀ ਪੁੱਤ ਇੱਕ ਤਾਂ ਕੁੜੀ ਦਾ ਲਾਂਭਾ ਨਾ ਆਵੇ, ਲੜ ਭਿੜ ਜਿਹਦੇ ਨਾਲ ਮਰਜ਼ੀ ਕੋਈ ਚੱਕਰ ਨਹੀਂ, ਠੱਗੀ ਨਾ ਮਾਰੋ ਕਿਸੇ ਨਾਲ, ਐ ਮੋਟੀਆਂ ਜਿਹੀਆਂ ਗੱਲਾਂ, ਕਿਉਂਕਿ ਸਾਡਾ ਪਰਿਵਾਰ ਬਹੁਤ ਵੱਡਾ, ਬਾਪੇ ਵੀ ਦੱਸਿਆ। ਮੈਂ ਸ਼ੁਰੂ ਤੋਂ ਹੀ ਇੱਕ ਪਹਿਲਾਂ ਆਉਂਦਾ ਹੁੰਦਾ ਸੀ ਮੈਗਜ਼ੀਨ ਖੰਡੇ ਧਾਰ, ਫਿਰ ਆਉਂਦਾ ਸੀ ਖਾਲਸਾ ਫਤਿਹਨਾਮਾ, ਉਹਦੇ 'ਚ ਮੈਂ ਸੰਤ ਜਰਨੈਲ ਸਿੰਘ ਦੀਆਂ ਸਟੋਰੀਆਂ ਪੜ੍ਹਦਾ ਹੁੰਦਾ ਸੀ, ਕਿਉਂਕਿ ਤਬੀਅਤ ਸ਼ੁਰੂ ਤੋਂ ਹੀ ਬਾਗੀ ਜੀ ਤਬੀਅਤ ਸੀ ਸਾਡੀ, ਜਾਣੀ ਕਿ ਇੱਕ ਬਸ ਵੀ ਹਟ ਕੇ ਹੁੰਦਾ ਸੀ ਕੰਮ। ਜੇ ਸਾਰਾ ਪਿੰਡ ਇੱਕ ਪਾਸੇ ਤਾਂ ਆਪਾਂ ਦੂਜੇ ਪਾਸੇ ਹੀ ਹੋਣਾ, ਜੇ ਸਾਰਾ ਪਿੰਡ ਤਕੜੇ ਕੰਨੀ ਖੜਾ, ਮਾੜੇ ਕੰਨੀ ਕੋਈ ਨਹੀਂ ਖੜਾ, ਤਾਂ ਆਪਾਂ ਮਾੜੇ ਕੰਨੀ ਜਾ ਕੇ ਖੜਨਾ। ਇਹ ਸ਼ੁਰੂ ਤੋਂ ਹੀ ਸੀਗਾ ਸਿਸਟਮ। ਸੰਤ ਜਰਨੈਲ ਸਿੰਘ ਦੇ ਜੀਵਨ ਨੂੰ ਪੜ੍ਹਦੇ ਅੰਦਰ ਇੱਕ ਐਂ ਹੁੰਦਾ ਸੀ ਵੀ ਯਾਰ ਕਦੇ ਅੰਮ੍ਰਿਤ ਛਕਾਂਗੇ, ਜਿੱਦੇ ਸਿੱਟ ਤਾਂ ਨਸ਼ਾ ਪੱਤਾ ਸਿੱਟ ਹੀ ਦੇਣਾ, ਵੀ ਪਹਿਲਾਂ ਤੋਂ ਹੀ ਮਨ ਬਣਿਆ ਹੋਇਆ ਸੀ ਇਸ ਚੀਜ਼ ਪ੍ਰਤੀ। ਜਦੋਂ ਮੈਂ ਸੰਤ ਜਰਨੈਲ ਸਿੰਘ ਦਾ ਜੀਵਨ ਪੜ੍ਹਿਆ, ਜਦੋਂ ਪਤਾ ਲੱਗਿਆ ਵੀ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ, ਤੁਸੀਂ ਸੋਚ ਕੇ ਦੇਖੋ ਬਾਈ ਹਰਦੀਪ, ਸਾਡੀ ਭੈਣ ਨੂੰ ਘਰੋਂ ਕੋਈ ਚੱਕ ਕੇ ਲੈ ਕੇ ਗਿਆ ਹੋਵੇ, ਰੇਪ ਕਰਕੇ ਉਹਨੂੰ ਕਿਸੇ ਢਾਬੇ 'ਤੇ ਵੇਚਿਆ ਹੋਵੇ, ਅਤੇ ਹਰ ਰੋਜ਼ ਸਾਡੀ ਭੈਣ ਦੇ ਸਰੀਰ ਨੂੰ ਕੋਈ ਨੋਚ ਕੇ ਖਾਂਦਾ ਹੋਵੇ, ਅਤੇ ਅਸੀਂ ਆਰਾਮ ਕਰੀਏ? ਹੋ ਨਹੀਂ ਸਕਦਾ। ਜਦੋਂ ਇਹੋ ਜਿਹੀਆਂ ਚੀਜ਼ਾਂ ਪੜ੍ਹੀਆਂ ਵੀ ਸਾਡੀਆਂ ਬੱਚੀਆਂ ਨੂੰ ਚੱਕ ਬੜਾ ਕੁਛ, ਜਦੋਂ ਇਹ ਚੀਜ਼ਾਂ ਪੜ੍ਹੀਆਂ ਤਾਂ ਇੱਕ ਅਕਲ ਆ ਗਈ ਵੀ ਯਾਰ ਨਹੀਂ, ਆਪਾਂ ਬਹੁਤ ਗਲਤ ਰਾਹ 'ਤੇ ਫਿਰਦੇ ਹਾਂ ਭੱਜੇ, ਇਹ ਤਾਂ ਬਹੁਤ ਮਾੜੀ ਚੀਜ਼ ਹੈ ਜਿਹੜੀ ਆਪਾਂ ਕਰ ਰਹੇ ਹਾਂ। ਜੇ ਮਰਨਾ ਹੀ ਆ ਫਿਰ ਕੁਛ ਕਰਕੇ ਮਰਾਂਗੇ, ਐ ਨਹੀਂ ਮਰਦੇ। ਫਿਰ ਲੜਾਈ ਝਗੜੇ ਕਰਦੇ ਹੀ ਸੀਗੇ। ਇੱਕ ਦਿਨ ਸ਼ੇਰਪੁਰ ਸਾਡੀ ਲੜਾਈ ਹੋ ਗਈ ਕਿਸੇ ਨਾਲ, ਮੇਰੇ ਤੋਂ ਉਹਦੇ ਕਿਰਪਾਨ ਵੱਜ ਗਈ। ਉਦੋਂ ਮੋਟਰਸਾਈਕਲ ਦੇ ਹੁੰਦਾ ਸੀ ਸਲੈਂਸਰ 'ਚ ਨਾਲ ਕਿਰਪਾਨ ਪਾ ਲੈਂਦੇ ਸੀ, ਹਾਂ, ਉਹ ਵਿੱਚੋਂ ਕੱਢੀ ਕਿਰਪਾਨ ਵੱਜ ਗਈ, ਪੁਲਿਸ ਆ ਗਈ, ਫੜੇ ਗਏ, ਥਾਣੇ ਚਲੇ ਗਏ। ਉਹ ਥਾਣੇ SHO ਸੀਗਾ, ਡੈਡੀ ਦਾ ਦੋਸਤ ਸੀਗਾ। ਚਲੋ SHO ਦੇ ਕੋਈ ਬੇਟਾ ਨਹੀਂ ਸੀ, ਉਹਦੇ ਸਿਰਫ ਬੇਟੀ ਸੀ। SHO ਦਾ ਬੇਟਾ ਵੀ ਨਸ਼ੇ ਕਰਦਾ ਸੀ, ਬੇਟਾ ਵੀ ਨਸ਼ੇ ਕਰਦਾ ਸੀ, ਅਤੇ SHO ਦਾ ਬੇਟਾ ਛੱਡਿਆ ਹੋਇਆ ਸੀ ਉਹਨਾਂ ਨੇ ਧੂਰੀ ਸੈਂਟਰ 'ਚ। ਉਦੋਂ ਪਰਚੇ ਪੁਰਚੇ ਮੇਰੇ 'ਤੇ ਸੀਗੇ, ਨਾਂ ਨੂੰ ਚਲੋ ਸਿਸਟਮ ਹੁੰਦਾ ਹੀ ਆ ਜਦੋਂ ਲੜਾਈ ਝਗੜਿਆਂ 'ਚ ਪੈ ਜਾਂਦੇ ਨੇ। SHO ਦਾ ਨਾਂ ਸੀ HP ਸਿੰਘ, ਸ਼ੇਰਪੁਰ ਰਹਿ ਕੇ ਗਏ ਨੇ ਸਾਡੇ। ਉਹ ਬਹੁਤ ਚੰਗਾ ਅਫਸਰ ਸੀਗਾ, ਬਹੁਤ ਚੰਗਾ। ਉਹ ਕਹਿੰਦਾ ਵੀ ਇਹ 'ਤੇ ਪਰਚਾ ਮੈਂ ਦੇ ਦੇਣਾ 307 ਦਾ, ਇਹਨੇ ਜੇਲ੍ਹ ਜਾਣਾ, ਕੱਲ੍ਹ ਨੂੰ ਫੇਰ ਇਹੀ ਕੁਛ ਕਰੂਗਾ ਕਿ ਆਪਾਂ ਇਹਨੂੰ ਸੈਂਟਰ 'ਚ ਚਕਾਉਂਦੇ ਹਾਂ। ਵਿਰੋਧੀ ਧਿਰ ਨੂੰ ਵੀ ਰਾਜੀ ਕਰ ਲਿਆ ਅਤੇ ਸਾਨੂੰ ਸੈਂਟਰ ਚਕਾਤਾ। ਸੈਂਟਰ ਦੇ ਵਿੱਚ ਜਦੋਂ ਚਲੇ ਗਏ ਅਸੀਂ, ਉਦੋਂ ਠੋਡੀ 'ਤੇ ਦਾੜੀ ਦਾ ਟਰੈਂਡ ਚੱਲਿਆ ਸੀ ਬੈਨੀ ਵਾਲਾ,
ਛੋਟਾ ਜਿਹਾ ਹੁੰਦਾ ਸੀ ਟ੍ਰੈਂਡ। ਰੱਖੀ ਹੁੰਦੀ ਸੀ ਉਹ, ਮੈਂ ਬੜੇ ਸ਼ੌਂਕ ਜੇ ਨਾਲ ਰੱਖੀ। ਉਹ ਸੈਂਟਰ ਗਏ ਵਾਲ ਖੜੇ ਕਰੇ ਹੋਏ, ਉਹ ਕਹਿੰਦੇ ਵੀ ਇਹ ਗੰਜਾ ਕਰਾਂਗੇ ਤੇ ਦਾੜੀ ਕੱਟਾਂਗੇ। ਮੈਂ ਕਿਹਾ ਮੇਰੀ ਨਾ ਕੱਟਿਓ। ਹੁਣ ਇੱਕੋ ਲੈ ਕੇ ਥਾਣੇ 'ਚੋਂ ਗਈ ਸੈਂਟਰ ਵਾਲੇ ਡਰਨ ਵੀ ਇਹ ਤਾਂ ਲੜਾਕੂ ਨੇ। ਉਹ ਕਹਿੰਦੇ ਫਿਰ ਪਰਨਾ ਬੰਨਣਾ ਪਊ। ਮੈਂ ਕਿਹਾ ਜੀ ਬੰਨ ਲਾਂਗੇ। ਮੈਂ ਪਰਨਾ ਹੀ ਬੰਨ ਲਿਆ। ਕਹਿੰਦੇ ਫਿਰ ਦਾੜੀ ਰੱਖਣੀ ਪਊ। ਮੈਂ ਕਿਹਾ ਰੱਖ ਲਾਂਗੇ। ਰੱਖ ਲਈ ਦਾੜੀ। ਉੱਥੇ ਰੋਟੀ ਪਾਣੀ ਟਾਈਮ ਨਾਲ ਖਾਣ ਲੱਗ ਗਏ। ਮੈਂ ਘਰੋਂ ਗੁਟਕਾ ਸਾਹਿਬ ਮੰਗਾ ਲਿਆ, ਕਿਉਂਕਿ ਮਾਤਾ ਉਹਨਾਂ ਨੂੰ ਨਿਤਨੇਮ ਕਰਦਿਆਂ ਨੂੰ ਦੇਖਦੇ ਹੀ ਹੁੰਦੇ ਸੀ ਸਾਰਾ ਸਿਸਟਮ। ਉੱਥੇ ਬੈਠੇ ਬੈਠੇ ਨਿਤਨੇਮ ਕਰਨ ਲੱਗ ਗਏ, ਜਪਜੀ ਸਾਹਿਬ ਪੜ੍ਹਨ ਲੱਗ ਗਏ। ਉੱਥੇ ਸੈਂਟਰ ਦੇ ਵਿੱਚ ਮੈਂ ਰਿਹਾ 2-2.5 ਮਹੀਨੇ, ਤੇ 2-2.5 ਮਹੀਨਿਆਂ ਦੇ ਵਿੱਚ ਮੇਰੇ ਦਾੜੀ ਆ ਗਈ। ਕੇਸ ਥੋੜ੍ਹੇ ਜਿਹੇ ਵੱਧ ਗਏ, ਪਰਨਾ ਬੰਨਣ ਲੱਗ ਗਏ। ਤੇ ਘਰ ਦੇ ਜਾ ਕੇ ਲੈ ਆਏ। ਤੇ ਆ ਕੇ ਇੱਥੇ ਜਦੋਂ ਪਿੰਡ ਆਏ, ਮੈਂ ਆਇਆ ਜਦੋਂ ਪਿੰਡ, ਚਲੋ ਲੋਕਾਂ ਨੇ ਜਿਹੜੇ ਲੋਕ ਡਰਦੇ ਪਾਸੇ ਹਟਦੇ ਸੀ, ਰਾਹ ਛੱਡਦੇ ਸੀ, ਉਹਨਾਂ ਨੇ ਵੀ ਇੱਜ਼ਤ ਨਾਲ ਬੁਲਾਇਆ ਵੀ ਯਾਰ ਸੋਹਣਾ ਹੋ ਗਿਆ, ਚਿਹਰਾ ਮੋਹਰਾ ਸੋਹਣਾ ਹੋ ਗਿਆ, ਕੇਸ ਦਾੜੀ ਰੱਖ ਲਈ। ਫਰਕ ਪੈ ਜਾਂਦਾ ਕਿਉਂਕਿ ਸਤਿਕਾਰ ਇਹਦਾ ਅਲੱਗ ਹੈ, ਦਸਤਾਰ ਦਾ ਜਿਹੜੇ ਸਿਰ 'ਤੇ ਹੈ ਇਹਦਾ ਰੋਹਬ ਅਲੱਗ ਹੈ। ਤੇ ਬਸ ਉੱਥੋਂ ਐਂ ਲੱਗਿਆ ਵੀ ਯਾਰ ਅਸਲ ਰਾਹ ਫੜ ਲਿਆ ਆਪਾਂ, ਹੁਣ ਫੜ ਲਿਆ ਵੀ ਹੁਣ ਇਹਨੂੰ ਨਹੀਂ ਛੱਡਣਾ। ਫਿਰ ਪਿੰਡ ਗੁਰੂ ਘਰ ਦੇ ਵਿੱਚ ਜਾਣ ਲੱਗੇ, ਪੱਕਾ ਹੀ ਗੁਰੂ ਘਰ ਰਹਿਣ ਲੱਗ ਗਏ। ਘਰੇ ਤਾਂ ਪਹਿਲਾਂ ਵੀ ਨਹੀਂ ਸੀ ਪੜ੍ਹਦੇ। ਫਿਰ ਉੱਥੇ ਗ੍ਰੰਥੀ ਸਿੰਘ ਸੀਗੇ ਸਾਡੇ, ਉਹਨਾਂ ਤੋਂ 5 ਬਾਣੀਆਂ ਦੀ ਸੰਥਿਆ ਲੈ ਲਈ। ਫਿਰ 5 ਬਾਣੀਆਂ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਲੈਣੀ ਸ਼ੁਰੂ ਕਰਤੀ। ਫਿਰ ਹੌਲੀ ਹੌਲੀ ਇਹ ਚੀਜ਼ ਨੂੰ ਪੜ੍ਹਨਾ ਸਟਾਰਟ ਕਰਤਾ, ਕਿਉਂਕਿ ਪੜ੍ਹਦਾ ਮੈਂ ਪਹਿਲਾਂ ਤੋਂ ਹੀ ਬਹੁਤ ਸੀ, ਹਿਸਟਰੀ ਪੜ੍ਹਨ ਦੀ ਚੱਸ ਹੁੰਦੀ ਸੀ। ਉਹ ਚੀਜ਼ਾਂ ਪੜ੍ਹੀ ਗਏ ਹੌਲੀ ਹੌਲੀ। ਫਿਰ ਇਸ ਪਾਸੇ ਨੂੰ ਵਿਚਰਨ ਲੱਗ ਗਏ, ਜਥੇਬੰਦੀਆਂ 'ਚ ਵਿਚਰਨ ਲੱਗ ਗਏ ਹੌਲੀ ਹੌਲੀ। ਚਲੋ ਏਰੀਏ ਦੇ ਵਿੱਚ SGPC ਮੈਂਬਰ ਜੀ ਸਰਦਾਰ ਸੁਰਜੀਤ ਸਿੰਘ ਕਾਲਾ ਬੂਲਾ, ਉਹਨਾਂ ਨਾਲ ਵਿਚਰਨ ਲੱਗ ਗਏ। ਤੇ ਹੌਲੀ ਹੌਲੀ ਕਰਦੇ ਪੰਥਕ ਸਫਾ ਦੇ ਵਿੱਚ ਅਸੀਂ ਉਤਰ ਗਏ। ਫਿਰ ਹਾਂਜੀ ਬਾਈ, ਫਿਰ ਜਗਜੀਤ ਵੀ ਜਿਵੇਂ ਤੁਹਾਡੇ ਦੱਸਣ ਦੇ ਮੁਤਾਬਿਕ 2014 ਦੇ ਵਿੱਚ ਤੁਸੀਂ ਨਸ਼ਾ ਛੱਡਤਾ ਸੀਗਾ, ਉਸ ਤੋਂ ਬਾਅਦ ਨਸ਼ੇ ਨੂੰ ਹੱਥ ਨਹੀਂ ਲਾਇਆ। ਤੇ ਫਿਰ 2015 ਦੇ ਵਿੱਚ ਬੇਅਦਬੀ ਮਾਮਲੇ ਸ਼ੁਰੂ ਹੋਏ ਸੀਗੇ। ਸਿੱਖੀ ਜੀਵਨ ਨਾਲ ਜੁੜੇ ਤੁਸੀਂ 2014 ਤੋਂ ਬਾਅਦ ਸਿੱਖੀ ਜੀਵਨ ਦੇ ਵਿੱਚ ਨਵੇਂ ਆਏ, ਜੋਸ਼ ਵੀ ਹੁੰਦਾ ਯਾਰ ਵੀ ਅਸੀਂ ਸਿੱਖੀ ਲਈ ਕੁਛ ਕਰੀਏ, ਸਿੱਖੀ ਦੇ ਪ੍ਰਚਾਰ ਲਈ ਕੁਛ ਅੱਗੇ ਤੋਂ ਵੱਧ ਕੇ ਕਰੀਏ। 2015 ਦੇ ਵਿੱਚ ਜਦੋਂ ਬੇਅਦਬੀ ਕਾਂਡ ਸ਼ੁਰੂ ਹੋਏ, ਚਾਹੇ ਉਹ ਸਰਕਾਰਾਂ ਵੱਲੋਂ ਕਰਾਇਆ ਗਿਆ, ਜਿਹਦੇ ਵੱਲੋਂ ਮਰਜ਼ੀ ਕਰਾਇਆ ਗਿਆ, ਚਲੋ ਉਹ ਗੱਲ ਇਨਫ ਹੈਗੀ। ਉਹ ਜਦੋਂ ਚੀਜ਼ਾਂ ਦੇਖੀਆਂ ਤੁਸੀਂ ਪਿੰਡੇ ਤੇ ਹੰਡਾਈਆਂ, ਯਾਰ ਵੀ ਮੈਂ ਹੁਣ ਸਿੱਖੀ ਜੀਵਨ ਦੇ ਵਿੱਚ ਆਇਆਗਾ, ਮੈਂ ਤਾਂ ਸਿੱਖੀ ਜੀਵਨ ਨੂੰ ਇੱਕ ਵਧੀਆ ਰਾਹ ਦੇ ਉੱਤੇ ਲੈ ਕੇ ਜਾਣਾ ਸੀ, ਵਧੀਆ ਮੋੜ ਦੇ ਉੱਤੇ ਲੈ ਕੇ ਜਾਣਾ ਸੀ, ਵੀ ਜੇ ਅੱਜ ਮੇਰੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ, ਉਦੋਂ ਫਿਰ ਮਨ ਦੇ ਉੱਤੇ ਕੀ ਬਤੀਤ ਹੁੰਦੀ ਸੀ? ਉਦੋਂ ਬੜਾ ਦੁੱਖ ਲੱਗਿਆ ਸਾਨੂੰ। ਅਸੀਂ ਉਦੋਂ ਪਿੰਡਾਂ ਦੇ ਵਿੱਚ ਗੱਤਕਾ ਸਿਖਾਉਂਦੇ ਹੁੰਦੇ ਸੀ ਬੱਚਿਆਂ ਨੂੰ। ਗੱਤਕਾ ਸਿੱਖ ਲਿਆ ਸੀ ਮੈਂ, ਗੱਤਕਾ ਸਿਖਾਉਣਾ, ਬਾਣੀ ਦੀ ਸੰਥਿਆ ਦੇਣੀ, ਇਸ ਤਰੀਕੇ ਨਾਲ ਛੋਟੇ ਬੱਚਿਆਂ ਨਾਲ ਹੀ ਸਾਡੀ ਯਾਰੀ ਦੋਸਤੀ ਸੀ। ਛੋਟੇ ਜਿਵੇਂ 10-10 11-11 ਸਾਲ ਦੇ ਬੱਚਿਆਂ ਨਾਲ ਹੀ ਐਂ ਬਸ ਵਧੀਆ ਲੱਗਦਾ ਸੀ ਸਾਰਾ ਕੁਛ। ਤੇ ਉਦੋਂ ਬੜਾ ਦੁੱਖ ਲੱਗਿਆ ਇੱਕਦਮ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ। ਬਰਗਾੜੀ ਕਾਂਡ ਹੋ ਗਿਆ, ਬਰਗਾੜੀ ਚਲੇ ਗਏ, ਉੱਥੇ ਸਾਨੂੰ ਡਾਂਗਾ ਮਾਰ ਕੇ ਪੁਲਿਸ ਨੇ ਭਜਾਤਾ। ਹਾਂ ਬਰਗਾੜੀ। ਉੱਥੋਂ ਚਲੋ ਅਸੀਂ ਵਾਪਸ ਆ ਗਏ। ਵਾਪਸ ਆ ਕੇ ਧੂਰੀ ਆ ਕੇ ਧਰਨਾ ਲਾ ਲਿਆ ਇੱਥੇ। ਧੂਰੀ ਤੋਂ ਬਾਅਦ ਸ਼ੇਰਪੁਰ ਆ ਕੇ ਧਰਨਾ ਲਾ ਲਿਆ। ਫਿਰ 7-8 ਦਿਨ ਲਗਾਤਾਰ ਧਰਨਾ ਚੱਲਦਾ ਰਿਹਾ ਤੇ ਪਾਤਸ਼ਾਹ ਨੇ ਕਿਰਪਾ ਕਰੀ, ਉਹ ਸਾਰਾ ਧਰਨਾ ਮੈਂ ਆਪ ਹੈਂਡਲ ਕਰਿਆ, ਮੂਹਰੇ ਹੋ ਕੇ ਸੰਗਤਾਂ ਨੂੰ ਰੱਖਿਆ, ਸਾਰੇ ਪ੍ਰਬੰਧ ਕਰੇ, ਸਾਰਾ ਕੁਝ ਕਰਿਆ। ਤੇ ਉਦੋਂ ਫਿਰ ਬੜੇ ਜੋਸ਼ ਖਰੋਸ਼ ਨਾਲ ਅਸੀਂ ਲਾ ਲਓ ਵੀ ਇਹ ਹੁੰਦਾ ਸੀ ਵੀ ਯਾਰ ਕੁਛ ਕਰੀਏ ਯਾਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਵਾਲਾ ਜੇ ਕੋਈ ਮਿਲਦਾ ਆਪਾਂ ਝਟਕਾ ਦਿਆਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੇ ਅਸੀਂ, ਸਾਰੇ ਮੰਨਦੇ ਹਾਂ, ਹੈ ਨਾ। ਚਲੋ ਇਸ ਗੱਲ ਨੂੰ ਲੈ ਕੇ ਘਰਦਿਆਂ ਨੇ ਵੀ ਖੁੱਲੀ ਛੁੱਟੀ ਹੋ ਸੀ ਵੀ ਇਹ ਆਹ ਕਰਕੇ ਭਾਵੇਂ ਮਰ ਜੀ, ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜੇ ਆ ਮਾਰ ਦੇ ਯਾਰ, ਕੋਈ ਗੱਲ ਨਹੀਂ, ਉਹ ਵੀ ਤਾਂ ਮਰੀ ਜਾਣਾ ਸੀ ਚਿੱਟਾ ਪੀ ਕੇ, ਜਾਂ ਕਿਸੇ ਨਾਲ ਲੜ ਕੇ ਕਿਸੇ ਨੇ ਤੇਰੇ ਗੋਲੀ ਮਾਰਨੀ ਸੀ ਕੰਮਾਂ ਲਈ ਵੀ ਯਾਰ ਇਹ ਤੂੰ ਕੋਈ ਚੱਕਰ ਨਹੀਂ, ਜਾ ਕਰੋ। ਘਰਦਿਆਂ ਨੇ ਪੈਸੇ ਵੀ ਦਿੱਤੇ, ਖਰਚਾ ਵੀ ਦਿੱਤਾ, ਗੱਡੀ ਵੀ ਦਿੱਤੀ ਵੀ ਤੂੰ ਜੋ ਮਰਜ਼ੀ ਕਰ, ਪੰਥ ਲਈ ਕਰ, ਜੋ ਮਰਜ਼ੀ ਕਰ, ਤੂੰ ਜਾ। ਤੇ ਫਿਰ ਉੱਥੋਂ ਵਿਚਰਦੇ ਰਹੇ, ਸਾਰਾ ਕੁਝ ਚੱਲਦਾ ਰਿਹਾ। ਤੇ ਫਿਰ 2015 ਦੇ ਵਿੱਚ ਇੱਕ ਵੱਡੀ ਕਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰੀ ਸੀ ਇੱਕ ਬੀਬੀ ਨੇ। ਬੀਬੀ ਤੇ ਉਹਦਾ ਮੇਰੇ ਖਿਆਲ ਨਾਲ ਸ਼ਾਇਦ ਬੇਟਾ ਵੀ ਨਾਲ ਸੀ। ਬੇਟਾ ਵੀ ਨਾਲ ਸੀਗਾ ਉਹਦਾ। ਤੇ ਉਹਨਾਂ ਤੇ ਪਰਚਾ ਦਰਜ ਹੋ ਗਿਆ, ਉਹ ਜੇਲ੍ਹ ਚਲੇ ਗਏ। ਜੇਲ੍ਹ 'ਚੋਂ ਆਉਣ ਤੋਂ ਬਾਅਦ ਉਹਨਾਂ ਨੂੰ ਆਲਮਗੀਰ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰੀਆਂ ਗਈਆਂ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਉਸ ਕਤਲ ਦੇ ਪਰਚੇ ਦੇ ਵਿੱਚ ਮੇਰਾ ਨਾਂ ਸੀਗਾ। ਭਾਈ ਗੁਰਪ੍ਰੀਤ ਸਿੰਘ ਜਾਗੋਵਾਲ, ਭਾਈ ਨਿਹਾਲ ਸਿੰਘ ਜੀ ਪਟਿਆਲਾ, ਤੇ ਮੇਰਾ ਨਾਂ ਸੀਗਾ। ਨਾਲ ਜਗਜੀਤ ਸਿੰਘ ਹੇੜੀ ਕੇ, ਗੁਰਵਿੰਦਰ ਸਿੰਘ ਹੇੜੀ ਕੇ, ਤੇ ਫੌਜਾ ਸਿੰਘ ਸੀਗਾ, ਇੱਕ ਬਾਪੂ ਜੀ ਸੀਗੇ ਨਾਭੇ ਤੋਂ, ਕੁਲਵੰਤ ਸਿੰਘ ਭੇਵਾ, 7-8 ਜਾਣੇ ਸੀਗੇ ਅਸੀਂ, ਜਿਨ੍ਹਾਂ ਦੇ ਉੱਤੇ ਉਹ ਪਰਚਾ ਦਰਜ ਹੋ ਗਿਆ। ਹੁਣ ਉਹ ਸਾਡਾ ਪਰਚਾ ਬਰੀ ਹੋ ਗਿਆ, ਪਰ ਸਾਡੇ ਇਸ ਪਰਚੇ ਦੇ ਵਿੱਚੋਂ 2 ਜਾਣਿਆਂ ਨੂੰ ਜਿਹੜੀ ਆ ਉਹ ਸਜ਼ਾ ਹੋ ਗਈ ਉਮਰ ਕੈਦ ਦੀ, ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਤੇ ਨਿਹਾਲ ਸਿੰਘ ਪਟਿਆਲਾ ਨੂੰ। ਜਿਹੜੀ ਉਹ ਫਾਇਰਿੰਗ ਕਰੀ ਗਈ ਸੀਗੀ, ਤੁਸੀਂ ਦੱਸਿਆ ਵੀ ਆਲਮਗੀਰ ਦੇ ਵਿੱਚ ਫਾਇਰਿੰਗ ਹੋਈ ਸੀ, ਉਹ ਕਿਹਨਾਂ ਵੱਲੋਂ ਕਰੀ ਗਈ ਸੀ? ਉਹ ਹੁਣ ਪੁਲਿਸ ਕਹਿੰਦੀ ਆ ਵੀ ਗੁਰਪ੍ਰੀਤ ਸਿੰਘ ਜਾਗੋਵਾਲ ਤੇ ਨਿਹਾਲ ਸਿੰਘ ਪਟਿਆਲਾ ਨੇ ਕਰੀ। ਉਹਨਾਂ ਨੇ ਕਰੀ, ਪਰ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ। ਉਹਨਾਂ ਨੂੰ ਸਜ਼ਾ ਹੋ ਗਈ ਉਸ ਤੋਂ ਇਲਾਵਾ ਜਗਜੀਤ ਸਿੰਘ ਜੀ ਤੁਹਾਡੇ ਤੇ ਹੋਰ ਵੀ ਕਈ ਪਰਚੇ ਪੈਂਦੇ ਰਹੇ ਨੇ। ਮੈਨੂੰ ਪਤਾ ਲੱਗਿਆਗਾ ਕਿ ਜਿਵੇਂ RSS ਦਾ ਵੀ ਪਹਿਲਾਂ ਪਿੱਛੇ ਕੋਈ ਚੱਕਰ ਹੋਇਆ ਸੀਗਾ, ਸ਼ੱਕ ਦੇ ਆਧਾਰ ਤੇ ਬੰਦੇ ਚੱਕਣ ਲੱਗੇ ਸੀਗੇ, ਉਸ ਦੇ ਵਿੱਚ ਮੇਰੇ ਖਿਆਲ ਨਾਲ ਕਾਫੀ ਵੱਡਾ ਇਨਾਮ ਵੀ ਰੱਖਿਆ ਗਿਆ ਸੀ ਅਗਰ ਕੋਈ ਪਹਿਚਾਣ ਦੱਸਦਾ ਤਾਂ ਉਸ ਬੰਦੇ ਦੀ। ਉਸ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਵੀ ਚੱਕਿਆ ਸੀ ਪੁਲਿਸ ਨੇ, ਤੁਹਾਡੇ ਨਾਲ ਵੀ ਬੜਾ ਅਤਿਆਚਾਰ ਹੋਇਆ ਸੀ। ਜਦੋਂ ਪਹਿਲਾਂ ਅਸੀਂ
ਕੇਸ ਕੱਟੇ ਹੋਏ ਸੀ, ਲੜਦੇ ਸੀ ਨਾ ਹਰਦੀਪ ਬਾਈ, ਉਦੋਂ ਜਿਹੜੀ ਕੁੱਟ ਕੱਟ ਪੈਂਦੀ ਹੁੰਦੀ ਸੀ ਉਹ ਨਾਰਮਲੀ ਕੁੱਟ ਪੈਂਦੀ ਹੁੰਦੀ ਸੀ, ਆਮ ਹੀ ਕੁੱਟ ਸੀ, ਕੋਈ ਬਾਹਲਾ ਨਹੀਂ ਸੀ ਸਿਸਟਮ ਹੁੰਦਾ। ਜਦੋਂ ਇਸ ਕੇਸ ਦੇ ਵਿੱਚ ਸਾਨੂੰ ਚੱਕਿਆ ਤਾਂ ਪੁਲਿਸ ਨੇ ਗਰਦੀ ਕੱਢਤੀ। ਅੱਛਾ ਜੀ। ਕੁੱਟ ਕੀ ਇਸ ਹਿਸਾਬ ਦੀ ਪਈ, ਮੈਂ ਤੁਹਾਨੂੰ ਦਿਖਾਉਣਾ, ਮੇਰੇ ਦੋਨੇ ਤਾਂ ਗਿੱਟੇ ਕੱਢਤੇ ਪੁਲਿਸ ਨੇ, ਮੈਂ ਤੁਹਾਨੂੰ ਦਿਖਾਉਣਾ, ਪਟਾਕੇ ਪੈਣਗੇ ਇਹਦੇ, ਦੇਖਿਓ। ਕੀ ਬਾਤ। ਇਹ ਬਾਈ ਫਿਰ ਇਹ ਟੁੱਟੇ ਹੋਏ ਨੇ ਹੁਣ ਵੀ? ਨਾ ਕੱਢਤੇ ਸੀ ਦੋਨੇ ਗਿੱਟੇ। ਹੁਣ ਜੇ ਮੈਂ ਜ਼ੋਰ ਨਾਲ ਭੱਜਣਾ ਇੱਕਦਮ ਜਾਂ ਟੋਏ 'ਚ ਪੈਰ ਪੈ ਜੇ ਨਿਕਲ ਜਾਂਦਾ। ਤੇ ਡਿਸਕ ਹਿੱਲ ਲੱਗੀ ਸੀਗੀ ਮੇਰੀ, ਆਹ ਮੋਢਾ ਕੱਢਤਾ ਸੀਗਾ ਪੁਲਿਸ ਨੇ, ਆਹ ਉਂਗਲ ਜੀ ਫ੍ਰੈਕਚਰ ਹੋ ਗਈ ਸੀਗੀ ਮੇਰੀ। ਜੀ। ਉਹ ਤੋਂ ਬਿਨਾਂ ਚੱਡੇ ਪਾੜੇ ਦਾ ਤਾਂ ਕੋਈ ਅੰਤ ਹੀ ਨਹੀਂ, ਕਿੰਨੇ ਕੁ ਵਾਰੀ ਹੈ ਨਾ, ਪਾਣੀ 'ਚ ਡਬੋ ਲਏ, ਕੱਢ ਲਏ, ਬੇਵਜ੍ਹਾ ਹੀ ਸਿਸਟਮ ਚੱਲਿਆ ਸਾਰਾ। ਉਸ ਪਹਿਲਾਂ ਇੱਕ ਬੱਦੀ ਵਾਲੇ ਕੇਸ ਸਾਡੇ ਨਾਲ ਸਾਰਾ ਕੁਝ ਹੋਇਆ, ਸਾਰੇ ਇੰਟੈਰੋਗੇਟ ਹੋਏ, ਸਰੀਰ ਨਕਾਰਾ ਕਰਤਾ ਸੀ ਹੈ ਨਾ, ਬਾਥਰੂਮ ਵਾਲੀ ਜਗ੍ਹਾ ਤੇ ਕਰੰਟ ਲਾਉਣੇ, ਛਾਤੀ ਤੇ ਕਰੰਟ ਲਾਉਣਾ, ਕੰਨਾਂ ਨੂੰ ਕਰੰਟ ਲਾਉਣਾ, ਬੜੇ ਗੰਦੇ ਤਰੀਕੇ, ਮਤਲਬ ਗੰਦੇ ਤਰੀਕੇ ਨਾਲ ਤੁਹਾਨੂੰ ਟੌਰਚਰ ਕੀਤਾ। ਹਾਂ, ਉੱਥੇ ਮੈਨੂੰ ਇਹ ਮਹਿਸੂਸ ਹੋਇਆ ਵੀ ਸਿੱਖਾਂ ਲਈ ਕਾਨੂੰਨ ਹੋਰ ਹੈ ਤੇ ਹੋਰਾਂ ਲਈ ਇੱਥੇ ਕਾਨੂੰਨ ਹੋਰ ਹੈ। ਕਿਉਂਕਿ ਜਦੋਂ ਪਹਿਲਾਂ ਕੁੱਟ ਪੈਂਦੀ ਸੀ ਹੋਰ ਤਰੀਕੇ ਦੀ ਪੈਂਦੀ ਸੀ, ਐਤਕੀ ਕੁੱਟ ਕਤਲ ਤਾਂ ਕਤਲ ਹੀ ਹੈ ਨਾ, ਵੀ ਐਤਕੀ ਕੁੱਟ ਹੋਰ ਹਿਸਾਬ ਦੀ ਪੈ ਗਈ। ਉਹ ਤੋਂ ਬਾਅਦ ਲੁਧਿਆਣੇ ਦੇ ਵਿੱਚ 2 ਨੌਜਵਾਨ ਮੂੰਹ ਬੰਨ੍ਹ ਕੇ ਸ਼ਿਵ ਸੈਨਾ ਵਾਲਿਆਂ ਨੂੰ ਗੋਲੀ ਮਾਰਦੇ, 7-8 ਸ਼ਿਵ ਸੈਨਾ ਵਾਲੇ ਕਤਲ ਹੋ ਗਏ ਉਦੋਂ ਸ਼ੱਕ ਦੇ ਆਧਾਰ ਤੇ ਪੁਲਿਸ ਪਿੰਡਾਂ ਦੇ ਵਿੱਚੋਂ ਮੁੰਡੇ ਚੱਕਦੀ ਸੀ, ਕਿਉਂਕਿ ਉਹ ਬੰਦੇ ਟਰੇਸ ਨਹੀਂ ਸੀ ਹੋ ਰਹੇ। ਬਾਅਦ ਚੋਂ ਟਰੇਸ ਹੋਏ ਆ ਰਮਨਦੀਪ ਸਿੰਘ, ਰਮਨ ਤੇ ਇੱਕ ਸ਼ੇਰਾ ਤੇ ਬੱਗਾ, 2 ਨੌਜਵਾਨ ਫੜੇ ਗਏ ਸੀ ਉਹ ਕੇਸ ਦੇ ਵਿੱਚ, ਜਿਨ੍ਹਾਂ ਨੇ ਬਾਅਦ ਚੋਂ NI ਦੇ ਉਹਨਾਂ ਦੇ ਕੇਸ ਚੱਲ ਰਹੇ ਨੇ। ਉਹਦੇ ਵਿੱਚ ਪਤਾ ਹੀ ਨਹੀਂ ਪੰਜਾਬ ਦੇ ਕਿੰਨੇ ਕੁ ਮੁੰਡੇ ਇੰਟੈਰੋਗੇਟ ਹੋਏ ਨੇ, ਮੈਂ ਵੀ ਇੰਟੈਰੋਗੇਟ ਹੋਇਆ। ਉਹਦੇ ਵਿੱਚ ਤਾਂ ਹਰਦੀਪ ਬਾਈ ਇੰਨਾ ਕੁ ਇੰਟੈਰੋਗੇਟ ਕਰਤਾ ਸੀ ਵੀ ਬਾਥਰੂਮ ਵਾਲੀ ਪਾਈਪ ਦੇ ਵਿੱਚੋਂ ਨਾ ਨਾਲ ਬਲੱਡ ਆਉਣ ਲੱਗ ਗਿਆ ਸੀ, ਪੀਕ। ਪਾਣੀ ਨਹੀਂ ਸੀ ਪੀਂਦੇ ਹੁੰਦੇ, ਵੀ ਜੇ ਪਾਣੀ ਵੱਧ ਪੀਵਾਂਗੇ ਵਾਸ਼ਰੂਮ ਜਾਣਾ ਪਊਗਾ, ਫਿਰ ਔਖਾ ਹੋਊਗਾ, ਬੜਾ ਬਹੁਤ ਮਤਲਬ ਮਾੜੇ ਤਰੀਕੇ ਨਾਲ ਫਿਰ ਟੌਰਚਰ ਕੀਤਾ ਗਿਆ। ਉਦੋਂ ਫਿਰ ਬਾਈ ਉਦੋਂ ਨਹੀਂ ਖਿਆਲ ਆਇਆ ਫਿਰ ਮਨ ਦੇ ਵਿੱਚ ਯਾਰ ਵੀ ਇਹ ਚੀਜ਼ਾਂ ਜਿਹੜੀ ਜਦੋਂ ਹੁਣ ਚਲੋ ਸਿੱਖੀ ਦੇ ਰਾਹ ਦੇ ਉੱਤੇ ਤੁਰਿਆਂਗੇ ਹੈ ਨਾ, ਇੰਨਾ ਕੁਝ ਝੱਲਣਾ ਪੈ ਗਿਆ ਸਾਨੂੰ, ਇੰਨੇ ਸਰੀਰ ਦੇ ਉੱਤੇ ਕਸ਼ਟ ਸਹਿਣੇ ਪੈ ਗਏ, ਵੀ ਹੁਣ ਆਪਾਂ ਯਾਰ ਇਹ ਚੀਜ਼ ਵੀ ਰਹਿਣ ਨਹੀਂ ਦਿੰਦੇ ਆਂਗੇ ਆਪਾਂ, ਇਹ ਚੀਜ਼ਾਂ ਹੁਣ ਸਿੱਖੀ ਦੇ ਨਾਲ ਜਿਹੜੇ ਜੁੜਿਆਂਗੇ, ਜਿਹੜੇ ਰਾਹ ਦੇ ਤੁਰਿਆਂ ਵੀ ਇਹ ਵੀ ਹੁਣ ਇਹਦੇ ਤੋਂ ਵੀ ਵਾਪਸ ਮੁੜ ਜਾਂਦੇ ਆ। ਬੜੇ ਖਿਆਲ ਉਦੋਂ ਆਉਂਦੇ ਨੇ, ਪਰ ਉੱਥੇ ਇੱਕ ਖਿਆਲ ਇਹ ਵੀ ਆਉਂਦਾ ਵੀ ਭਾਈ ਤਾਰੂ ਸਿੰਘ ਹੋਣੀ, ਭਾਈ ਮਤੀ ਦਾਸ ਸਰ, ਹਾਲਾਂਕਿ ਆਪਾਂ ਤਾਂ ਉਹਨੇ ਚਰਨ ਧੂੜ ਦੇ ਬਰਾਬਰ ਵੀ ਨਹੀਂ, 1% ਵੀ ਦਾ ਵੀ 100ਵਾਂ ਹਿੱਸਾ ਵੀ ਨਹੀਂ ਹੈਗੇ, ਪਰ ਉੱਥੇ ਇਹ ਲੱਗਦਾ ਸੀ ਵੀ ਫਿਰ ਜੇ ਇੱਥੋਂ ਪਿੱਛੇ ਮੁੜਦੇ ਹੋ ਤੁਸੀਂ, ਫਿਰ ਬਦਾਵਾ ਲਿਖਦੇ ਹੋ, ਫਿਰ ਤੁਹਾਡੇ 'ਚ ਤੇ ਉਹਨਾਂ 'ਚ ਕੋਈ ਬਹੁਤਾ ਫਰਕ ਨਹੀਂ ਹੈਗਾ, ਫਿਰ ਤਾਂ ਗੱਲ ਖਤਮ ਹੋ ਗਈ। ਜੇ ਉੱਥੇ ਅਸੀਂ ਕੇਸ ਦਾੜੀ ਕਟਾ, ਉਦੋਂ ਇਹ ਮਾਹੌਲ ਸੀ ਵੀ ਯਾਰ ਕੇਸ ਦਾੜੀ ਕਟਾ ਦਿਓ। ਇੱਕ ਮੇਰੇ ਨਾਲ ਦਾ ਸਾਥੀ ਹੈ, ਉਹ ਚਲੋ ਉਹ ਸਿਸਟਮ ਦੂਰ ਹੋ ਗਿਆ ਇਸ ਸਾਰੇ ਕਾਸੇ ਤੋਂ, ਉਹਨੇ ਮੈਨੂੰ ਬੜੀ 2-3 ਵਾਰੀ ਦਿੱਤੀ ਵੀ ਆਪਾਂ ਕੇਸ ਦਾੜੀ ਕਟਾ ਦਿੰਦੇ ਹਾਂ। ਉਹ ਮੇਰੇ ਨਾਲ ਹੀ ਚੱਕਿਆ ਜਾਂਦਾ ਸੀ, ਕਹਿੰਦਾ ਆਪਾਂ ਕੇਸ ਦਾੜੀ ਕਟਾ ਦਿੰਦੇ ਹਾਂ। ਮੈਂ ਕਿਹਾ ਨਹੀਂ, ਇੱਕੋ ਹੀ ਤਾਂ ਗੱਲ ਹੈ ਜਿਹੜੀ ਆਪਾਂ ਗੁਰੂ ਸਾਹਿਬ ਨੂੰ ਮੂਹਰੇ ਜਾ ਕੇ ਕਹਿ ਸਕਦੇ ਹਾਂ ਵੀ ਮਹਾਰਾਜ ਜਿੱਦਾਂ ਦੇ ਕੇਸ ਰੱਖਿਆ, ਕੇਸ ਨਹੀਂ ਕਟਾਈ ਯਾਰ। ਇਹ ਨਹੀਂ ਹੁਣ ਤਾਂ ਜੋ ਕੁਛ ਹੋਊ ਝੱਲਾਂਗੇ, ਕੁਛ ਨਹੀਂ ਹੁੰਦਾ, ਜਿੱਥੇ ਹੋਰ ਉੱਥੇ ਹੋਰ ਹੈ ਨਾ, ਕੁਛ ਨਹੀਂ ਹੁੰਦਾ, ਦੇਖੀ ਜਾਊ ਜੋ ਹੋਊਗਾ। ਚਲੋ ਸਾਡਾ ਉਹ ਕੇਸ ਬਰੀ ਹੋ ਗਏ, ਉਹ ਬੰਦੇ ਫੜੇ ਗਏ, ਟਰੇਸ ਹੋ ਗਏ। ਉਹ ਤੋਂ ਬਿਨਾਂ ਇੱਥੇ ਪਰਚਾ ਦੇਤਾ ਸੀ, ਇੱਕ ਮੇਰੇ ਤੇ ਰਣੀ ਕੇ ਚੌਂਕੀ ਨੇ, ਇੱਕ ਧੂਰੀ ਪਰਚਾ ਦੇਤਾ ਸੀਗਾ, ਤੇ ਇੱਕ ਸੰਗਰੂਰ ਪਰਚਾ ਦੇਤਾ ਸੀਗਾ ਇਹਨਾਂ ਨੇ ਸਾਡੇ ਤੇ, ਉਹੀ ਬਿਨਾਂ ਗੱਲ ਤੋਂ ਜਿਵੇਂ ਹਰਾਸਮੈਂਟ ਕਰਨ ਵਾਲੀ ਗੱਲ ਹੁੰਦੀ ਹੈ। ਉਹ ਤੋਂ ਬਾਅਦ ਫਿਰ ਚਲੋ ਜੇਲ੍ਹ ਵੀ ਲਾ ਕੇ ਆਇਆ ਮੈਂ, ਵਾਹਵਾ ਸਮਾਂ ਜੇਲ੍ਹ ਕੱਟੀ। ਤੇ ਜੇਲ੍ਹ ਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਬਾਈ ਹਰਦੀਪ, ਲੁਧਿਆਣੇ ਜੇਲ੍ਹ ਦੇ ਕੋਲ ਦੀ ਗੰਦਾ ਨਾਲਾ ਲੰਘਦਾ, ਬੁੱਢਾ ਨਾਲਾ ਕਹਿੰਦੇ ਨੇ, 90% ਕੈਦੀਆਂ ਨੂੰ ਕਾਲਾ ਪੀਲਾ ਲੁਧਿਆਣੇ ਜੇਲ੍ਹ 'ਚ, ਕੈਦੀਆਂ, ਹਾਂ, ਕਿਉਂਕਿ ਉੱਥੇ ਉਹ ਪਾਣੀ ਪੀਂਦੇ ਨੇ, ਉਹੀ ਨਾਲੇ ਵਾਲਾ ਪਾਣੀ ਮਿਕਸ ਹੁੰਦਾ ਉੱਥੇ, ਉਹ ਪਾਣੀ ਹੈ ਗੰਦਾ, ਜਿਹਦੇ ਕਰਕੇ 90% ਕੈਦੀ ਕਾਲੇ ਪੀਲੇ ਨਾਲ ਪੀੜਤ ਨੇ। ਤੇ ਜਿੰਨੇ ਬਲਾਤਕਾਰ ਦੇ ਕੇਸ ਨੇ, ਜੇ 100 ਕੇਸ ਹੈ ਨਾ ਬਲਾਤਕਾਰ ਦਾ ਬਾਈ ਹਰਦੀਪ ਜੇਲ੍ਹ 'ਚ, ਤਾਂ 90 ਕੇਸ ਝੂਠੇ ਨੇ। 90 ਕੇਸ ਝੂਠੇ ਨੇ ਬਲਾਤਕਾਰ ਦੇ। ਉਹਦਾ ਵੀ ਫਿਰ ਕੀ ਰੀਜ਼ਨ ਹੈ? ਉਹਦਾ ਰੀਜ਼ਨ ਕੀ ਹੈ? ਬੜੇ ਇਹ ਸਾਡੇ ਸਮਾਜ ਦੇ ਵਿੱਚ ਬੜਾ ਕੁਝ ਹੁੰਦਾ ਇਸ ਤਰੀਕੇ ਦਾ, ਕੁੜੀ ਨੂੰ ਪਾਸੇ ਕਰ ਦਿੱਤਾ ਜਾਂਦਾ, ਬਸ ਮੁੰਡੇ ਤੇ ਪਰਚਾ ਹੋ ਜਾਂਦਾ। ਦੂਜੀ ਗੱਲ, ਜਿਹੜੇ ਨਸ਼ੇ ਵਾਲੇ ਕੇਸ ਨੇ, ਜਿਹ 'ਚ ਨਸ਼ੀਲਾ ਪਾਊਡਰ, ਆਪਾਂ ਨਸ਼ੇ ਵਾਲੀ ਗੱਲ ਕਰਦੇ ਸੀ ਨਾ ਬਾਈ ਹਰਦੀਪ, ਇੱਕ ਹੋਰ ਫੈਕਟ ਦੱਸਦਾ ਮੈਂ ਤੁਹਾਨੂੰ, ਨਸ਼ੀਲੇ ਪਾਊਡਰ ਨਾਂ ਦਾ ਨਸ਼ਾ ਪੰਜਾਬ 'ਚ ਹੈ ਹੀ ਨਹੀਂ। ਨਸ਼ੀਲਾ ਪਾਊਡਰ ਫੜਿਆ ਗਿਆ। ਹੁਣ ਮੈਂ ਤੁਹਾਨੂੰ ਅੱਖੀਂ ਦੇਖੀ ਘਟਨਾ ਦੱਸਦਾ। CI ਸਟਾਫ ਦੇ ਵਿੱਚ ਮੈਂ ਬੈਠਾ, ਉੱਥੇ ਇੱਕ ਬੰਦਾ ਫੜਿਆ ਹੋਇਆ, ਸਾਨੂੰ ਵੀ ਲਿਆ ਕੇ ਬੰਦ ਕਰਤਾ। ਉਹਨਾਂ ਨੇ ਕੀ ਕਰਿਆ, ਉਹਨੂੰ ਕਹਿੰਦੇ ਚਾਕ ਕੁੱਟ ਦੇ, ਜਿਹੜੇ ਬੋਰਡ ਤੇ ਲਿਖਣ ਵਾਲੇ ਹੁੰਦੇ ਨੇ, ਉਹ ਤੋਂ ਕਟਾ ਲੇ ਵਰਤਮਾਨ ਦੇ 'ਚ। ਉਹਨੂੰ ਕਹਿੰਦੇ ਲੈ ਐਲਪ੍ਰੈਕਸਾਂ ਵੀ ਕੁੱਟ ਦੇ, ਉਹਨੇ 10-15 ਐਲਪ੍ਰੈਕਸਾਂ ਕੁੱਟਤੀਆਂ। ਪਾਊਡਰ ਦੇ ਵਿੱਚ ਐਲਪ੍ਰੈਕਸਾਂ ਮਿਲਾ ਕੇ ਉਹ ਤੇ 260 ਗ੍ਰਾਮ ਪਾਤਾ ਨਸ਼ੀਲਾ ਪਾਊਡਰ ਫੜਿਆ ਗਿਆ ਜੀ। ਅੱਛਾ, ਇਹ ਤੁਹਾਡੇ ਅੱਖੀ ਦੇਖੀ ਗੱਲ ਹੈ? ਇਹ ਦੇਖੀ ਗੱਲ ਹੈ ਮੇਰੇ। ਅੱਛਾ, ਹੁਣ ਨਸ਼ੀਲੇ ਪਾਊਡਰ ਦੀ ਜਦੋਂ ਸੈਂਪਲਿੰਗ ਹੋਊਗੀ, ਜਦੋਂ ਚੈੱਕ ਹੋਊ, ਉਹਦੇ 'ਚ ਐਲਪੈਕਸ ਦਾ ਸਾਲਟ ਨਿਕਲੂਗਾ। ਜਦੋਂ ਐਲਪੈਕਸ ਦਾ ਸਾਲਟ ਨਿਕਲੂ, ਉਹ 'ਚੋਂ ਸਜ਼ਾ ਵੀ ਪੱਕੀ ਹੋਊ। ਤੇ ਜ਼ਿਆਦਾਤਰ ਕੇਸਾਂ ਦੇ ਵਿੱਚ ਜਿਹੜੀ ਸਜ਼ਾ ਹੋਈ ਵੀ ਹੈ, ਉਹ ਨਸ਼ੀਲੇ ਪਾਊਡਰ 'ਚ ਹੋਈ ਵੀ ਹੈ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਨਸ਼ੀਲਾ ਪਾਊਡਰ ਨਾਂ ਦਾ ਨਸ਼ਾ ਹੀ ਨਹੀਂ ਹੈਗਾ।
ਜਿਹੜੇ ਮਰਜ਼ੀ ਨਸ਼ੇੜੀ ਦੀ ਬਾਂਹ ਫੜ ਕੇ ਪੁੱਛ ਲਓ ਵੀ ਤਾਂ ਨਸ਼ੀਲਾ ਪਾਊਡਰ ਪੀਤਾ ਹੈ ਜਾਂ ਖਾਧਾ ਕਦੇ, ਹੈ ਹੀ ਨਹੀਂ। ਇਹ ਆਪ ਹੀ ਕੁਝ ਚੀਜ਼ਾਂ ਜਿਹੜੀਆਂ ਸਿਸਟਮ ਪੈਦਾ ਕਰ ਦਿੰਦਾ। ਉਹ ਜਦੋਂ ਮੰਨ ਲਓ ਇੱਕ ਵਾਰੀ ਪਰਚਾ ਦੇਤਾ ਜੇਲ੍ਹ 'ਚੋਂ ਫੇਰ ਆ ਗਿਆ, ਜਦੋਂ ਨਹੀਂ ਹਟਦੇ ਸੀ ਪੁਲਿਸ ਅੱਕ ਕੇ ਉਹਨਾਂ ਤੇ ਫਿਰ ਇਹ ਪਾ ਦਿੰਦੀ ਸੀ। ਹੁਣ ਕੀ ਹੋ ਗਿਆ, ਰਾਜਨੀਤਿਕ ਕਾਰਨ ਨੇ ਜਿਹੜੇ ਸਾਡੇ, ਰਾਜਨੀਤਿਕ ਲੜਾਈਆਂ ਨੇ ਜਾਂ ਨਿੱਜੀ ਰੰਜਿਸ਼ਾਂ ਨੇ ਸਾਡੀਆਂ, ਉਹ ਵੀ ਦੇ ਕੇ ਪੈਸੇ ਦਵਾ ਦਿਓ ਪਰਚਾ, ਰਾਜਨੀਤਿਕ ਦਵਾ ਦਿਓ ਪਰਚਾ। ਆਹ ਸਿਸਟਮ ਬੜਾ ਇਹਨੇ ਬੜਾ ਕਰਤਾ ਸਿਸਟਮ। ਕਿਤੇ ਨਾ ਕਿਤੇ ਕਹਿ ਸਕਦੇ ਜਿਹੜੇ ਮਤਲਬ ਸਿੱਖੀ ਦੇ ਨਾਲ, ਜਿਹੜੇ ਸਿੱਖੀ ਦੇ ਰਾਹ ਤੇ ਜੁੜੇ ਇਨਸਾਨ ਨੇ, ਸਿੱਖੀ ਨੂੰ ਸਾਂਭਣ ਵਾਲੇ ਇਨਸਾਨ ਨੇ, ਕਿਤੇ ਨਾ ਕਿਤੇ ਉਹਨਾਂ ਨਾਲ ਫਿਰ ਇਸ ਚੀਜ਼ ਦਾ ਧੱਕੇਸ਼ਾਹੀ ਹੋ ਰਹੀ ਹੈ। ਕਿ ਕਹਿਣ ਦਾ ਮਕਸਦ ਇਹ ਹੈ ਬਹੁਤ ਕੁਝ ਹੋ ਜਾਂਦਾ। ਮੇਰੇ ਤੇ ਲਾ ਲਓ ਤੁਸੀਂ, ਮੰਨ ਲਓ ਅੱਜ ਮੇਰੇ ਤੇ ਲਿਜਾ ਕੇ ਨਸ਼ੀਲਾ ਪਾਊਡਰ ਪਾਤਾ, ਬਦਨਾਮੀ ਓ ਕਰਨੀ ਹੈ। ਤੁਹਾਡੇ ਤੇ ਪਾਤਾ, ਬਦਨਾਮੀ ਓ ਕਰਨੀ ਹੈ। ਹੁਣ ਕਿਸੇ ਨੂੰ ਸੱਚ ਦਾ ਤਾਂ ਨਹੀਂ ਨਾ ਇਸ ਦਾ ਪਤਾ। ਸਾਡੇ ਬੰਦੇ ਦੋਸ਼ ਦੇਣ ਲੱਗ ਜਾਂਦੇ ਹਰਦੀਪ ਬਾਈ ਵੀ ਸ਼੍ਰੋਮਣੀ ਕਮੇਟੀ ਨਹੀਂ ਕੁਛ ਕਰਦੀ ਜੀ, ਜਾਂ ਜਥੇਦਾਰ ਨਹੀਂ ਕੁਛ ਕਰਦਾ। ਹੁਣ ਬਾਈ ਜੀ ਤੁਹਾਡੇ ਬੱਚੇ ਦਾ ਜੂੜਾ ਕਰਨ ਥੋੜੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਊਗਾ, ਜਥੇਦਾਰ ਥੋੜੀ ਜੂੜਾ ਕਰਨ ਆਊਗਾ। ਜੂੜਾ ਤਾਂ ਤੁਸੀਂ ਘਰੇ ਕਰਨਾ, ਕੇਸ ਤਾਂ ਤੁਸੀਂ ਘਰੇ ਸਾਂਭਣੇ ਨੇ। ਸਾਂਭਣਾ ਸਿਸਟਮ ਨੂੰ ਇੱਕ ਪਰਿਵਾਰ ਨੇ ਆ ਨਾ। ਅਸੀਂ ਬਲੇਮ ਸਾਡੇ ਬੰਦੇ ਜ਼ਿਆਦਾ ਕਰਨ ਲੱਗ ਜਾਂਦੇ ਨੇ ਦੂਜਿਆਂ ਨੂੰ, ਤੇ ਇਹ ਹੱਲ ਨਹੀਂ ਹੈਗਾ। ਜਗਜੀਤ ਭਾਈ ਅਖੀਰ ਦੇ ਵਿੱਚ ਮੇਰਾ ਫਿਰ ਤੋਂ ਇਹੀ ਸਵਾਲ ਹੋਊਗਾ, ਇੱਕ ਕਾਲਜ ਵਾਲੀ ਲਾਈਫ ਸੀਗੀ ਜਦੋਂ ਤੁਸੀਂ ਚੰਗੇ ਨਸ਼ੇ ਕਰਦੇ ਸੀਗੇ, ਹਰ ਇੱਕ ਤਰ੍ਹਾਂ ਦਾ ਨਸ਼ਾ, ਜਿਵੇਂ ਕਿ ਤੁਸੀਂ 8 ਤੋਂ 10 ਤਰ੍ਹਾਂ ਦੇ ਤੁਸੀਂ ਗਿਣਾਇਆ, ਕਾਫੀ ਮੈਂ ਕਹਿੰਦਾ ਕੋਈ ਰਹਿ ਹੀ ਨਹੀਂ ਗਿਆ ਉਹਦੇ ਵਿੱਚ, ਹੈ ਨਾ। ਉਹ ਇੱਕ ਉਹ ਲਾਈਫ ਸੀ ਤੁਹਾਡੀ, ਤੇ ਇੱਕ ਅੱਜ ਦੀ ਲਾਈਫ ਹੈਗੀ। ਗੁਰਸਿੱਖੀ ਨਾਲ ਜੁੜੇ ਹੋਏ ਹੋਗੇ ਤੁਸੀਂ, ਸਿੱਖੀ ਦਾ ਪ੍ਰਚਾਰ ਕਰਦੇ ਹੋਗੇ। ਕਿੰਨਾ ਕੁ ਪਰਿਵਰਤਨ ਲੱਗਦਾ, ਕਿੰਨਾ ਕੁ ਡਿਫਰੈਂਸ ਤੁਹਾਨੂੰ ਲੱਗ ਰਿਹਾ ਹੈਗਾ ਵੀ ਪਹਿਲਾਂ ਵਾਲੀ ਲਾਈਫ ਜ਼ਿਆਦਾ ਵਧੀਆ ਸੀ ਜਾਂ ਹੁਣ ਵਾਲੀ ਲਾਈਫ ਜ਼ਿਆਦਾ ਵਧੀਆ? ਹੁਣ ਵਾਲੀ ਲਾਈਫ ਜ਼ਿਆਦਾ ਵਧੀਆ ਹੈ, ਕਿਉਂਕਿ ਹੁਣ ਜਿਹੜੀ ਲਾਈਫ ਜਿਉ ਰਹੇ ਨੇ ਸਤਿਕਾਰ ਹੈ, ਇਹ 'ਚ ਹਰ ਕੋਈ ਇੱਜ਼ਤ ਨਾਲ ਮਿਲਦਾ। ਜੇ ਕਿਸ ਚੀਜ਼ ਦੀ ਲੋੜ ਹੈ, ਕੋਈ ਇੱਥੇ ਮੇਰੀ ਗੱਡੀ ਪੈਂਚਰ ਹੋ ਜੇ, ਮੈਨੂੰ ਟਾਇਰ ਨਹੀਂ ਖੋਲ੍ਹਣਾ ਪੈਂਦਾ। ਕੋਈ ਨਾ ਕੋਈ ਬੰਦਾ ਆਉਂਦਾ ਸਤਿਕਾਰ ਸਹਿਤ ਵੀ ਯਾਰ ਬਾਈ ਤੁਸੀਂ ਨਾ ਟਾਇਰ ਖੋਲ੍ਹੋ, ਮੈਂ ਖੋਲ੍ਹਦਾ, ਮੈਂ ਕਰ ਦਿੰਦਾ ਯਾਰ। ਤੁਹਾਡੇ ਬਾਣਾ ਪਾਇਆ ਜਾਂ ਤੁਹਾਡੇ ਸਰੂਪਾ ਪਾਇਆ, ਤੁਹਾਡੀ ਪੱਗ ਬੰਨੀ ਹੈ ਯਾਰ, ਤੁਸੀਂ ਗੁਰਸਿੱਖ ਬੰਦੇ ਯਾਰ, ਤੁਸੀਂ ਨਾ ਖੋਲ੍ਹੋ, ਚੰਗੀ ਲੱਗਦੀ। ਇਹ ਚੀਜ਼ਾਂ ਨਾ ਜਗਜੀਤ ਭਾਈ, ਜਿਹੜੇ ਚੀਜ਼ਾਂ ਹੁਣ ਤੁਹਾਨੂੰ ਮਿਲ ਰਹੀਆਂ ਨੇਗੀਆਂ, ਸਤਿਕਾਰ ਮਿਲ ਰਿਹਾ ਹੈਗਾ, ਹੈ ਨਾ, ਤੁਹਾਨੂੰ ਪਿਆਰ ਮਿਲ ਰਿਹਾ ਹੈਗਾ, ਇਹ ਹਰ ਇੱਕ ਨੂੰ ਨਹੀਂ ਮਿਲਦਾ ਹੈਗਾ ਇਹ। ਕਿਉਂਕਿ ਜਦੋਂ ਇੱਕ ਬੰਦੇ ਤੇ ਟੈਗ ਲੱਗ ਜਾਂਦਾ ਯਾਰ ਵੀ ਇਹ ਤਾਂ ਚਿੱਟਾ ਪੀਂਦਾ ਰਿਹਾ ਹੈਗਾ, ਇਹ ਤਾਂ ਨਸ਼ੇੜੀ ਰਿਹਾ ਹੈਗਾ, ਉਸ ਨੂੰ ਸਮਾਜ ਵੀ ਕਿਤੇ ਨਾ ਕਿਤੇ ਨਫ਼ਰਤ ਕਰਨ ਲੱਗ ਜਾਂਦਾ ਹੈਗਾ। ਹੁਣ ਵੀ ਕਹਿ ਦਿੰਦੇ ਨੇ ਵੀ ਯਾਰ ਮਾੜਾ ਮੋਟਾ ਤਾਂ ਫਿਰ ਕਰਦਾ ਹੀ ਹੋਊ ਜਾਂ ਲਾਉਂਦਾ ਹੀ ਹੋਊ। ਹੋਰ ਤਾਂ ਦੱਸਦਾ ਹਰਦੀਪ ਬਾਈ, ਘਰੇ ਜੇ ਕਈ ਵਾਰੀ ਪਹਿਲਾਂ ਕੀ ਹੁੰਦਾ ਸੀ, ਜੇ ਤਾਂ ਮੈਂ ਸਦੇਹਾ ਉੱਠ ਖੜਦਾ ਹੀ ਜਲਦੀ, ਘਰਦਿਆਂ ਨੇ ਕਹਿ ਦੇਣਾ ਵੀ ਕਿਸੇ ਨਾਲ ਸਾਈ ਲਾਈ ਹੋਊ ਤੇਰੀ, ਜਾਣਾ ਤਾਂ ਵੈਸੇ ਹੀ ਉੱਠੇ ਨੂੰ। ਜੇ ਮੰਨ ਲਓ ਮੈਂ ਲੇਟ ਉੱਠਣਾ, ਫਿਰ ਕਹਿਣਾ ਰਾਤ ਡੱਕ ਲਿਆ ਤਾਂ ਨਹੀਂ। ਕੁਛ ਇਹ ਚੀਜ਼ਾਂ ਵੀ ਧੱਕ ਦਿੰਦੀਆਂ ਨੇ ਉਸ ਪਾਸੇ ਨੂੰ। ਸਮਾਜ ਵੀ ਐਕਸੈਪਟ ਕਰੇ, ਸਾਨੂੰ ਵੀ ਕਰਨਾ ਪੈਣਾ। ਹੁਣ ਕੀ ਆ, ਮੈਂ ਤਾਂ ਕਹਿ ਦੇਣਾ ਵੀ ਆ ਜਾਓ, ਸਿਰ ਦੀ ਸ਼ਰਤ ਹੈ, ਬਲੱਡ ਦਾ ਸੈਂਪਲ ਦੇ ਦੇਣਾ, ਜੇ ਨਸ਼ਾ ਨਿਕਲਿਆ ਤਾਂ ਮੇਰਾ ਸਿਰ ਲਾ ਦਿਓ, ਨਹੀਂ ਤੁਹਾਡਾ ਲਾਹੂੰ, ਆ ਜਾਓ। ਪਰ ਅਸਲ ਦੇ ਵਿੱਚ ਦੇਖਿਆ ਜਾਵੇ, ਚਲੋ ਹੁਣ ਇੰਟਰਵਿਊ ਦੌਰਾਨ ਵੀ ਆਪਾਂ ਇੱਕ ਵਾਰ ਮੈਂ ਇਹ ਸਵਾਲ ਮੈਂ ਪੁੱਟ ਕਰ ਹੀ ਲੈਣਾ ਗਾ, ਪਹਿਲਾਂ ਸਰਦਾ ਨਹੀਂ ਸੀ ਇਹ ਚੀਜ਼ਾਂ ਬਿਨਾਂ, ਇਹ ਚੀਜ਼ਾਂ ਰੈਗੂਲਰ ਚੱਲਦੀਆਂ ਸੀਗੀਆਂ। ਜਦੋਂ ਥੋੜਾ ਮੋਟਾ ਲੱਗਦਾ ਵੀ ਨਸ਼ਾ ਡਾਊਨ ਹੁੰਦਾ ਜਾਂਦਾ, ਦੁਬਾਰੇ ਕਰ ਲੈਣਾ। ਹੁਣ ਫਿਰ ਕਿਵੇਂ ਗੁਜ਼ਾਰਾ ਹੁੰਦਾ ਗਾ, ਇੰਨੇ ਸਾਲ ਹੋ ਗਏ, ਹੁਣ ਕਿਤੇ ਨਾ ਕਿਤੇ ਤੋੜ ਤਾਂ ਲੱਗਦੀ ਹੋਊਗੀ, ਕਿਤੇ ਨਾ ਕਿਤੇ ਝਿਣਕ ਜੀ ਉੱਠਦੀ ਹੋਊਗੀ ਯਾਰ ਵੀ ਆਪਾਂ ਕਿਤੇ ਨਾ ਕਿਤੇ ਚਲੋ ਰੈਗੂਲਰ ਨਹੀਂ, ਇੱਕ ਅੱਧਾ ਦਿਨ ਹੀ ਟਰਾਈ ਕਰ ਲੈਂਦੇ ਹਫ਼ਤੇ 'ਚ। ਨਹੀਂ, ਨਸ਼ੇ ਕਰਨ ਨੂੰ ਹੋਰ ਬੜੇ ਨੇ ਨਸ਼ੇ, ਮੈਡੀਕਲ ਨਸ਼ੇ ਜਾਂ ਸਿਗਰਟਾਂ ਜਾਂ ਤੰਬਾਕੂ ਜਾਂ ਇਹ ਚੀਜ਼ਾਂ ਤੋਂ ਨਸ਼ੇ ਹੋਰ ਬਹੁਤ ਨਸ਼ੇ ਨੇ ਜਿਹੜੇ ਤੁਸੀਂ ਕਰ ਸਕਦੇ ਹੋ। ਅੱਛਾ ਜੀ, ਬੜੇ ਨਸ਼ੇ ਨੇ ਜਿਹੜੇ ਤੁਸੀਂ ਕਰ ਸਕਦੇ ਹੋ। ਬਾਣੀ ਦਾ ਨਸ਼ਾ ਕਰਕੇ ਦੇਖੋ, ਸੇਵਾ ਦਾ ਨਸ਼ਾ ਕਰਕੇ ਦੇਖੋ। ਆਪਣੇ ਆਪ ਨੂੰ ਬਿਜੀ ਜਿੰਨਾ ਚਿਰ ਤੁਸੀਂ ਰੱਖੋਗੇ ਉਹਨਾਂ ਚਿਰ, ਜੇ ਤੁਸੀਂ ਵਿਹਲੇ ਹੋ, ਵਿਹਲਾ ਮਨ ਤਾਂ ਫਿਰ ਬਾਈ ਸ਼ੈਤਾਨ ਦਾ ਘਰ ਹੈ, ਠੀਕ ਹੈ। ਤੇ ਬਾਕੀ ਜਿਹੜੇ ਮੇਰੇ ਵੀਰ ਚਿੱਟੇ ਜਾਂ ਹੋਰ ਇਹਨਾਂ ਚੀਜ਼ਾਂ ਦੇ ਆਦੀ ਨੇ, ਉਹਨਾਂ ਨੂੰ ਮੈਂ ਬੇਨਤੀ ਇਹੀ ਕਰਦਾ ਹਰਦੀਪ ਬਾਈ ਤੁਹਾਡੇ ਮਾਧਿਅਮ ਰਾਹੀਂ ਵੀ ਯਾਰ ਫੀਮ ਡੋਡੇ ਖਾ ਲਓ, ਭੁੱਕੀ ਖਾ ਲਓ, ਡੋਡੇ ਖਾ ਲਓ, ਮਰੋਗੇ ਤਾਂ ਨਹੀਂ। ਬਿਲਕੁਲ ਹੌਲੀ ਹੌਲੀ ਇਹ ਵੀ ਛੱਡ ਦਿਓ ਜੀ, ਐਡੀ ਤਾਂ ਨਹੀਂ ਗੱਲ ਹੈਗੀ ਵੀ ਕੋਈ ਛੱਡ। ਬੰਦਾ ਬਾਈ ਜੇ ਤੁਸੀਂ 5x5 ਦੇ ਪਿੰਜਰੇ 'ਚ ਬੰਦ ਕਰ ਦੋਗੇ ਨਾ, ਇਹਨੇ ਉਹ 'ਚ ਵੀ ਰਹਿਣਾ ਸਿੱਖ ਲੈਣਾ। ਬੰਦਾ ਐਸਾ ਹੈ, ਸਾਡਾ ਸਰੀਰ ਐਸਾ ਹੈ, ਇਹ ਹਰ ਇੱਕ ਤਰ੍ਹਾਂ ਦੇ ਵਾਤਾਵਰਨ ਅਨੁਸਾਰ ਢਲ ਜਾਂਦਾ। ਜੇ ਆਪਣੇ ਆਪ ਨੂੰ ਢਾਲਾਂਗੇ, ਸਮਾਜ ਵੀ ਐਕਸੈਪਟ ਕਰੇ, ਰਿਸ਼ਤੇਦਾਰ ਵੀ ਐਕਸੈਪਟ ਕਰਨ। ਰਿਸ਼ਤੇਦਾਰਾਂ ਤੋਂ ਗੱਲ ਯਾਦ ਆ ਗਈ, ਮੈਨੂੰ ਰਿਸ਼ਤੇਦਾਰ ਆਪਦੇ ਘਰੇ ਨਹੀਂ ਸੀ ਵੜਦੇ ਹੁੰਦੇ, ਹੁਣ ਕਹਿੰਦੇ ਨੇ ਬਾਬਾ ਜੀ 2-4 ਸਿੰਘ ਲਿਆਓ ਘਰੇ ਪ੍ਰਸ਼ਾਦਾ ਛਕਾਉਣਾ। ਹੁਣ ਆਹ ਹਾਲਾਤ ਹੈ, ਆਹ ਹਾਲਾਤ ਆ ਗਏ ਨੇ। ਪਰ ਜਿੰਨਾ ਚਿਰ ਤੁਹਾਡੇ ਅੰਦਰੋਂ, ਤੁਹਾਡੇ ਮਨ ਦੇ ਵਿੱਚੋਂ ਬੇਈਮਾਨੀ ਨਹੀਂ ਜਾਂਦੀ, ਰੱਬ, ਤੁਸੀਂ 100 ਵਾਰ ਵੀ ਗਲਤੀਆਂ ਕਰੋਗੇ ਨਾ ਬਾਈ ਜੀ, 100 ਵਾਰ ਵੀ ਗਲਤੀ ਕਰੋਗੇ। ਮੇਰੀ ਮਾਂ ਮੈਨੂੰ ਕਿੰਨਾ ਪਿਆਰ ਕਰਦੀ ਹੈ। ਜਿਹੜਾ ਕੁਰਾਨ ਹੈ ਜਾਂ ਜਿਹੜਾ ਮੁਸਲਮਾਨ ਧਰਮ ਹੈ, ਉਹ ਇਹ ਕਹਿੰਦਾ ਵੀ ਰੱਬ ਹੈ ਜਿਹੜਾ ਤੁਹਾਨੂੰ 100 ਮਾਵਾਂ ਜਿੰਨਾ ਪਿਆਰ ਕਰਦਾ ਹੈ। ਰੱਬ 100 ਮਾਵਾਂ ਜਿੰਨਾ ਪਿਆਰ ਕਰਦਾ ਹੈ। ਤੁਸੀਂ 100 ਵਾਰ ਗਲਤੀ ਕਰੋ, ਪਰ ਬੇਈਮਾਨੀ ਨਾ ਕਰੋ, ਚੰਗੇ ਅਖਲਾਕ ਰੱਖੋ, ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾ ਤਕਾਓ, ਕਿਸੇ ਦਾ ਮਾੜਾ ਨਾ ਕਰੋ। ਜੇ ਜੇਬ 'ਚ 4 ਛਿੱਲੜ ਹੈਗੇ ਨੇ, ਕਿਸੇ ਦੀ ਮਦਦ ਕਰ ਦਿਓ, ਨਾਲ ਤਾਂ ਨਹੀਂ ਲੈ ਕੇ ਜਾਣੇ, ਠੀਕ ਹੈ ਬਾਈ। ਬੜੇ ਇੱਥੇ ਕੋਠੀਆਂ ਵਾਲੇ ਬੜੇ ਫਿਰਦੇ ਨੇ ਬਾਈ, ਪਰ ਜਿੰਨਾ ਕੁ ਪਿਆਰ ਸਤਿਕਾਰ ਲੋਕ ਆਪਾਂ ਨੂੰ ਅੱਜ ਦੇ ਰਹੇ, ਮੇਰੇ ਖਿਆਲ 'ਚ ਉਹਨਾਂ ਨੂੰ ਦਿੰਦੇ। ਇਹ ਚੀਜ਼ ਦਾ ਮਾਣ ਨਹੀਂ, ਸਤਿਕਾਰ ਗੁਰੂ ਸਾਹਿਬ ਦੇ ਬਾਣੇ ਨੂੰ
ਗੁਰੂ ਸਾਹਿਬ ਦੇ ਸਰੂਪ ਨੂੰ, ਇਹ ਸਾਨੂੰ ਨਹੀਂ ਹੈਗਾ। ਪਰ ਮਾਣ ਹੁੰਦਾ ਮਹਿਸੂਸ ਵੀ ਯਾਰ ਚਲੋ ਜੇ ਉੱਥੋਂ ਤੁਰੇ ਸੀ ਇੱਥੇ ਆਏ ਆ ਤਾਂ ਲੋਕ ਇੱਜ਼ਤ ਮਾਣ ਤੇ ਸਤਿਕਾਰ ਕਰਦੇ ਨੇ ਭਾਈ। ਮੈਂ ਤਾਂ ਤੁਹਾਨੂੰ ਵੀ ਕਹਿਣਾ ਤੁਸੀਂ ਵੀ ਪੱਗ ਬੰਨ੍ਹ ਕੇ ਇੰਟਰਵਿਊ ਕਰਿਆ ਕਰੋ ਬਾਈ, ਹੈ ਨਾ। ਬੜਾ ਇੰਪ੍ਰੈਸ਼ਨ ਤੇ ਬੜੀ ਧੱਕ ਪੈਣੀ ਆ ਤੁਹਾਡੀ, ਬੜਾ ਚਿਹਰਾ ਤੁਹਾਡਾ ਸੋਹਣਾ। ਪਾਤਸ਼ਾਹ ਕਿਰਪਾ ਕਰਦੇ ਨੇ ਤੁਸੀਂ ਵੀ ਕਦੇ ਫਿਰ ਗੁਰਸਿੱਖੀ ਸਰੂਪ ਦੇ ਵਿੱਚ ਸਾਨੂੰ ਫਿਰ ਮਿਲੋਗੇ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਗਜੀਤ ਵੀਰ ਨਾਲ ਮੁਲਾਕਾਤ ਕਰਾਉਣ ਦਾ ਸਾਡਾ ਮਕਸਦ ਇਹੀ ਸੀ ਕਿ ਤੁਹਾਨੂੰ ਦਿਖਾਇਆ ਜਾਵੇ, ਜਿਵੇਂ ਅਕਸਰ ਭੰਡਿਆ ਜਾਂਦੇ ਵੀਰੇ, ਜਦੋਂ ਇੱਕ ਨੌਜਵਾਨ ਨਸ਼ਿਆਂ ਵੱਲ ਪੈ ਜਾਂਦਾ, ਚਿੱਟੇ ਦੇ ਰਾਹ ਤੇ ਤੁਰ ਪੈਂਦਾ ਤਾਂ ਉਸ ਤੋਂ ਬਾਅਦ ਅੰਤ ਹੁੰਦਾ ਹੈ। ਪਰ ਇਹ ਇੱਕ ਮਿਸਾਲ ਬੈਠੀ ਹੈ ਕਿ ਮੇਰੇ ਕੋਲੇ ਅਜਿਹੇ ਨੌਜਵਾਨਾਂ ਦੀ ਜਿਹੜੇ ਕਿਤੇ ਨਾ ਕਿਤੇ ਭਟਕੇ ਜ਼ਰੂਰ ਸੀ, ਆਪਦੀ ਜ਼ਿੰਦਗੀ ਦੇ ਰਾਹ ਤੋਂ ਭਟਕੇ ਜ਼ਰੂਰ ਸੀ, ਪਰ ਵਾਪਸ ਆ ਕੇ ਆਪਣੇ ਪਰਿਵਾਰ ਦੇ ਨਾਲ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਨੇ, ਤੇ ਉਹ ਵੀ ਸਿੱਖੀ ਬਾਣੇ ਦੇ ਵਿੱਚ। ਸਿੱਖੀ ਬਾਣੇ ਦਾ ਜੋ ਪ੍ਰਚਾਰ ਹੈ, ਗੁਰਸਿੱਖੀ ਦਾ ਜੋ ਪ੍ਰਚਾਰ ਹੈ, ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ। ਪਰ ਸਲੂਟ ਕਰਦਾ ਮੈਂ ਇਹੋ ਜਿਹੇ ਬਾਈਆਂ ਨੂੰ, ਜਗਜੀਤ ਸਿੰਘ ਹੇੜੀਕੇ ਵਰਗੇ ਨੌਜਵਾਨਾਂ ਨੂੰ, ਜਿਹੜੇ ਕਿ ਮਾੜੇ ਰਾਹਾਂ ਤੋਂ ਚੰਗੇ ਰਾਹਾਂ ਦੇ ਵਿੱਚ ਤਬਦੀਲ ਹੋਏ ਨੇ। ਮੈਂ ਉਮੀਦ ਕਰਦਾ ਹਾਂ ਬਾਈ ਦੀ ਵੀਡੀਓ ਦੇਖ ਕੇ ਜਿਹੜੇ ਹੋਰ ਵੀ ਮੇਰੇ ਵੀਰ ਨਸ਼ੇ ਦੇ ਵਿੱਚ ਲੱਗੇ ਹੋਏ ਨੇ, ਨਸ਼ੇ ਦੀ ਦਲਦਲ ਦੇ ਵਿੱਚ ਖੁੱਭੇ ਹੋਏ ਨੇ, ਜਾਂ ਫਿਰ ਨਸ਼ੇ ਛੱਡਣ ਬਾਰੇ ਸੋਚ ਰਹੇ ਨੇ, ਬਾਈ ਦੀ ਇੰਟਰਵਿਊ ਤੋਂ ਮੋਟੀਵੇਟ ਹੋ ਕੇ ਚੰਗੇ ਰਾਹਾਂ ਵੱਲ ਤੁਰਨਗੇ ਤੇ ਨਸ਼ਿਆਂ ਨੂੰ ਛੱਡ ਕੇ ਆਪਦੇ ਪਰਿਵਾਰਾਂ ਦਾ ਹੱਥ ਨੱਪਣਗੇ। ਮੈਂ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ। ਉਦੋਂ ਤੱਕ ਦੇ ਲਈ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ। ਮੈਨੂੰ ਜਾਣ ਕੇ ਹਰਦੀਪ ਸ਼ੇਰਪੁਰ ਦਿਓ ਇਜਾਜ਼ਤ। ਧੰਨਵਾਦ।